ਇਹ ਗੱਲ ਯਾਦ ਰੱਖਿਓ, ਆਨੰਦ ਵੀ ਦੋ ਤਰ੍ਹਾਂ ਦਾ ਹੁੰਦਾ। ਇੱਕ ਹੁੰਦਾ ਪਰਮੇਸ਼ਰ ਵਾਲਾ ਆਨੰਦ, ਇੱਕ ਹੁੰਦਾ ਸੰਸਾਰ ਵਾਲਾ ਆਨੰਦ। ਜਿਹੜਾ ਸੰਸਾਰ ਵਾਲਾ ਆਨੰਦ ਉਹ ਟੈਂਪਰੇਰੀ ਹੈਗਾ ਏ, ਉਹ ਲੋਕਾਂ ਤੋਂ ਸਾਨੂੰ ਮਿਲਦਾ ਹੈਗਾ ਏ, ਬਰਕਤਾਂ ਤੋਂ ਸਾਨੂੰ ਮਿਲਦਾ ਹੈਗਾ ਏ, ਸਾਡੇ ਸਰੀਰ ਦੇ ਵਿੱਚ ਚੰਗਾਈ ਹੈ, ਕਈ ਵਾਰੀ ਇਹਦੇ ਤੋਂ ਆਨੰਦ ਮਿਲਦਾ ਹੈ। ਲੇਕਿਨ ਇੱਕ ਆਨੰਦ ਅਜਿਹਾ ਹੈ ਜਿਹਦਾ ਸੰਬੰਧ ਪੈਸੇ ਨਾਲ ਨਹੀਂ ਹੈ, ਜਿਹਦਾ ਸੰਬੰਧ ਚੰਗਾਈ ਦੇ ਨਾਲ ਵੀ ਨਹੀਂ ਹੈ, ਉਹਦਾ ਸੰਬੰਧ ਪਰਮੇਸ਼ਰ ਦੇ ਨਾਲ ਹੈ। ਆਮੀਨ। ਅਯੂਬ ਚੰਗਾਈ ਦੇ ਵਿੱਚ ਹੈ, ਆਨੰਦਿਤ ਹੈ, ਚੰਗਾਈ ਚਲੀ ਗਈ, ਪੈਸਾ ਚਲਾ ਗਿਆ, ਸਭ ਕੁਝ ਹੀ ਚਲਾ ਗਿਆ, ਲੇਕਿਨ ਜੋ ਉਹਦੇ ਅੰਦਰ ਪਰਮੇਸ਼ਰ ਦਾ ਸਥਾਨ ਹੈ ਉਹ ਗਿਆ ਨਹੀਂ। ਜਦੋਂ ਸਾਡੇ ਜੀਵਨ 'ਚ ਜੋ ਪ੍ਰਭੂ ਦਾ ਸਥਾਨ ਹੈ ਨਾ, ਜਦੋਂ ਉਹ ਅਸੀਂ ਗਵਾਉਂਦੇ ਨਹੀਂ, ਅਸੀਂ ਆਪਣੇ ਆਨੰਦ ਨੂੰ ਵੀ ਗਵਾਉਂਦੇ ਨਹੀਂ ਹਾਂ। ਆਮੀਨ। ਸ਼ੁਰੂਆਤ ਦੇ ਵਿੱਚ ਪ੍ਰਭੂ ਨੇ ਇੱਕ ਵਿਅਕਤੀ ਨੂੰ ਬਣਾਇਆ ਸੀ ਬਾਈਬਲ 'ਚ। ਉਸ ਵਿਅਕਤੀ ਦਾ ਨਾਮ ਕੀ ਸੀ? ਅਗਰ ਮੈਨੂੰ ਥੋੜਾ ਜਿਹਾ ਤੁਸੀਂ ਯਾਦ ਕਰਵਾ ਦੋਗੇ ਤਾਂ ਬੜਾ ਅੱਛਾ ਲੱਗੂਗਾ ਮੈਨੂੰ। ਕੀ ਨਾਮ ਸੀ? ਆਦਮ। ਵੈਰੀ ਗੁੱਡ, ਹਾਲੇਲੂਇਆ, ਹਾਲੇਲੂਇਆ। ਆਪਣੇ ਲਈ ਤੁਸੀਂ ਤਾੜੀਆਂ ਵਜਾ ਸਕਦੇ ਹੋ। ਪ੍ਰਭੂ ਦਾ ਧੰਨਵਾਦ ਆ, ਤੁਸੀਂ ਮੈਨੂੰ ਯਾਦ ਕਰਵਾਇਆ ਗਿਆ। ਹਾਲਾਂਕਿ ਮੈਂ ਤੁਹਾਨੂੰ ਵਚਨ ਦੱਸਣਾ ਹੈਗਾ, ਇਹਦਾ ਮਤਲਬ ਪ੍ਰਭੂ ਦਾ ਧੰਨਵਾਦ ਆ, ਪ੍ਰਭੂ ਦਾ ਆਤਮਾ ਤੁਹਾਡੇ ਅੰਦਰ ਆ, ਤੁਹਾਡੇ ਅੰਦਰ ਪ੍ਰਭੂ ਦਾ ਵਚਨ ਹੈ। ਆਮੀਨ। ਵੈਰੀ ਗੁੱਡ। ਬਾਈਬਲ 'ਚ ਲਿਖਿਆ ਉਹਦੀ ਇੱਕ ਵਾਈਫ ਵੀ ਹੈਗੀ, ਉਹਦਾ ਵੀ ਨਾਮ ਅਗਰ ਮੈਨੂੰ ਯਾਦ ਕਰਵਾ ਦੇਵੋਗੇ ਤਾਂ ਬਹੁਤ ਅੱਛਾ ਹੋਏਗਾ। ਹਵਾ। ਆਦਮ ਔਰ ਹਵਾ ਹਸਬੈਂਡ ਵਾਈਫ ਨੇ। ਪ੍ਰਭੂ ਜੀ ਕਹਿ ਰਹੇ ਨੇ ਫਲ ਨਹੀਂ ਖਾਣਾ, ਉਹ ਕਹਿੰਦੇ ਠੀਕ ਹੈ ਪ੍ਰਭੂ ਜੀ ਨਹੀਂ ਖਾਏਂਗੇ। ਜਿਵੇਂ ਹਰੇਕ ਐਤਵਾਰ ਮੈਂ ਕਹਿੰਦਾ ਪ੍ਰਾਰਥਨਾ ਕਰਨੀ, ਕੋਈ ਗੱਲ ਨਹੀਂ ਪਾਸਟਰ ਜੀ ਪ੍ਰਾਰਥਨਾ ਕਰਾਂਗੇ। ਫਾਸਟਿੰਗ ਕਰਨੀ, ਪਾਸਟਰ ਜੀ ਫਾਸਟਿੰਗ ਕਰਾਂਗੇ। ਬਾਈਬਲ, ਪਾਸਟਰ ਜੀ ਬਾਈਬਲ ਪੜਾਂਗੇ। ਫਾਸਟਿੰਗ ਰੱਖੀ ਸੀ ਪਾਸਟਰ ਜੀ 11 ਵਜੇ ਤੱਕ ਰੱਖੀ ਗਈ, ਮੇਰਾ ਬੀਪੀ ਘਟ ਗਿਆ। ਉਹ ਤੋਂ ਬਾਅਦ ਚੋਂ ਪ੍ਰਾਰਥਨਾ ਕੀਤੀ ਸੀ, ਕਰਨੀ ਸੀਗੀ ਪਾਸਟਰ ਜੀ, ਕੰਮ ਵਾਲਿਆਂ ਦਾ ਫੋਨ ਆ ਗਿਆ, ਰੋਟੀ ਬਣਾਉਣ ਦਾ ਸਮਾਂ ਹੋ ਗਿਆ, ਭੈਣਾਂ ਦੇ ਅਲੱਗ ਬਾਨੇ, ਭਰਾਵਾਂ ਦੇ ਅਲੱਗ ਬਾਨੇ। ਪ੍ਰਾਰਥਨਾ ਕੀਤੀ ਸੀ, ਹਾਂਜੀ ਕੀਤੀ ਸੀ ਪਾਸਟਰ ਜੀ, ਟਾਈਮ ਨਹੀਂ ਲੱਗਿਆ, ਪਰ ਸੌਣ ਲੱਗੇ ਕੀਤੀ ਸੀਗੀ। ਕੀ ਪ੍ਰਾਰਥਨਾ ਕੀਤੀ? ਪ੍ਰਭੂ ਜੀ ਸੁਪਨੇ 'ਚ ਗੱਲਬਾਤ ਕਰਨਾ, ਲਾਈਵ ਨਹੀਂ ਪ੍ਰਭੂ ਦੇ ਨਾਲ ਅਸੀਂ ਗੱਲ ਕਰਨੀ। ਪ੍ਰਭੂ ਜੀ ਤੁਹਾਡੇ ਸੁਪਨਿਆਂ ਦੇ ਵਿੱਚ ਆਉਣ, ਲਾਈਵ ਨਹੀਂ ਅਸੀਂ ਗੱਲ ਕਰਾਂਗੇ। ਆਦਮ ਤੇ ਹਵਾ ਵੀ ਬੜੇ ਅੱਛੇ ਨੇ, ਸਾਡੇ ਵਰਗੇ ਹੀ ਨੇ। ਕਹਿੰਦੇ ਪ੍ਰਭੂ ਜੀ ਠੀਕ ਹੈ ਫਲ ਨਹੀਂ ਖਾਵਾਂਗੇ। ਬਾਈਬਲ 'ਚ ਲਿਖਿਆ ਹਵਾ ਨੇ ਫਲ ਖਾ ਲਿਆ। ਹਵਾ ਨੇ ਫਲ ਖਾਧਾ। ਸ਼ੈਤਾਨ ਜੋ ਕਰਨਾ ਚਾਹੁੰਦਾ ਸੀ ਹੋਇਆ ਨਹੀਂ ਹੈ, ਉਹਦੀ ਯੋਜਨਾ ਫੁੱਲਫਿਲ ਨਹੀਂ ਹੋਈ। ਪਰ ਬਾਈਬਲ 'ਚ ਲਿਖਿਆ ਜਦੋਂ ਹਸਬੈਂਡ ਵੀ ਫਲ ਖਾਂਦਾ ਹੈ, ਸ਼ੈਤਾਨ ਦੀ ਯੋਜਨਾ ਪੂਰੀ ਹੋ ਜਾਂਦੀ ਹੈ। ਤਾਂ ਜੋ ਬਾਈਬਲ ਕਹਿੰਦੀ ਜਿੱਥੇ ਦੋ ਜਣੇ ਸਹਿਮਤ ਨੇ ਪ੍ਰਭੂ ਤੋਂ ਕੁਝ ਮੰਗਣਗੇ ਹੋ ਜਾਏਗਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਦੋ ਜਣਿਆਂ ਦੇ ਜੀਵਨ 'ਚ ਪ੍ਰਭੂ ਦੀ ਯੋਜਨਾ ਹੈ ਨਾ, ਤੇ ਜਦੋਂ ਦੋ ਜਣੇ ਸ਼ੈਤਾਨ ਦੇ ਨਾਲ ਸਹਿਮਤ ਹੋ ਜਾਂਦੇ ਨੇ, ਸ਼ੈਤਾਨ ਵੀ ਬਹੁਤ ਕੁਝ ਕਰ ਦਿੰਦਾ ਹੈਗਾ ਏ। ਉਸੇ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਜਦੋਂ ਪ੍ਰਭੂ ਦਾ ਵਚਨ ਸੁਣਨ ਵਾਲੇ ਹੋ, ਪ੍ਰਭੂ ਦੇ ਨਾਲ ਸਹਿਮਤ ਹੋ ਜਾਣਾ ਹੈ। ਆਮੀਨ। ਪ੍ਰਭੂ ਦੇ ਵੱਲ ਧਿਆਨ ਲਗਾਉਣਾ ਹੈ। ਇਹ ਗੱਲ ਯਾਦ ਰੱਖਿਓ, ਜੇ ਪਰਮੇਸ਼ਰ ਕਈ ਵਾਰੀ ਸਾਡਾ ਧਿਆਨ ਆਪਣੇ ਵੱਲ ਖਿੱਚਦੇ ਨੇ, ਸਮੱਸਿਆਵਾਂ ਆਪਣਾ ਧਿਆਨ ਕਈ ਵਾਰੀ ਸਾਡੇ ਵੱਲ ਖਿੱਚਦੀਆਂ ਨੇ, ਪਰ ਫੈਸਲਾ ਸਾਡਾ ਹੋਏਗਾ। ਪ੍ਰਭੂ ਦੇ ਵੱਲ ਵੇਖਣਾ ਹੈ ਜਾਂ ਸਮੱਸਿਆਵਾਂ ਦੇ ਵੱਲ ਵੇਖਣਾ ਹੈ? ਕਿੰਨੇ ਜਣੇ ਕਹਿੰਦੇ ਸਮੱਸਿਆ ਦੇ ਵੱਲ ਨਹੀਂ ਵੇਖਣਾ, ਪ੍ਰਭੂ ਦੇ ਵੱਲ ਵੇਖਣਾ ਹੈ? ਕਿੰਨੇ ਨੇ ਕਹਿੰਦੇ ਨੇ? ਦੋ ਤਰ੍ਹਾਂ ਦੀ ਕੈਟਾਗਰੀ ਹੈਗੀ ਅੱਜ ਕੱਲ ਦੇ ਸਮੇਂ ਦੇ ਵਿੱਚ, ਜਿਨ੍ਹਾਂ ਦੇ ਜੀਵਨ 'ਚ ਪ੍ਰਭੂ ਦੀ ਆਵਾਜ਼ ਨਹੀਂ ਹੈ। ਇੱਕ ਕੈਟਾਗਰੀ ਅਜਿਹੀ ਹੈ ਜਿਹੜੀ ਪ੍ਰਭੂ ਦੀ ਯੋਜਨਾ ਚੋਂ ਬਾਹਰ ਹੈਗੀ, ਉਹਨਾਂ ਦੇ ਜੀਵਨ 'ਚ ਵੀ ਪ੍ਰਭੂ ਦੀ ਆਵਾਜ਼ ਨਹੀਂ ਹੈ। ਇੱਕ ਕੈਟਾਗਰੀ ਅਜਿਹੀ ਆ, ਉਹ ਪ੍ਰਭੂ ਦੇ ਵਿੱਚ ਨੇ, ਉਹਨਾਂ ਦੇ ਜੀਵਨ ਦੇ ਵਿੱਚ ਵੀ ਆਵਾਜ਼ ਨਹੀਂ ਹੈ। ਜਿਹੜੇ ਤਾਂ ਪ੍ਰਭੂ ਤੋਂ ਬਾਹਰ ਨੇ, ਇੱਕ ਗੱਲ ਦੀ ਤਾਂ ਸ਼ੋਰਟੀ, ਅਗਰ ਉਹਨਾਂ ਦੇ ਜੀਵਨ 'ਚ ਆਵਾਜ਼ ਨਹੀਂ ਹੈ ਤਾਂ ਨਾਸ਼ ਦੇ ਵੱਲੋਂ ਜ਼ਰੂਰ ਜਾਣਗੇ। ਪਰ ਜਿਹੜੇ ਪ੍ਰਭੂ ਦੇ ਵਿੱਚ ਸਹੀ ਤਰੀਕੇ ਨਾਲ ਉਹਦੇ ਕੰਮ ਨੂੰ ਕਰਨ ਦੇ ਲਈ ਇੱਕ ਪ੍ਰੋਸੈਸ ਦੇ ਵਿੱਚ ਚੱਲਦੇ ਪਏ ਨੇ, ਉਹਨਾਂ ਦੇ ਜੀਵਨ 'ਚ ਆਵਾਜ਼ ਹਜੇ ਨਹੀਂ ਹੈ, ਲੇਕਿਨ ਜਦੋਂ ਆਵਾਜ਼ ਆਏਗੀ ਪਰਮੇਸ਼ਰ ਉਹਨਾਂ ਨੂੰ ਉੱਚਾ ਵੀ ਕਰੇਗਾ। ਅੱਗੇ ਜਾ ਕੇ ਜਦੋਂ ਵਚਨ ਸੁਣੋਗੇ ਤੁਹਾਨੂੰ ਪਤਾ ਲੱਗੇਗਾ। ਇੱਕ ਗੱਲ ਦਾ ਮੈਨੂੰ ਜਵਾਬ ਚਾਹੀਦਾ ਹੈ। ਮੈਂ ਹਰ ਵਾਰੀ ਇਹ ਸਵਾਲ ਪੁੱਛਦਾ ਹੈਗਾ, ਮੈਂ ਫੇਰ ਦੁਬਾਰਾ ਪੁੱਛਦਾ, ਕਿੰਨੇ ਜਣੇ ਜੋ ਪ੍ਰਭੂ ਦੇ ਘਰ ਦੇ ਵਿੱਚ ਵੜੇ ਨੇ, ਚਲਾਉਂਦੇ ਹੋਏ ਵੜੇ ਨੇ ਹਾਲੇਲੂਇਆ ਦੇ ਜਕਾਰਿਆਂ ਦੇ ਨਾਲ? ਹਾਲੇਲੂਇਆ। ਇਹ ਨਿਯਮ ਹੈ, ਇਹ ਬਾਈਬਲ ਦਾ ਨਿਯਮ ਹੈ, ਆਪਣੀ ਚਰਚ ਦਾ ਨਿਯਮ ਨਹੀਂ ਹੈ। ਬਾਈਬਲ 'ਚ ਲਿਖਿਆ ਜਦੋਂ ਪ੍ਰਭੂ ਦੇ ਘਰ ਦੇ ਵਿਹੜਿਆਂ ਦੇ ਵਿੱਚ ਆਓ, ਧੰਨਵਾਦ ਦੇ ਜਕਾਰਿਆਂ ਦੇ ਨਾਲ ਪ੍ਰਵੇਸ਼ ਕਰੋ। ਸ਼ੈਤਾਨ ਨੂੰ ਐਂਟਰ ਕਰਦੇ ਹੀ ਦੱਸ ਦਈਏ ਕਿ ਅੱਜ ਜਦੋਂ ਪ੍ਰਭੂ ਦੇ ਘਰ ਦੇ ਵਿੱਚ ਮੈਂ ਵੜਨ ਦੇ ਲਈ ਜਾ ਰਿਹਾ, ਐਂਟਰ ਕਰਨ ਦੇ ਲਈ ਜਾ ਰਿਹਾ, ਪ੍ਰਭੂ ਦੇ ਵਚਨ ਦੇ ਲਈ ਮੈਂ ਬਹੁਤ ਹੀ ਜ਼ਿਆਦਾ ਗੰਭੀਰ ਹਾਂ। ਸੋਚੋ ਬਾਈਬਲ 'ਚ ਲਿਖਿਆ ਜਦੋਂ ਵਿਹੜਿਆਂ 'ਚ ਹੀ ਐਂਟਰ ਕਰਦੇ ਨਾ, ਜਕਾਰਿਆਂ ਦੇ ਨਾਲ ਐਂਟਰ ਕਰੋ। ਤਿੰਨ ਜਗ੍ਹਾਵਾਂ ਸੀ ਪਰਮੇਸ਼ਰ ਦੇ ਘਰ ਦੇ ਵਿੱਚ, ਵਿਹੜਾ, ਬਾਹਰੀ ਆਂਗਣ, ਪਵਿੱਤਰ ਸਥਾਨ, ਅਤ ਪਵਿੱਤਰ ਸਥਾਨ। ਜਿਹੜਾ ਬਾਹਰੋਂ ਸਹੀ ਤਰੀਕੇ ਨਾਲ ਐਂਟਰ ਕਰੇਗਾ, ਘੱਟੋ ਘੱਟ ਅਤ ਪਵਿੱਤਰ ਸਥਾਨ ਤੱਕ ਉਹੀ ਵਿਅਕਤੀ ਜਾਏਗਾ। ਹਾਲੇਲੂਇਆ, ਹਾਲੇਲੂਇਆ। ਕਈ ਵਾਰੀ ਪ੍ਰਭੂ ਦੇ ਘਰ ਦੇ ਵਿੱਚ ਐਂਟਰੀ ਸਾਡੀ ਸਹੀ ਨਹੀਂ ਹੈਗੀ, ਐਂਟਰੀ ਅੱਛੀ ਨਹੀਂ ਹੈਗੀ, ਔਰ ਜਦੋਂ ਐਂਟਰੀ ਅੱਛੀ ਨਹੀਂ ਹੈਗੀ, ਅੱਗੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।
ਜਿਹੜੀ ਆਰਮੀ ਹੁੰਦੀ ਨਾ, ਮੈਂ ਹਮੇਸ਼ਾ ਕਹਿੰਦਾ ਤੁਸੀਂ ਆਪਣੇ ਆਪ ਨੂੰ ਛੋਟਾ ਨਾ ਸਮਝਿਆ ਕਰੋ। ਇਹ ਨਾ ਸੋਚਿਆ ਕਰੋ ਅਸੀਂ ਪੜ੍ਹੇ ਲਿਖੇ ਨਹੀਂ, ਪੈਸਾ ਨਹੀਂ ਹੈ, ਅੱਛੀ ਜੌਬ ਨਹੀਂ ਹੈ, ਪੈਸਾ ਜਾਂ ਕੁਝ ਵੀ ਤੁਹਾਡੇ ਵਿੱਚ ਤੁਸੀਂ ਕਈ ਵਾਰੀ ਲੱਭਦੇ ਆ ਤਾਂ ਕੁਝ ਬਿਹਤਰ ਤੁਹਾਨੂੰ ਲੱਭਦਾ ਨਹੀਂ। ਕਦੇ ਵੀ ਅਜਿਹਾ ਨਾ ਸੋਚਿਆ ਕਰੋ। ਤੁਸੀਂ ਪ੍ਰਭੂ ਦੀ ਆਰਮੀ ਹੋ। ਆਪਣੇ ਪੜੋਸੀ ਨੂੰ ਬੋਲੋ ਤੁਸੀਂ ਪ੍ਰਭੂ ਦੀ ਆਰਮੀ ਹੋ। ਜਿਹੜੇ ਆਰਮੀ ਵਾਲੇ ਹੁੰਦੇ ਨਾ ਤਾਂ ਮੋਢੇ ਸਿੱਟ ਕੇ ਤੁਰਦੇ ਆ ਤੇ ਨਾ ਹੀ ਪੈਰ ਭਾਰੇ ਕਰਕੇ ਤੁਰਦੇ ਆ। ਕਈ ਆਉਣਗੇ ਬੜੇ ਥੱਕੇ ਹੋਏ ਮੋਢਿਆਂ ਦੇ ਨਾਲ, ਜ਼ੁਬਾਨ ਦੇ ਸ਼ਬਦ ਬੜੇ ਥੱਕੇ ਨੇ, ਹਰ ਇੱਕ ਚੀਜ਼ 'ਚ ਥਕਾਵਟ ਨਜ਼ਰ ਆਉਂਦੀ ਹੈਗੀ ਆ। ਪਰ ਬਾਈਬਲ ਦੱਸਦੀ ਜਦੋਂ ਪ੍ਰਭੂ ਦੇ ਘਰ ਦੇ ਵਿੱਚ ਵੜਦੇ ਆ ਥਕਾਵਟ ਨਹੀਂ, ਧੰਨਵਾਦ ਨਜ਼ਰ ਆਉਣਾ ਚਾਹੀਦਾ ਹੈ। ਇੱਕ ਬੜੇ ਅੱਛੇ ਪ੍ਰਭੂ ਦੇ ਦਾਸ ਨੇ, ਉਹ ਦੱਸ ਰਹੇ ਸੀਗੇ ਇੱਕ ਵਿਅਕਤੀ ਹੈ ਪ੍ਰਾਰਥਨਾ ਦੇ ਲਈ, ਪਾਸਟਰ ਜੀ ਮੇਰੇ ਜੀਵਨ 'ਚ ਕੁਝ ਵੀ ਵਧੀਆ ਨਹੀਂ ਹੈਗਾ। ਉਹ ਸੁਣ ਰਹੇ ਸੀ, ਕਹਿੰਦੇ ਅੱਛਾ ਸਭ ਕੁਝ ਹੀ ਖਰਾਬ ਆ। 15-20 ਮਿੰਟ ਘੱਟੋ ਘੱਟ ਪ੍ਰਭੂ ਦੇ ਦਾਸ ਦੇ ਸਾਹਮਣੇ ਉਹ ਵਿਅਕਤੀ ਬੈਠਦਾ ਹੈ। 15-20 ਮਿੰਟ ਕੋਈ ਧੰਨਵਾਦ ਦੀ ਗੱਲ ਨਹੀਂ, ਕੋਈ ਅੱਛੀ ਗੱਲ ਨਹੀਂ। 15-20 ਮਿੰਟਾਂ ਬਾਅਦ ਉਹ ਵਿਅਕਤੀ ਬੋਲਦਾ ਹੈ, ਜੋ ਪ੍ਰਭੂ ਦਾ ਦਾਸ ਹੈ ਬੋਲਦਾ, ਕਹਿੰਦਾ ਓਕੇ ਇਹਦਾ ਮਤਲਬ ਤੇਰੀ ਲਾਈਫ 'ਚ ਕੁਝ ਵੀ ਅੱਛਾ ਨਹੀਂ। ਕਹਿੰਦਾ ਨਹੀਂ ਕੁਝ ਅੱਛਾ ਨਹੀਂ ਹੈਗਾ ਪਾਸਟਰ ਜੀ, ਸਭ ਕੁਝ ਖਰਾਬ ਹੈਗਾ ਏ, ਪ੍ਰਾਰਥਨਾ ਕਰ ਦਿਓ ਮੇਰੇ ਵਾਸਤੇ। ਕਹਿੰਦਾ ਮੈਂ ਪ੍ਰਾਰਥਨਾ ਕਰਦਾ ਪਰ ਪਹਿਲਾਂ ਕਾਪੀ ਪੈਨ ਚੱਕ ਤੇ ਕੁਝ ਲਿਖ, ਮੈਂ ਤੈਨੂੰ ਕੁਝ ਲਿਖਾਉਣਾ ਹੈਗਾ ਏ। ਕਹਿੰਦਾ ਲਿਖ। ਉਹਨੇ ਪੈਨ ਚੱਕਿਆ, ਲਿਖਣਾ ਸ਼ੁਰੂ ਕੀਤਾ। ਕਹਿੰਦਾ ਲਿਖ ਮੇਰੀ ਮਾਂ ਮਰ ਗਈ। ਉਹ ਕਹਿੰਦਾ ਪਾਸਟਰ ਜੀ ਮੇਰੀ ਮਾਂ ਜਿਉਂਦੀ ਹੈਗੀ ਜੀ, ਭਲੀ ਚੰਗੀ ਹੈਗੀ। ਕਹਿੰਦਾ ਅੱਛਾ ਹੈਗੀ ਆ ਤੇਰੀ ਮੰਮੀ, ਜਿਉਂਦੀ ਆ? ਹਾਂਜੀ। ਕਹਿੰਦਾ ਲਿਖ ਫਿਰ ਮੇਰੀ ਮਾਂ ਜਿਉਂਦੀ ਆ। ਪਾਸਟਰ ਕਹਿੰਦਾ ਮੈਨੂੰ ਬੜਾ ਦੁੱਖ ਹੋਇਆ ਸੁਣ ਕੇ ਤੇਰੇ ਡੈਡੀ ਦੀ ਡੈਥ ਹੋ ਗਈ। ਕਹਿੰਦਾ ਪਾਸਟਰ ਜੀ ਕੀ ਹੋ ਗਿਆ ਤੁਹਾਨੂੰ? ਮੇਰਾ ਡੈਡੀ ਵੀ ਜਿਉਂਦਾ ਹੈਗਾ। ਕਹਿੰਦਾ ਅੱਛਾ ਜਿਉਂਦਾ? ਕਹਿੰਦਾ ਲਿਖ। ਕਹਿੰਦਾ ਪਾਸਟਰ ਫਿਰ ਕਹਿੰਦਾ ਮੈਨੂੰ ਬੜਾ ਦੁੱਖ ਹੋਇਆ ਤੇਰੇ ਬੱਚੇ ਮਰ ਗਏ। ਕਹਿੰਦਾ ਪਾਸਟਰ ਜੀ ਥੋੜਾ ਦਿਮਾਗ ਖਰਾਬ ਹੋ ਗਿਆ, ਮੇਰੇ ਬੱਚੇ ਜਿਉਂਦੇ ਉਹਨਾਂ ਨੂੰ ਕੁਝ ਨਹੀਂ ਹੋਇਆ। ਕਹਿੰਦਾ ਓਕੇ ਓਕੇ ਸੌਰੀ। ਕਹਿੰਦਾ ਲਿਖ। ਸਾਰੀਆਂ ਗੱਲਾਂ ਜਦੋਂ ਲਿਖਵਾਤੀਆਂ ਨਾ, ਪਾਸਟਰ ਨੇ ਕਿਹਾ ਦੇਖ ਤੇਰੇ ਜੀਵਨ 'ਚ ਕਿੰਨੀਆਂ ਬਰਕਤਾਂ ਹੈਗੀਆਂ ਨੇ, ਤੂੰ ਇਹਨਾਂ ਦੇ ਲਈ ਕਦੇ ਪ੍ਰਭੂ ਦਾ ਧੰਨਵਾਦ ਕੀਤਾ ਹੈਗਾ? ਤੇਰਾ ਇਹਨਾਂ ਦੇ ਉੱਪਰ ਫੋਕਸ ਗਿਆ, ਜੋ ਨਹੀਂ ਹੈਗਾ ਤੇਰਾ ਧਿਆਨ ਸਭ ਤੋਂ ਵੱਧ ਉਹਨਾਂ ਗੱਲਾਂ ਦੇ ਉੱਪਰ ਹੈ। ਉਹ ਵਿਅਕਤੀ ਦੀ ਬੁੱਧੀ ਖੁੱਲ ਗਈ। ਉਹਨੂੰ ਪਤਾ ਲੱਗਿਆ ਵੀ ਜਿਹੜੀਆਂ ਚੀਜ਼ਾਂ ਘੱਟੋ ਘੱਟ ਮੇਰੇ ਕੋਲ ਨੇ ਇਹ ਕੋਈ ਨਾਰਮਲ ਗੱਲ ਨਹੀਂ ਹੈ, ਇਹ ਪਰਮੇਸ਼ਰ ਦੀ ਦਇਆ, ਪ੍ਰਭੂ ਦੀ ਬਰਕਤ ਹੈ। ਕਈ ਵਾਰੀ ਸਾਡਾ ਧਿਆਨ ਪਰਮੇਸ਼ਰ ਦੀ ਬਰਕਤ ਦੇ ਵੱਲ ਨਹੀਂ ਜਾਂਦਾ। ਇੱਕ ਛੋਟੀ ਚੀਜ਼ ਆ ਉਹ ਤੇ ਨਹੀਂ, ਅਗਰ ਉਹ ਸਾਡੇ ਜੀਵਨ 'ਚ ਨਹੀਂ ਨਾ ਹੈਗੀ, ਸਾਡਾ ਧਿਆਨ ਉੱਤੇ ਬਣਿਆ ਰਹਿੰਦਾ ਹੈਗਾ ਵੀ ਪ੍ਰਭੂ ਜੀ ਆ ਕਿਉਂ ਨਹੀਂ ਹੈਗਾ ਮੇਰੇ ਜੀਵਨ 'ਚ, ਜੋ ਹੈਗਾ ਨਾ ਉਹਦੇ ਲਈ ਧੰਨਵਾਦੀ ਹੋਈਏ, ਪਰਮੇਸ਼ਰ ਵਧਾਏਗਾ ਵੀ। ਆਮੀਨ। ਕਿੰਨੇ ਜਣੇ ਕਹਿੰਦੇ ਨੇ ਕਿ ਹਾਂ ਮੈਂ ਬਲੈਸ ਹੈਗਾ ਏ। ਆਪਣੀ ਬਾਈਬਲ ਨੂੰ ਸਭ ਜਣ ਉੱਪਰ ਉਠਾਓ। ਜਿਹਨਾਂ ਕੋ ਬਾਈਬਲ, ਆਪਣੀ ਬਾਈਬਲ ਉੱਪਰ ਉਠਾਓ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ। ਆਪਣੀ ਬਾਈਬਲ ਨੂੰ ਜਦੋਂ ਉੱਪਰ ਉਠਾਉਂਦੇ ਹੋ ਬੋਲੋ ਪਰਮੇਸ਼ਰ ਇਹ ਕਿਸੇ ਮਨੁੱਖ ਦਾ ਵਚਨ ਨਹੀਂ ਹੈ, ਇਹ ਤੁਹਾਡਾ ਵਚਨ ਹੈ ਪ੍ਰਭੂ ਜੀ। ਇਹਦੇ ਵਿੱਚ ਜੋ ਕੁਝ ਵੀ ਲਿਖਿਆ ਹੈ ਉਹ ਮੇਰੇ ਲਈ ਲਿਖਿਆ ਹੋਇਆ ਹੈ ਪ੍ਰਭੂ ਜੀ। ਇਹ 'ਚ ਜੋ ਕੁਝ ਵੀ ਲਿਖਿਆ ਹੈ ਉਹ ਝੂਠ ਨਹੀਂ ਹੈ ਮੇਰੇ ਪਰਮੇਸ਼ਰ, ਉਹ ਸੱਚ ਹੈ ਮੇਰੇ ਪ੍ਰਭੂ ਜੀ, ਔਰ ਮੇਰੇ ਲਈ ਹੈ ਮੇਰੇ ਪਰਮੇਸ਼ਰ। ਮੇਰੀ ਐਜੂਕੇਸ਼ਨ ਕੀ ਹੈ ਉਹਦੇ ਨਾਲ ਫਰਕ ਨਹੀਂ ਪੈਂਦਾ। ਮੇਰੇ ਹਾਲਾਤ ਕਿੰਨੇ ਖਰਾਬ ਨੇ ਇਹਦੇ ਨਾਲ ਵੀ ਫਰਕ ਨਹੀਂ ਪੈਂਦਾ। ਹਾਲਾਤ ਕਿੰਨੇ ਖਰਾਬ ਨੇ ਉਹਦੇ ਨਾਲ ਵੀ ਫਰਕ ਨਹੀਂ। ਮੇਰੇ ਕੋਲ ਅੱਛੀ ਜੌਬ ਹੈ ਜਾਂ ਨਹੀਂ ਹੈ ਇਹਦੇ ਨਾਲ ਵੀ ਫਰਕ ਨਹੀਂ ਪੈਂਦਾ। ਮੇਰੀ ਪੜ੍ਹਾਈ ਲਿਖਾਈ ਕਿੰਨੀ ਹੈ ਉਹਦੇ ਨਾਲ ਫਰਕ ਨਹੀਂ ਪੈਂਦਾ। ਉਹਦੇ ਨਾਲ ਫਰਕ ਨਹੀਂ ਪੈਂਦਾ। ਮੇਰੀ ਜੇਬ 'ਚ ਕਿੰਨੇ ਪੈਸੇ ਹਨ ਉਹਦੇ ਨਾਲ ਫਰਕ ਨਹੀਂ ਪੈਂਦਾ। ਜੇਬ 'ਚ ਕਿੰਨੇ ਪੈਸੇ ਉਹਦੇ ਨਾਲ ਫਰਕ। ਲੇਕਿਨ ਮੇਰੇ ਪਰਮੇਸ਼ਰ, ਜੋ ਤੁਹਾਡਾ ਤੁਹਾਡਾ ਵਚਨ ਕਹਿੰਦਾ ਹੈ, ਤੁਹਾਡਾ ਵਚਨ ਕਹਿੰਦਾ ਹੈ, ਉਹਦੇ ਨਾਲ ਮੈਨੂੰ ਫਰਕ ਪੈਂਦਾ। ਉਹਦੇ ਨਾਲ ਮੈਨੂੰ ਫਰਕ ਪੈਂਦਾ। ਔਰ ਤੁਹਾਡਾ ਵਚਨ ਮੇਰੇ ਲਈ ਵੱਡੀਆਂ ਔਰ ਮਹਾਨ ਗੱਲਾਂ ਨੂੰ ਕਹਿੰਦਾ ਹੈ, ਔਰ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪ੍ਰਭੂ ਜੀ। ਔਰ ਅੱਜ ਜਦੋਂ ਮੈਂ ਤੁਹਾਡੇ ਵਚਨ ਨੂੰ ਸੁਣਨਾ ਹੈ ਮੇਰੇ ਪਰਮੇਸ਼ਰ, ਇਹ ਸਧਾਰਨ ਵਚਨ ਨਹੀਂ ਹੈ, ਇਹ ਭਵਿੱਖਬਾਣੀ ਹੈ ਮੇਰੇ ਲਈ ਮੇਰੇ ਪਿਤਾ। ਔਰ ਮੈਂ ਵਿਸ਼ਵਾਸ ਕਰਦਾ ਹਾਂ ਅੱਜ ਦਾ ਜਦੋਂ ਵਚਨ ਮੈਂ ਸੁਣਨਾ ਹੈ ਮੇਰੇ ਜੀਵਨ ਦੇ ਵਿੱਚ ਤੁਹਾਡੇ ਵਚਨ ਦੇ ਅਨੁਸਾਰ ਹੀ ਹੋਏਗਾ। ਪ੍ਰਭੂ ਯਿਸੂ ਮਸੀਹ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। और प्रभु दिलों को चर्च बोलना आमीन आमीन आमीन। हालेलुया हालेलुया हालेलुया। पूरी ताकत ना हालेलुया बोल सकते हो। हालेलुया। ਹੁਣ ਮੈਨੂੰ ਦੱਸੋ ਦੁਬਾਰਾ ਕਿੰਨੇ ਜਣੇ ਸੱਚੀ ਮੁੱਚੀ ਖੁਸ਼ ਹੈਗੇ ਨੇ? ਹਾਲੇਲੂਇਆ। ਕਿੰਨੇ ਜਣੇ ਕਹਿੰਦੇ ਕਿ ਐਤਵਾਰ ਛੁੱਟੀ ਹੁੰਦੀ, ਬਾਕੀ 6 ਦਿਨ ਕੰਮ ਹੁੰਦਾ? ਕਿੰਨੇ ਜਣੇ ਕਹਿੰਦੇ ਨੇ ਬਾਕੀ 6 ਦਿਨ ਆਪਾਂ ਕੰਮ ਕਰਦੇ, ਐਤਵਾਰ ਦੀ ਛੁੱਟੀ ਹੁੰਦੀ ਕਿ ਨਹੀਂ ਹੁੰਦੀ? ਕੀ ਐਤਵਾਰ ਨੂੰ ਅਸੀਂ ਬ੍ਰਸ਼ ਕਰਦੇ ਜਾਂ ਨਹੀਂ ਕਰਦੇਗੇ? ਤੇ ਫਿਰ ਉਹਦੇ ਚਿਹਰਿਆਂ ਦੇ ਉੱਪਰ ਸਮਾਈਲ ਕਿਉਂ ਨਹੀਂ ਹੈ? ਕਿੰਨੇ ਜਣੇ ਖੁਸ਼ ਹੈਗੇ ਨੇ? ਕੱਲੇ ਹੱਥ ਲੱਗਣਾ ਦੱਸਿਆ ਕਿ ਤੁਹਾਡੇ ਚਿਹਰੇ, ਤੁਹਾਡੇ ਦੰਦ ਘੱਟੋ ਘੱਟ ਨਜ਼ਰ ਆਉਣੇ ਚਾਹੀਦੇ। ਪ੍ਰਭੂ ਦਾ ਧੰਨਵਾਦ ਕਰੋ, ਤੁਹਾਡੇ ਦੰਦ ਸਲਾਮਤ ਹੈਗੇ ਨੇ। ਤੁਸੀਂ ਇਹਦੇ ਲਈ ਵੀ ਧੰਨਵਾਦ ਕਰ ਸਕਦੇ ਹੋ ਪਰਮੇਸ਼ਰ ਦਾ। ਨਿੱਕੀ ਤੋਂ ਨਿੱਕੀ ਗੱਲ ਦੇ ਲਈ ਪ੍ਰਭੂ ਨੂੰ ਧੰਨਵਾਦ ਕਰਨਾ ਜ਼ਰੂਰੀ ਹੈ। ਇੱਕ ਛੋਟਾ ਜਿਹਾ ਕਲਿੱਪ ਕਿਸੇ ਨੇ ਮੈਨੂੰ ਭੇਜਿਆ, ਬੜਾ ਅੱਛਾ ਸੀ।
ਉਹ ਕੋਈ ਗੱਲ ਕਰ ਰਹੇ ਸੀ ਕਿਸੇ ਵਿਸ਼ੇ ਦੇ ਉੱਪਰ, ਧਿਆਨ ਦੇ ਨਾਲ ਸੁਣ ਲਈਏ। ਇਸ ਤੋਂ ਪਹਿਲਾਂ ਕਿ ਵਚਨ ਦੇ ਵਿੱਚ ਆਈਏ, ਕਿਸੇ ਮੋਬਾਈਲ ਕੰਪਨੀ ਦੀ ਐਗਜ਼ਾਮਪਲ ਦੇ ਰਹੇ ਸੀ। ਮੋਬਾਈਲ ਕੰਪਨੀ ਪੂਰੀ ਮਾਰਕੀਟ ਦੇ ਉੱਪਰ ਉਹਦਾ ਕਬਜ਼ਾ ਸੀ 97%। ਜੇ 100 ਮੋਬਾਈਲ ਹੈਗੇ ਨਾ ਦੁਨੀਆ ਦੇ ਵਿੱਚ ਤਾਂ 97 ਉਹਨਾਂ ਦੇ ਹੁੰਦੇ ਸੀਗੇ। ਨੋਕੀਆ ਨਾਮ ਦੀ ਕੰਪਨੀ ਸੀ ਉਹ। ਚੜਾਈ ਹੈ ਜੀ ਸਾਡੀ, ਸਾਰੀ ਮਾਰਕੀਟ 'ਚ ਸਾਡੇ ਮੋਬਾਈਲ ਨੇ। ਦੂਸਰੀਆਂ ਕੰਪਨੀਆਂ ਨੇ ਵੀ ਐਂਟਰ ਕੀਤਾ, ਮੋਬਾਈਲ ਵਾਲੀਆਂ ਦੂਸਰੀਆਂ ਕੰਪਨੀਆਂ ਵੀ ਆਈਆਂ। ਸੈਮਸੰਗ ਨਾਮ ਦੀ ਇੱਕ ਕੰਪਨੀ ਆਈ, ਸਾਰਿਆਂ ਨਾਲੋਂ ਵੱਧ ਨਾਮ ਹੈਗਾ ਨੋਕੀਆ ਦਾ। ਸੈਮਸੰਗ ਵਾਲਿਆਂ ਨੇ ਥੋੜਾ ਜਿਹਾ ਜ਼ਿਆਦਾ ਵਰਕ ਕਰਨਾ ਸ਼ੁਰੂ ਕੀਤਾ। ਨੋਕੀਆ ਵਾਲੇ ਕਹਿੰਦੇ ਸਾਡੀ ਵੈਸੇ ਚੜਾਈ ਆ, ਸਾਨੂੰ ਵਰਕ ਕਰਨ ਦੀ ਕੀ ਲੋੜ ਆ। 100 ਦੇ ਵਿੱਚੋਂ 97 ਮੋਬਾਈਲ ਸਾਡੇ ਆ ਕਿ ਕੋਈ ਟੈਨਸ਼ਨ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਸੈਮਸੰਗ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ, ਅੱਜ ਅਗਰ ਸਾਡੇ ਕੋਲ ਕੁਝ ਨਹੀਂ ਹੈਗਾ, ਆਪਾਂ ਮਿਹਨਤ ਜ਼ਿਆਦਾ ਕਰਨੀ ਆ। ਨੋਕੀਆ ਵਾਲੇ ਕਹਿੰਦੇ ਅਸੀਂ ਮਿਹਨਤ ਕਰ ਲਈ, ਹੁਣ ਅਸੀਂ ਟੌਰ ਨਾਲ ਬੈਠੇ ਆ, ਓਕੇ ਨੋ ਪ੍ਰੋਬਲਮ। ਸੈਮਸੰਗ ਵਾਲੇ ਨੇ ਵਰਕ ਕਰਦੇ ਕਰਦੇ ਨਾ ਕਹਿੰਦੇ ਫੋਨ ਦੇ ਵਿੱਚ ਕੈਮਰਾ ਪਾਤਾ ਉਹਨਾਂ ਨੇ। ਕੈਮਰਾ ਪਾ ਕੇ ਉਹਨਾਂ ਨੇ ਵਰਕ ਕਰਨਾ ਸ਼ੁਰੂ ਕੀਤਾ। ਨੋਕੀਆ ਵਾਲਿਆਂ ਕੋਲ ਨਿਊਜ਼ ਗਈ, ਕਹਿੰਦੇ ਜੀ ਸੈਮਸੰਗ ਵਾਲੇ ਫੋਨ ਦੇ ਵਿੱਚ ਕੈਮਰਾ ਲਗਾ ਰਹੇ ਹੈਗੇ ਨੇ। ਕਹਿੰਦੇ ਐਵੇਂ ਫਾਲਤੂ ਦੀਆਂ ਗੱਲਾਂ ਹੈਗੀਆਂ, ਕੁਝ ਨਹੀਂ ਹੋਣਾ, ਇਹਨਾਂ ਨੇ ਫੇਲ ਹੋ ਜਾਣਾ ਹੈਗਾ। ਸੈਮਸੰਗ ਵਾਲੇ ਨੇ ਫੋਨ ਦੇ ਵਿੱਚ ਕੈਮਰਾ ਪਾ ਦਿੱਤਾ। ਨੋਕੀਆ ਦਾ ਕਹਿਣਾ ਸੀ, ਕਹਿੰਦੇ ਕੈਮਰੇ ਫੋਨ ਦੇ ਨਾਲ ਫੋਟੋਆਂ ਕੌਣ ਖਿੱਚਦਾ ਹੈ, ਗੱਲ ਕਰਨ ਵਾਸਤੇ ਹੈਗਾ ਫੋਨ, ਇਹਦੇ ਨਾਲ ਫੋਟੋਆਂ ਕੌਣ ਖਿੱਚਦਾ ਹੈਗਾ। ਨੋਕੀਆ ਵਾਲੇ ਦੱਸਦੇ, ਇਹ ਧਿਆਨ ਦੇ ਨਾਲ ਸੁਣੀਏ ਗੱਲ, ਇਹ ਸਾਡੇ ਸਿੱਖਣ ਦੇ ਲਈ ਹੈ। ਨੋਕੀਆ ਦਾ ਜੋ ਮੇਨ ਵਿਅਕਤੀ ਹੈ ਉਹ ਕਹਿੰਦਾ ਅਸੀਂ ਲਾਪਰਵਾਹੀ ਦੇ ਤੌਰ ਤੇ ਇਸ ਗੱਲ ਨੂੰ ਲਿਆ, ਆਪਣੇ ਆਪ ਨੂੰ ਅਪਡੇਟ ਨਹੀਂ ਕੀਤਾ। ਸੈਮਸੰਗ ਵਾਲਿਆਂ ਨੇ ਫੋਨ ਆਪਣੇ ਬਿਹਤਰ ਬਣਾਏ, ਸਾਡੀ ਮਾਰਕੀਟ ਵੈਲਿਊ ਡਾਊਨ ਹੋ ਗਈ ਔਰ ਨੋਕੀਆ ਕੰਪਨੀ ਬਿਲਕੁਲ ਖਤਮ ਹੋ ਗਈ। ਕਈ ਵਾਰੀ ਅਸੀਂ ਪਤਾ ਕੀ ਕਰਦੇ ਗਏ, ਇੱਕ ਗਵਾਹੀ ਸਾਡੇ ਜੀਵਨ ਚ ਆਉਂਦੀ ਹੈਗੀ, ਇੱਕ ਗੁੱਡ ਨਿਊਜ਼ ਸੁਣਦੇ ਆ, ਸਾਡਾ ਫੋਕਸ ਪਰਮੇਸ਼ਰ ਤੋਂ ਹਟ ਜਾਂਦਾ ਹੈ। ਪਹਿਲਾਂ ਸਮੱਸਿਆ ਦੇ ਮਾਰੇ ਨੀਂਦ ਨਹੀਂ ਆਉਂਦੀ ਸੀ, ਅੱਜ ਜਦੋਂ ਕਈ ਵਾਰੀ ਪਰਮੇਸ਼ਰ ਗਵਾਹੀ ਦੇ ਦਿੰਦੇ ਨੇ, ਸਮੱਸਿਆ ਨੂੰ ਦੂਰ ਕਰ ਦਿੰਦੇ ਨੇ, ਫਿਰ ਸਾਡੀ ਜਾਗ ਹੀ ਨਹੀਂ ਖੁੱਲਦੀ। ਕੋਈ ਪ੍ਰਾਰਥਨਾ ਦੇ ਲਈ ਸਮੇਂ ਨਹੀਂ, ਕੋਈ ਧੰਨਵਾਦੀ ਨਹੀਂ, ਅਪਡੇਟ ਨਹੀਂ ਕਰਦੇ ਪ੍ਰਤੀ ਦਿਨ ਆਪਣੇ ਆਪ ਨੂੰ। ਜੇ ਬਾਈਬਲ ਦੇ ਵਿੱਚ ਲਿਖਿਆ ਹੈ, ਜ਼ਬੂਰਾਂ ਦੇ ਵਿੱਚ ਲਿਖਿਆ ਆਓ ਇੱਕ ਨਵਾਂ ਗੀਤ ਪ੍ਰਭੂ ਲਈ ਗਾਈਏ, ਉਹ ਐਵੇਂ ਨਹੀਂ ਲਿਖਿਆ। ਪ੍ਰਭੂ ਪ੍ਰਤੀ ਦਿਨ ਨਵੀਆਂ ਨਵੀਆਂ ਗੱਲਾਂ ਸਾਡੇ ਜੀਵਨ 'ਚ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਅਸੀਂ ਪਰਮੇਸ਼ਰ ਦੇ ਸਾਹਮਣੇ ਨਵੇਂ ਬਣ ਕੇ ਕਦੇ ਜਾਂਦੇ ਹੀ ਨਹੀਂ। ਇੱਕ ਗੱਲ ਹੁੰਦੀ ਆ ਜੋ ਗਵਾਹੀ ਵਾਲੀ ਪਰਮੇਸ਼ਰ ਸਾਡੇ ਜੀਵਨ 'ਚ ਪ੍ਰਗਟ ਕਰਦੇ, ਉਸ ਤੋਂ ਬਾਅਦ 'ਚੋਂ ਆਪਾਂ ਛੁੱਟੀ ਤੇ ਚਲੇ ਜਾਂਦੇ ਆ। ਸਮੱਸਿਆ ਨੂੰ ਵੱਡਾ ਸਮਝਦੇ ਆ, ਜਾਗਦੇ ਰਹਿੰਦੇ ਆ, ਸਾਰੀ ਰਾਤ ਸੌਂਦੇ ਨਹੀਂ ਸਮੱਸਿਆ ਨੂੰ ਯਾਦ ਕਰ ਕਰ, ਤੇ ਪਰਮੇਸ਼ਰ ਇੱਕ ਭਲਾਈ ਪ੍ਰਗਟ ਕਰਦਾ, ਸਭ ਭੁੱਲ ਜਾਂਦੇ ਆ, ਨਾ ਪ੍ਰਾਰਥਨਾ ਨਾ ਕੁਝ ਹੋਰ ਪਰਮੇਸ਼ਰ ਦੇ ਲਈ। ਕਿੰਨੇ ਜਣੇ ਚਾਹੁੰਦੇ ਕਿ ਮੈਂ ਨੋਕੀਆ ਵਰਗਾ ਨਹੀਂ ਬਣਨਾ ਚਾਹੁੰਦਾ ਪ੍ਰਭੂ ਜੀ, ਮੈਂ ਵਧਣਾ ਚਾਹੁੰਦਾ ਪ੍ਰਭੂ ਜੀ। ਯਿਸੂ ਮਸੀਹ ਕਹਿੰਦੇ ਸੀ ਮੈਂ ਆਪਣਾ ਆਤਮਾ ਦੇਵਾਂਗਾ, ਮੇਰੀਆਂ ਗੱਲਾਂ ਤੁਹਾਨੂੰ ਯਾਦ ਕਰਵਾਏਗਾ। ਇਹ ਵਚਨ ਉਹਦੀਆਂ ਗੱਲਾਂ ਨੇ, ਅੰਦਰ ਵਚਨ ਹੀ ਨਹੀਂ ਹੋਏਗਾ ਤੇ ਪਵਿੱਤਰ ਆਤਮਾ ਯਾਦ ਕੀ ਕਰਵਾਏਗਾ। ਹਾਲੇਲੂਇਆ। ਉਤਪਤੀ ਕਿਤਾਬ ਦੇ ਵਿੱਚ ਅਸੀਂ ਜਾਵਾਂਗੇ, 5ਵਾਂ ਅਧਿਆਇ 32 ਆਇਤ। ਇਹ ਵਚਨ ਬੜੇ ਵਾਰੀ ਸੁਣਿਆ ਹੋਣਾ ਤੁਸੀਂ। ਉਤਪਤ 5वां अध्याय 32 आयत मैं तुम्हारे सामने पढ़ने वाला है। और नूह 500 वर्ष का हुआ और नूह से शेम और हाम और यपेत का जन्म हुआ। हालेलुया हालेलुया। 6वें अध्याय ਦੇ ਵਿੱਚ ਅਸੀਂ ਜਾਵਾਂਗੇ। फिर जब मनुष्य भूमि के ऊपर बहुत बढ़ने लगे और उनके बेटे बेटियां उत्पन्न हुए, तब परमेश्वर के पुत्रों ने मनुष्य की पुत्रियों को देखा कि वह सुंदर है और उन्होंने जिसको चाहा उनसे विवाह कर लिया। तब यहोवा ने कहा मेरा आत्मा मनुष्य से सदा लौ विवाद करता न रहेगा, क्योंकि मनुष्य भी शरीर ही है और उसकी आयु 120 वर्ष की होगी। उन दिनों में पृथ्वी पर दानव रहते थे। और इसके पश्चात जब परमेश्वर के पुत्र मनुष्य की पुत्री के पास गए, तब उनके द्वारा जो पुत्र उत्पन्न हुए वे शूरवीर थे और उनकी कीर्ति प्राचीन काल से प्रचलित है। आमीन। हालेलुया। हालेलुया। सब जन अपने हाथ उठाओ और बोलो परमेश्वर मेरे सोच, मेरे विचार, मेरी बुद्धि ਤੁਹਾਡੇ ਆਤਮਾ ਦੇ ਨਿਯੰਤਰਣ ਦੇ ਵਿੱਚ ਮੈਂ ਦੇ ਦਿੰਦਾ ਹਾਂ। ਮੇਰੇ ਪਰਮੇਸ਼ਰ ਅੱਜ ਦਾ ਵਚਨ ਜਦ ਮੇਰੇ ਜੀਵਨ 'ਚ ਖੁੱਲੇ ਤਾਂ ਮੇਰੇ ਜੀਵਨ ਦੇ ਵਿੱਚ ਚਾਨਣ ਹੋਏ ਮੇਰੇ ਪਰਮੇਸ਼ਰ, ਔਰ ਮੈਂ ਸਮਝ ਨੂੰ ਪ੍ਰਾਪਤ ਕਰਾਂ ਪਿਤਾ ਪ੍ਰਭੂ ਯਿਸੂ ਮਸੀਹ ਨਾਮ 'ਚ। ਹਾਲੇਲੂਇਆ। ਤੁਸੀਂ ਬੈਠ ਸਕਦੇ ਹੋ। ਬੜੀ ਵਾਰੀ ਤੁਸੀਂ ਵਚਨ ਸੁਣਿਆ ਹੋਏਗਾ
ਕਈ ਵਾਰੀ ਮੈਂ ਵੀ ਵਚਨ ਦੱਸਿਆ ਗਾਏ, ਅੱਜ ਫਿਰ ਇੱਥੋਂ ਹੀ ਸਿੱਖਣਾ ਹੈ। ਬਾਈਬਲ ਦੇ ਵਿੱਚ ਲਿਖਿਆ ਨੂਹ ਦੀ ਇੱਕ ਸਟੋਰੀ ਹੈ। ਨੂਹ ਦੇ 3 ਬੱਚੇ ਹੋਏ ਨੇ। ਬਾਈਬਲ ਦੇ ਵਿੱਚ ਲਿਖਿਆ ਹੈ ਉਹਨਾਂ ਦਿਨਾਂ ਦੇ ਵਿੱਚ ਪਰਮੇਸ਼ਰ ਦੇ ਪੁੱਤਰ ਸਵਰਗਦੂਤਾਂ ਨੂੰ ਕਿਹਾ ਗਿਆ ਹੈ। ਇਹ ਬੜਾ ਅੱਛਾ ਸਬਜੈਕਟ ਹੈਗਾ ਪਰ ਇੱਧਰ ਆਪਾਂ ਜਾਣਾ ਨਹੀਂ ਹੈ। ਕਹਿੰਦੇ ਮਨੁੱਖ ਦੀਆਂ ਪੁੱਤਰੀਆਂ ਦੇ ਕੋਲ ਸਵਰਗਦੂਤ ਗਏ ਨੇ, ਬੱਚੇ ਪੈਦਾ ਹੋਏ ਨੇ। ਉਹ ਸ਼ੂਰਵੀਰ ਸੀਗੇ। ਸ਼ੂਰਵੀਰ ਮਤਲਬ ਦਾਨਵ ਸੀਗੇ, ਕੱਦ ਬੜੇ ਵੱਡੇ ਵੱਡੇ ਹੁੰਦੇ ਸੀ। ਔਰ ਬਾਈਬਲ 'ਚ ਲਿਖਿਆ ਉਹ ਧਰਤੀ ਦੇ ਉਸ ਦਿਨ ਉਹਨਾਂ ਦਿਨਾਂ 'ਚ ਬੜੇ ਵੱਧਦੇ ਪਏ ਸੀ, ਬੜੀ ਸਪੀਡ ਨਾਲ ਵੱਧ ਰਹੇ ਸੀਗੇ। ਧਰਤੀ ਦੇ ਉੱਪਰ ਉਹਨਾਂ ਦੀ ਵਧਣ ਦੀ ਸਪੀਡ ਹੀ ਬੜੀ ਜ਼ਬਰਦਸਤ ਹੈਗੀ ਆ। ਪਰ ਬਾਈਬਲ 'ਚ ਇਹ ਵੀ ਲਿਖਿਆ ਧਰਤੀ ਦੇ ਉੱਪਰ ਪਾਪ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ, ਧਰਤੀ ਕਰਪਟ ਹੋ ਚੁੱਕੀ ਸੀਗੀ। ਕਿੰਨੇ ਜਣੇ ਚਾਹੁੰਦੇ ਅਸੀਂ ਵੀ ਵਧਣਾ ਚਾਹੁੰਦੇ ਆ ਪ੍ਰਭੂ ਜੀ? ਗੁੱਡ, ਪਰਮੇਸ਼ਰ ਤੁਹਾਨੂੰ ਵੀ ਵਧਾਵੇ। ਬਾਈਬਲ ਦੇ ਵਿੱਚ ਲਿਖਿਆ ਹੈਗਾ ਹੈ ਜਦੋਂ ਪਾਪ ਬਹੁਤ ਵੱਧ ਗਿਆ ਹੈਗਾ ਹੈ, ਪ੍ਰਭੂ ਧਰਤੀ ਦੇ ਉੱਪਰ ਜਲ ਪ੍ਰਲਯ ਲੈ ਕੇ ਆਉਣ ਵਾਲਾ ਹੈਗਾ ਹੈ। ਔਰ ਪ੍ਰਭੂ ਦੀ ਯੋਜਨਾ ਹੈਗੀ ਕਿ ਧਰਤੀ ਦੇ ਉੱਪਰ ਜਿੰਨੇ ਵੀ ਜੀਵ ਜੰਤੂ ਹੈਗੇ ਨੇ, ਜਿੰਨੇ ਵੀ ਮਨੁੱਖ ਹੈਗੇ ਨੇ, ਪਾਪ ਦੇ ਵਿੱਚ ਫਸੇ ਹੋਏ ਨੇ, ਪਰਮੇਸ਼ਰ ਸਾਰਿਆਂ ਨੂੰ ਮਾਰ ਦੇਣਾ ਚਾਹੁੰਦਾ ਹੈਗਾ ਹੈ। ਔਰ ਪ੍ਰਭੂ ਨੇ ਬਾਈਬਲ 'ਚ ਲਿਖਿਆ ਕਿ ਵਿਅਕਤੀ ਦਾ ਚੁਣਾਵ ਕੀਤਾ, ਉਹਦਾ ਨਾਮ ਨੂਹ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਜਦੋਂ ਨੂਹ ਨੂੰ ਚੁਣਿਆ ਜਾਂਦਾ ਹੈ, ਪਰਮੇਸ਼ਰ ਨੇ ਕਿਹਾ ਹੈਗਾ ਹੈ ਨੂਹ ਨੂੰ ਕਿ ਨੂਹ ਤੋਂ ਇੱਕ ਜਹਾਜ਼ ਬਣਾਉਣਾ ਹੈਗਾ ਹੈ। ਮੈਂ ਸਾਰੇ ਜੀਵ ਜੰਤੂਆਂ ਨੂੰ ਮਾਰਨ ਵਾਲਾ ਹੈਗਾ ਹੈ, ਸਾਰੇ ਮਨੁੱਖ ਜਾਤੀ ਨੂੰ ਮੈਂ ਮਾਰਨ ਵਾਲਾ ਹੈਗਾ ਹੈ, ਕਿਉਂਕਿ ਉਹਨਾਂ ਦਾ ਪਾਪ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਹੈ। ਤੈਨੂੰ ਔਰ ਤੇਰੇ ਘਰਾਣੇ ਨੂੰ ਮੈਂ ਬਚਾਊਂਗਾ ਕਿਉਂਕਿ ਤੁਸੀਂ ਮੇਰੀ ਨਜ਼ਰ ਦੇ ਵਿੱਚ ਧਰਮੀ ਹੋ। ਹੁਣ ਇੱਕ ਵਚਨ ਮੈਂ ਤੁਹਾਡੇ ਸਾਹਮਣੇ ਪੜ੍ਹਨ ਵਾਲਾ, ਬੜੇ ਧਿਆਨ ਦੇ ਨਾਲ ਸੁਣੀਏ। 6ਵਾਂ ਅਧਿਆय ਉਹਦੀ 18 ਤੋਂ। परंतु तेरे संग मैं वाचा बांधता हूं, इसलिए तू अपने पुत्रों, स्त्री और बहुओं समेत जहाज में प्रवेश करना, और सब जीवित प्राणियों में से तू एक एक जाति के 2-2 अर्थात एक नर और एक मादा जहाज में ले जाकर अपने साथ जीवित रखना। एक एक जाति के पक्षी और एक एक जाति के पशु और एक एक जाति के भूमि पर रेंगने वाले सब में से 2-2 तेरे पास आएंगे कि तू उनको जीवित रखे, और भांति भांति का भोज्य पदार्थ जो खाया जाता है उनको तू लेकर अपने पास इकट्ठा कर रखना, जो तेरे और उनके लिए होगा। परमेश्वर की इस आज्ञा के अनुसार नूह ने किया। 7वां अध्याय 2 आयत तो। सब जाति के शुद्ध पशुओं में से तू 7-7 जोड़े अर्थात नर और मादा लेना, पर जो पशु शुद्ध नहीं उनमें से 2-2 लेना अर्थात नर और मादा, और आकाश के पक्षियों में से 7-7 जोड़े अर्थात नर और मादा लेना, कि उनका वंश बचकर सारी पृथ्वी के ऊपर बना रहे। बाइबल ਦੇ ਵਿੱਚ ਲਿਖਿਆ ਪਰਮੇਸ਼ਰ ਜਦੋਂ ਨੂਹ ਨੂੰ ਹੁਕਮ ਦੇ ਰਹੇ ਨੇ, ਉਹਦੇ ਨਾਲ ਵਾਅਦਾ ਵੀ ਕਰ ਰਹੇ ਨੇ, ਵਾਚਾ ਵੀ ਬੰਨ੍ਹਦੇ ਪਏ ਨੇ ਕਿ ਤੇਰੇ ਘਰਾਣੇ ਨੂੰ ਮੈਂ ਬਚਾਊਂਗਾ, ਤੂੰ ਇੱਕ ਜਹਾਜ਼ ਬਣਾਉਣਾ ਹੈਗਾ ਏ। ਜਦੋਂ ਜਹਾਜ਼ ਬਣਾਏਗਾ ਦੱਸਿਆ ਗਿਆ ਕਿਹੜੇ ਜਾਨਵਰ ਲੈਣੇ ਨੇ, ਕਿਹੜੀਆਂ ਕੈਟਾਗਰੀਆਂ ਹੈਗੀਆਂ ਨੇ। 2 ਕੈਟਾਗਰੀਆਂ ਨੇ ਨਜ਼ਰ ਆਉਂਦੀਆਂ, ਨਰ ਔਰ ਮਾਦਾ। ਉੱਚੀ ਬੋਲ ਕੇ ਦੱਸੋ ਕਿਹੜੀ ਕੈਟਾਗਰੀ ਹੈਗੀਆਂ ਨੇ। ਹੋਰ ਉੱਚੀ ਬੋਲ ਕੇ ਦੱਸੋ ਕਿਹੜੀਆਂ ਕੈਟਾਗਰੀਆਂ। ਨਰ ਔਰ ਮਾਦਾ। ਇਹਨੂੰ ਹੋਰ ਐਕਸਪਲੇਨ ਕਿਵੇਂ ਕਰ ਸਕਦੇ ਆ। ਇਸਤਰੀ ਔਰ ਮਰਦ ਵਾਲੀ ਕੈਟਾਗਰੀ 'ਚ ਤੁਸੀਂ ਪਾ ਸਕਦੇ ਹੋ। ਜਾਨਵਰਾਂ ਦੇ ਵਿੱਚ ਜਿਹੜਾ ਨਰ ਔਰ ਮਾਦਾ ਹੈਗਾ ਨਾ, ਇਹ ਜੋੜਾ ਜੋੜਾ ਲੈਣਾ ਹੈ ਜਹਾਜ਼ ਦੇ ਵਿੱਚ ਰੱਖਣ ਦੇ ਲਈ, ਤਾਂ ਕਿ ਜਦੋਂ ਪਰਮੇਸ਼ਰ ਸਾਰੀ ਧਰਤੀ ਦੇ ਜੀਵ ਜੰਤੂ ਨੂੰ ਨਸ਼ਟ ਕਰਨ ਵਾਲਾ, ਇਹ ਨਸ਼ਟ ਨਹੀਂ ਹੋਣਗੇ। ਜਦੋਂ ਸਾਰਾ ਪ੍ਰੋਸੈਸ ਹੋ ਜਾਏਗਾ, ਹੜ੍ਹ ਵੀ ਆ ਜਾਏਗਾ, ਸਭ ਮਰ ਜਾਣਗੇ, ਉਸ ਤੋਂ ਬਾਅਦ 'ਚ ਇਹਨਾਂ ਤੋਂ ਪ੍ਰੋਡਕਸ਼ਨ ਹੋਏਗੀ। ਇਹ ਗਾਂ ਦੀ ਗਾਂ ਜਿਹੜੇ ਜੀਵ ਜੰਤੂ ਵਧਣਗੇ। ਤੁਸੀਂ ਇੱਥੇ ਬੈਠੇ ਹੋਏ ਹੋ, ਇਸਤਰੀਆਂ ਵੀ ਹਨ, ਮਰਦ ਵੀ ਹਨ। ਧਿਆਨ ਦੇ ਨਾਲ ਬਾਈਬਲ ਪੜ੍ਹਦੇ ਹੋ, ਤੁਹਾਨੂੰ ਐ ਨਹੀਂ ਲੱਗਦਾ ਵੀ ਇੱਥੇ ਸਿਰਫ 2 ਕੈਟਾਗਰੀਆਂ ਪਾਈਆਂ ਗਈਆਂ ਨੇ, ਨਰ ਔਰ ਮਾਦਾ। ਇੱਕ ਕੈਟਾਗਰੀ ਹੋਰ ਵੀ ਹੁੰਦੀ ਹੈ ਕਿ ਨਹੀਂ ਹੁੰਦੀ ਹੈਗੀ। ਕਿੰਨੇ ਜੈਂਡਰ ਧਰਤੀ ਦੇ ਉੱਪਰ ਹੈਗੇ ਨੇ? ਜੈਂਟਸ ਆ, ਲੇਡੀਜ਼ ਨੇ। ਇੱਕ ਕੈਟਾਗਰੀ ਹੋਰ ਹੈ ਕਿ ਨਹੀਂ ਹੈ? ਥਰਡ ਜੈਂਡਰ ਹੈਗਾ ਕਿ ਨਹੀਂਗਾ? ਕੀ ਕਵਾਂਗੇ ਉਹ ਥਰਡ ਜੈਂਡਰ ਨੂੰ? ਉਹਨੂੰ ਥਰਡ ਜੈਂਡਰ ਹੀ ਕਹਿ ਦਿੰਦੇ ਆ ਕੋਰਟ ਦੀ ਭਾਸ਼ਾ ਦੇ ਨਾਲ। ਤੁਹਾਨੂੰ ਐ ਨਹੀਂ ਲੱਗਦਾ ਪਰਮੇਸ਼ਰ ਨੇ ਉਸ ਜੈਂਡਰ ਨੂੰ ਇੱਥੇ ਜਗ੍ਹਾ ਨਹੀਂ ਦਿੱਤੀ ਹੈ? ਅੱਜ ਜਾਨਵਰਾਂ ਤੋਂ ਕੁਝ ਸਿੱਖ ਲਈਏ ਅਸੀਂ। ਬਾਈਬਲ ਵਿੱਚ ਲਿਖਿਆ ਪਰਮੇਸ਼ਰ ਨੂੰ ਕਹਿ ਰਹੇ ਨੇ ਜਾਨਵਰਾਂ ਦੇ ਵਿੱਚੋਂ ਨਰ ਔਰ ਮਾਦਾ ਨੂੰ ਹੀ ਲੈਣਾ ਹੈ, ਜਿਹੜੇ ਅੱਗੇ ਪ੍ਰੋਡਕਸ਼ਨ ਕਰ ਪਾਉਣਗੇ, ਜਿਹੜੇ ਬੱਚਿਆਂ ਨੂੰ ਜਨਮ ਦੇ ਪਾਉਣਗੇ। ਤੁਸੀਂ ਅੱਜ ਕਹਿ ਸਕਦੇ ਹੋ ਮੈਂ ਇਸਤਰੀ ਹਾਂ, ਤੁਸੀਂ ਕਹਿ ਸਕਦੇ ਹੋ ਮੈਂ ਜੈਂਟਸ ਹਾਂ, ਮੈਂ ਮਰਦ ਹਾਂ। ਲੇਕਿਨ ਅੱਜ ਜਦੋਂ ਮੈਂ ਧਿਆਨ ਨਾਲ ਤੁਹਾਨੂੰ ਵਚਨ ਦੱਸਣ ਵਾਲਾ ਨਾ, ਤੁਹਾਨੂੰ ਕਈਆਂ ਜਣਾਂ ਨੂੰ ਲੱਗੇਗਾ ਅਸੀਂ ਨਾ ਤਾਂ ਇਸਤਰੀ ਜੈਂਡਰ 'ਚ ਆਉਂਦੇ ਹਾਂ, ਨਾ ਜੈਂਟਸ ਵਾਲੇ ਜੈਂਡਰ 'ਚ ਆਉਂਦੇ ਹਾਂ, ਅਸੀਂ ਥਰਡ ਜੈਂਡਰ ਦੇ ਵਿੱਚ ਆਉਂਦੇ ਹੈਗੇ ਹਾਂ। ਨਵੇਂ ਨੇਮ ਦੇ ਵਿਸ਼ੇ ਮੈਂ ਗੱਲ ਕਰ ਰਿਹਾ ਸੀ ਆਪਣੇ ਟੀਮ ਦੇ ਮੈਂਬਰਾਂ ਨਾਲ। ਮੈਂ ਕਿਹਾ ਫਿਲਿੱਪਸ ਬੜਾ ਜ਼ਬਰਦਸਤ ਸੀਗਾ। ਇੱਕ ਵਿਅਕਤੀ ਨੂੰ ਉਹਨੇ ਵਚਨ ਸੁਣਾਇਆ ਹੈਗਾ, ਉਹ ਖੋਜਾ ਸੀਗਾ। ਸਾਡੀ ਟੀਮ ਦੇ ਮੈਂਬਰ ਨੂੰ ਸਮਝ ਨਹੀਂ ਆਈ, ਖੋਜੇ ਨੂੰ ਖੁਸਰਾ ਕਹਿੰਦੇ ਨੇ। ਕਹਿੰਦਾ ਪਾਸਟਰ ਜੀ ਮੈਂ ਖੋਜਾ ਬਣਨਾ ਹੈਗਾ। ਹਾਲੇਲੂਇਆ।
ਮੈਂ ਕਿਹਾ ਪ੍ਰਭੂ ਦਾ ਧੰਨਵਾਦ ਕਰ, ਜੋ ਤੂੰ ਹੈਗਾ ਨਾ ਉਹ ਬਿਹਤਰ ਹੈਗਾ, ਤੈਨੂੰ ਖੋਜਾ ਬਣਨ ਦੀ ਲੋੜ ਨਹੀਂ ਹੈ। ਫਿਰ ਜੋ ਮੈਂ ਦੱਸਿਆ ਨਾ ਵੀ ਖੋਜ ਦਾ ਮਤਲਬ ਕੀ ਆ, ਕਹਿੰਦਾ ਪਰਮੇਸ਼ਰ ਮੈਨੂੰ ਮਾਫ ਕਰ ਦੇ। ਥਰਡ ਜੈਂਡਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿੱਥੇ, ਆਤਮਾ ਦੇ ਵਿੱਚ। ਅੱਜ ਦਾ ਟਾਈਟਲ ਹੀ ਹੈਗਾ ਕਿ ਅਸੀਂ ਆਤਮਿਕ ਤੌਰ ਤੇ ਨਪੁੰਸਕ ਤਾਂ ਨਹੀਂ ਹਾਂ। ਪ੍ਰੋਡਕਸ਼ਨ ਹੋ ਰਹੀ ਹੈ ਕੁਝ ਸਾਡੇ ਤੋਂ ਕਿ ਨਹੀਂ ਹੋ ਰਹੀ। ਧਰਤੀ ਤੇ ਰਹਿੰਦੇ ਹੋਏ ਬੱਚੇ ਵੀ ਪੈਦਾ ਹੋ ਰਹੇ ਨੇ, ਸਭ ਕੁਝ ਹੋ ਰਿਹਾ ਹੈ, ਪਰ ਸਵਰਗ ਦੇ ਲਈ ਕੀ ਪੈਦਾ ਕਰਦੇ ਪਏ ਹਾਂ? ਕਿ ਪ੍ਰਭੂ ਦੀ ਯੋਜਨਾ 'ਚ ਅਸੀਂ ਹੈਗੇ ਹਾਂ ਜਾਂ ਨਹੀਂ ਹੈਗੇ ਹਾਂ? ਬਾਈਬਲ ਦੇ ਵਿੱਚ ਲਿਖਿਆ ਜਹਾਜ਼ ਦੇ ਵਿੱਚ ਉਹੀ ਲੋਕ ਚੜਨਗੇ ਜਿਹੜੇ ਨਰ ਔਰ ਮਾਦਾ ਨੇ, ਜਿਹੜੇ ਬੱਚੇ ਪੈਦਾ ਕਰ ਸਕਦੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਰ ਦੇ ਰਾਜ ਦੇ ਵਿੱਚ, ਗਵਾਹੀ ਵਾਲੀ ਲਾਈਨ ਦੇ ਵਿੱਚ, ਵਾਅਦੇ ਵਾਲੀ ਲਾਈਨ ਦੇ ਵਿੱਚ ਉਹੀ ਲੋਕ ਖੜਨਗੇ ਜਿਹੜੇ ਕੁਝ ਪੈਦਾ ਕਰ ਸਕਦੇ ਨੇ। ਕਈ ਵਾਰੀ ਪ੍ਰਭੂ ਦਾ ਵਚਨ ਸਾਨੂੰ ਦੱਸਿਆ ਜਾਂਦਾ ਹੈ, ਇੱਕ ਵਾਰੀ ਦੱਸਿਆ ਜਾਂਦਾ ਹੈ, ਬਾਰ-ਬਾਰ ਦੱਸਿਆ ਜਾਂਦਾ ਹੈ, ਹਰ ਵਾਰ ਦੱਸਿਆ ਜਾਂਦਾ ਹੈ, ਰਿਜ਼ਲਟ ਸਾਡੇ ਜੀਵਨਾਂ 'ਚੋਂ ਨਜ਼ਰ ਨਹੀਂ ਆਉਂਦਾ। ਕਈ ਵਾਰੀ ਇੱਕ ਹੀ ਪਾਸਟਰ ਦਾ ਸਵਾਲ ਹੈ, ਬਾਈਬਲ ਪੜ੍ਹਦੇ ਆ, ਟਾਈਮ ਹੀ ਨਹੀਂ ਲੱਗਦਾ ਪਾਸਟਰ ਜੀ, ਪ੍ਰਾਰਥਨਾ ਕਰਦੇ ਆ, ਜਵਾਕ ਪ੍ਰਾਰਥਨਾ ਨਹੀਂ ਕਰਨ ਦੇ, ਪ੍ਰਾਰਥਨਾ ਕਰਦੇ ਆ, ਥੱਕੇ ਬੜੇ ਹੁੰਨੇ ਆ ਜੀ। ਪ੍ਰਭੂ ਨੂੰ ਆਪਣੀਆਂ ਗੱਲਾਂ ਦੱਸਦੇ ਪਏ, ਇਹਦਾ ਮਤਲਬ ਪਤਾ ਕੀ ਆ? ਅਸੀਂ ਥਰਡ ਜੈਂਡਰ ਦੇ ਵਿੱਚ ਹੈਗੇ ਆ। ਲੈ ਤਾਂ ਬਹੁਤ ਕੁਝ ਰਹੇ ਆ, ਪ੍ਰਭੂ ਦਾ ਵਚਨ ਤਾਂ ਸੁਣੀ ਜਾ ਰਹੇ ਆ, ਪੈਦਾ ਕੁਝ ਨਹੀਂ ਹੋ ਰਿਹਾ ਅੰਦਰੋਂ। ਆਪਣੇ ਹੱਥਾਂ ਨੂੰ ਉਠਾ ਕੇ ਬੋਲੋ, ਪਰਮੇਸ਼ਰ ਥਰਡ ਜੈਂਡਰ ਦੇ ਵਿੱਚ ਅਸੀਂ ਨਹੀਂ ਜਾਣਾ ਹੈਗਾ, ਫਸਟ ਸੈਕੰਡ ਜੈਂਡਰ ਦੇ ਵਿੱਚ ਰਹਿਣ ਦਿਓ। ਪ੍ਰਭੂ ਜੀ ਸਾਨੂੰ ਕਿਰਪਾ ਦਿਓ, ਮੇਰੇ ਪਰਮੇਸ਼ਰ, ਆਪਣਾ ਅਨੁਗ੍ਰਹ ਦਿਓ। ਕਈ ਵਾਰੀ ਪਤਾ ਕੀ ਹੁੰਦਾ, ਚਰਚ ਆ ਰਹੇ ਆ, ਵਚਨ ਸੁਣਨੇ ਆ, ਨਾ ਪ੍ਰਾਰਥਨਾ ਦੇ ਵਿੱਚ ਉન્નਤੀ ਹੈ, ਨਾ ਫਾਸਟਿੰਗ ਦੇ ਵਿੱਚ, ਨਾ ਵਚਨ ਦੇ ਵਿੱਚ, ਕਿਸੇ ਚੀਜ਼ ਦੇ ਵਿੱਚ ਵਾਧਾ ਨਹੀਂ। ਖੁਦ ਆ ਰਹੇ ਆ ਬੜੇ ਸੰਘਰਸ਼ ਦੇ ਨਾਲ, ਪ੍ਰਭੂ ਦੇ ਘਰ ਦੇ ਵਿੱਚ ਵਚਨ ਸੁਣ ਕੇ ਬਰਕਤ ਲੈ ਕੇ ਕਿਸੇ ਹੋਰ ਚਾਰ ਜਿਹਨਾਂ ਨੂੰ ਤਾਂ ਕੀ ਲੈ ਕੇ ਆਉਣਾ ਹੈਗਾ, ਖੁਦ ਹੀ ਸਾਡਾ ਆਉਣ ਦਾ ਤਰੀਕਾ ਪਰਮੇਸ਼ਰ ਦੇ ਘਰ ਦੇ ਵਿੱਚ ਸਲੋ ਹੋ ਜਾਂਦਾ ਹੈ। ਲਕਵੇ ਦਾ ਰੋਗੀ ਆ, ਉਹਨੂੰ ਬਾਈਬਲ ਚ ਲਿਖਿਆ 4 ਬੰਦੇ ਚੁੱਕ ਕੇ ਲੈ ਕੇ ਆਏ ਨੇ। ਜੇ ਉਹਨਾਂ ਦੇ ਸਰੀਰ 'ਚ ਘੱਟੋ ਘੱਟ ਚੰਗਾਈ ਹੈਗੀ ਤਦ ਹੀ ਤਾਂ ਚੁੱਕ ਕੇ ਲੈ ਕੇ ਆ ਪਾ ਰਹੇ ਨੇ ਕਿ ਨਹੀਂ? ਅਗਰ ਸਰੀਰ ਦੇ ਵਿੱਚ ਚੰਗਾਈ ਨਹੀਂ ਨਾ ਹੁੰਦੀ, 4 ਬੰਦੇ ਚੱਕ ਕੇ ਛੱਤ ਤੇ ਨਾ ਚੜ੍ਹਦੇ। ਅਗਰ ਸਰੀਰ ਦੇ ਵਿੱਚ ਤਾਕਤ ਨਾ ਹੁੰਦੀ, 4 ਵਿਅਕਤੀ ਉਸ ਲਕਵੇ ਦੇ ਰੋਗੀ ਨੂੰ ਲੈ ਕੇ ਛੱਤ ਉੱਪਰ ਚੜ੍ਹ ਕੇ ਛੱਤ ਢੇੜਦੇ ਨਾ। ਪਰ ਬਾਈਬਲ ਚ ਲਿਖਿਆ ਚੰਗਾਈ ਦਾ ਫਾਇਦਾ ਲਿਆ, ਸਰੀਰ ਦੇ ਵਿੱਚ ਚੰਗਾਈ ਹੈ, ਭਲੇ ਚੰਗੇ ਨੇ। ਉਹਨਾਂ ਨੂੰ ਪਤਾ ਲੱਗ ਗਿਆ ਹੁਣ ਇਹ ਭਲੇ ਚੰਗੇ ਰਹਿ ਕੇ ਇਕੱਲਾ ਧੰਨਵਾਦ ਦੇਣ ਦਾ ਸਮੇਂ ਨਹੀਂ ਹੈ। ਕੁਝ ਲੋਕ ਅਜਿਹੇ ਨੇ ਜਿਹੜੇ ਸਰੀਰ ਦੇ ਵਿੱਚ ਚੰਗੇ ਨੇ, ਉਹਨਾਂ ਨੂੰ ਪ੍ਰਭੂ ਦੇ ਨੇੜੇ ਲੈ ਕੇ ਜਾਣ ਦਾ ਸਮੇਂ ਹੈ। ਜਦੋਂ ਲਕਵੇ ਦਾ ਰੋਗੀ ਠੀਕ ਹੋਇਆ ਨਾ, ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਪ੍ਰਭੂ ਯਿਸੂ ਮਸੀਹ ਨੇ ਉੱਤੇ ਖੋਲੀਆਂ ਗਈਆਂ ਨੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਤੇਰੇ ਪਾਪ ਮਾਫ ਹੋਇਆ, ਇਸ ਤੋਂ ਬਾਅਦ ਪਾਪ ਨਾ ਕਰੀ, ਚੱਲ ਘਰੇ ਚਲਾ ਜਾ। ਔਰ ਬਾਈਬਲ 'ਚ ਲਿਖਿਆ ਫਰੀਸੀ ਜਿਹੜੇ ਸੀਗੇ ਨਾ ਉੱਥੇ, ਉਹ ਕੁੜਕੜਾਉਣ ਲੱਗੇ, ਕਹਿੰਦੇ ਕਿਹੋ ਜਿਹਾ ਵਿਅਕਤੀ ਆ, ਪਾਪ ਮਾਫ ਕਰਦਾ ਹੈ, ਇਹ ਪਾਪ ਮਾਫ ਕਰੇਗਾ। ਯਿਸੂ ਮਸੀਹ ਨੇ ਬੜੀ ਜ਼ਬਰਦਸਤ ਗੱਲ ਕਹੀ ਸੀ, ਕਹਿੰਦੇ ਸੌਖਾ ਕੀ ਆ ਲਕਵੇ ਦੇ ਰੋਗੀ ਨੂੰ ਇਹ ਕਹਿਣਾ ਘਰੇ ਚਲਾ ਜਾ ਆਪਣਾ ਸਮਾਨ ਚੱਕ ਕੇ, ਜਾਂ ਤੇਰੇ ਪਾਪ ਮਾਫ ਹੋਏ, ਇਹ ਕਹਿਣਾ ਸੌਖਾ ਹੈਗਾ। ਫਰੀਸੀ ਸਮਝ ਕੇ ਦੋਵੇਂ ਹੀ ਕੰਮ ਔਖੇ, ਸਾਡੇ ਤੋਂ ਦੋਵੇਂ ਹੀ ਨਹੀਂ ਹੋਣੇ ਹੈਗੇ। ਯਿਸੂ ਮਸੀਹ ਨੇ ਉਹਨਾਂ ਦੀ ਬੁੱਧੀ ਖੋਲੀ। ਅੱਜ ਇੱਕ ਗੱਲ ਯਾਦ ਰੱਖਿਓ ਜੀ, ਪ੍ਰਭੂ ਦੇ ਘਰ ਦੇ ਵਿੱਚ ਆਉਂਦੇ ਹਾਂ, ਇਨਸਟਰਕਸ਼ਨਸ ਮਿਲਦੀਆਂ ਨੇ, ਪ੍ਰਭੂ ਦਾ ਵਚਨ ਸਿਖਾਇਆ ਜਾਂਦਾ ਹੈ, ਪਰ ਉਸ ਤੋਂ ਬਾਅਦ ਸਾਡੀ ਆਊਟਪੁੱਟ ਕੀ ਹੈ, ਸਾਡੇ ਅੰਦਰੋਂ ਕੀ ਨਿਕਲਦਾ ਪਿਆ ਹੈ, ਬੜਾ ਮਹੱਤਵਪੂਰਨ ਹੈ। ਅੱਜ ਆਪਣੇ ਆਪ ਨੂੰ ਚੈੱਕ ਕਰਿਓ ਜੀ, ਪਿਛਲੇ ਹਫਤੇ ਦਾ ਵਚਨ ਕਿੰਨੇ ਜਣਾਂ ਨੂੰ ਯਾਦ ਹੈਗਾ? ਜਦੋਂ ਮੈਂ ਕਹਿੰਦਾ ਨਾ ਪਿਛਲੇ ਹਫਤੇ ਦਾ ਵਚਨ, ਮੈਨੂੰ ਪਤਾ ਲੱਗ ਗਿਆ ਥਰਡ ਜੈਂਡਰ ਇੱਥੇ ਅਵੇਲੇਬਲ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜੇ ਲੋਕ ਥਰਡ ਜੈਂਡਰ ਨੇ, ਸਾਡੇ ਕਮਿਊਨਿਟੀ ਦੇ ਵਿੱਚ ਜੋ ਥਰਡ ਜੈਂਡਰ ਹੈ ਉਹ ਬੇਕਾਰ ਨੇ, ਮੈਂ ਇਹ ਨਹੀਂ ਕਹਿ ਰਿਹਾ, ਉਹ ਬੜੇ ਅੱਛੇ ਲੋਕ ਨੇ। ਮੈਂ ਦੇਖ ਰਿਹਾ ਸੀ ਇੱਕ ਦਿਨ ਵੀਡੀਓ ਕਲਿੱਪ, ਅਸੀਂ ਆਰਾਧਨਾ ਕਰਦੇ ਉਹ ਵੀ ਸੋਚ ਕੇ ਆਰਾਧਨਾ ਕਰਦੇ ਆ, ਤਾੜੀ ਵੀ ਸੋਚ ਕੇ ਮਾਰਦੇ ਆ, ਵੀ ਜਿਵੇਂ ਕੱਚ ਵਾਲੇ ਹੱਥ ਨਹੀਂ ਟੁੱਟ ਜਾਣੇ ਹੈਗੇ, ਤਾੜੀ ਜ਼ੋਰ ਦੀ ਮਾਰਨੀ ਨਹੀਂ। ਥਰਡ ਜੈਂਡਰ ਮੈਂ ਦੇਖ ਰਿਹਾ ਸੀ, ਉਹ ਆਰਾਧਨਾ ਕਰਦੇ ਪਏ ਪਰਮੇਸ਼ਰ ਦੀ, ਨੱਚ ਕੇ ਆਰਾਧਨਾ ਕਰਦੇ ਪਏ ਗਏ। ਸੋਚੋ, ਉਹ ਬੱਚਾ ਤਾਂ ਨਹੀਂ ਪੈਦਾ ਕਰ ਰਹੇ, ਲੇਕਿਨ ਸਵਰਗੀ ਰਾਜ ਦੇ ਲਈ ਉਹਨਾਂ ਦੇ ਜੀਵਨ ਦੇ ਵਿੱਚ ਕੁਝ ਨਾ ਕੁਝ ਉਹ ਪੈਦਾ ਕਰਦੇ ਪਏ ਨੇ, ਜਿਹਨੂੰ ਵੇਖ ਕੇ ਦੂਸਰੇ ਲੋਕ ਬਰਕਤ ਪਾ ਰਹੇ ਨੇ ਔਰ ਪਰਮੇਸ਼ਰ ਦੇ ਵੱਲ ਵੇਖਦੇ ਪਏ ਨੇ। ਤੁਹਾਡੇ ਜੀਵਨ ਚੋਂ ਕੀ ਪੈਦਾ ਹੋ ਰਿਹਾ ਹੈ, ਇਹ ਬੜਾ ਮਹੱਤਵਪੂਰਨ ਹੈ। ਸਾਡੇ ਜੀਵਨ ਚ ਉਹੀ ਕੰਮ ਤੇ ਨਹੀਂ ਪੈਦਾ ਹੋ ਰਹੇ ਕਿਤੇ। ਪ੍ਰਾਰਥਨਾ ਦੇ ਸਮੇਂ ਪ੍ਰਾਰਥਨਾ, ਸਟੇਟਸ ਮੈਂ ਕਈ ਵਾਰੀ ਵੇਖਣਾ, ਵਾਓ ਜ਼ਬਰਦਸਤ ਸਟੇਟਸ ਹੈਗੇ ਨੇ ਕਈ ਲੋਕ ਨੇ, ਉਹਨਾਂ ਦੇ ਸਟੇਟਸ ਬੜੇ ਜ਼ਬਰਦਸਤ ਆ। ਰਿਕੁਐਸਟ ਆਏਗਾ ਪ੍ਰਾਰਥਨਾ ਦੀ, ਪ੍ਰਾਰਥਨਾ ਕਰਦੇ ਹੋ ਪਾਸਟਰ ਜੀ, ਸਭ ਕੁਝ ਪੁੱਠਾ ਸਿੱਧਾ ਹੀ ਚੱਲਣ ਰਿਹਾ, ਤੇ ਸਟੇਟਸ ਐਟੀਟਿਊਡ ਵਾਲੇ, ਜ਼ਬਰਦਸਤ, ਐਕਸੀਲੈਂਟ, ਸਾਡੇ ਵਰਗਾ ਹੈ ਹੀ ਕੋਈ ਨਹੀਂ। ਇਹ ਪ੍ਰੋਡਕਸ਼ਨ ਨਹੀਂ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਬਾਈਬਲ 'ਚ ਲਿਖਿਆ ਜਗ੍ਹਾ ਜਹਾਜ਼ ਦੇ ਵਿੱਚ ਉਹਨਾਂ ਨੂੰ ਮਿਲੇਗੀ ਜੋ ਕੁਝ ਪੈਦਾ ਕਰ ਸਕਦੇ ਨੇ।
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅਗਰ ਅੱਜ ਆਪਣੇ ਜੀਵਨ 'ਚ ਵਚਨ ਅੰਦਰ ਜਾ ਰਿਹਾ ਹੈ, ਕੁਝ ਪੈਦਾ ਹੋ ਰਿਹਾ ਹੈ ਨਾ, ਪਰਮੇਸ਼ਰ ਦੇ ਰਾਜ ਦੇ ਵਿੱਚ ਵੀ ਜਗ੍ਹਾ ਮਿਲੇਗੀ। ਮਹਾਨ ਕੰਮਾਂ ਦੇ ਲਈ ਪਰਮੇਸ਼ਰ ਤੁਹਾਡਾ ਚੁਣਾਵ ਕਰੇਗਾ, ਉੱਥੇ ਵੀ ਤੁਹਾਨੂੰ ਜਗ੍ਹਾ ਮਿਲੇਗੀ। ਤੁਸੀਂ ਪਿੱਛੇ ਨਹੀਂ ਰਹੋਗੇ ਔਰ ਕੋਈ ਤੁਹਾਨੂੰ ਪਿੱਛੇ ਨਹੀਂ ਰੱਖ ਪਾਏਗਾ। ਸ਼ੈਤਾਨ ਦੀ ਕੋਈ ਯੋਜਨਾ, ਕੋਈ ਪਲੈਨਿੰਗ ਤੁਹਾਡੇ ਜੀਵਨ 'ਚ ਸਫਲ ਨਹੀਂ ਹੋ ਪਾਏਗੀ। ਸੋਚੀਏ, ਸਵਰਗ ਦਾ ਪਰਮੇਸ਼ਰ ਕੱਲੇ ਨੂੰਹ ਨੂੰ ਨਹੀਂ ਦੇਖ ਰਿਹਾ। ਸੋਚੋ, ਕਈ ਵਾਰੀ ਗਲੀ 'ਚ ਨਾ ਡੌਗ ਭੱਜੇ ਫਿਰਦੇ ਨੇ ਨਾ ਆਵਾਰਾ, ਤੇ ਅਸੀਂ ਡੌਗ ਦੇ ਨੇੜੇ ਨਾ ਤੇ ਰੋੜੇ ਚੱਕ ਲੈਂਦੇ, ਕਈ ਵਾਰੀ ਪੈ ਹੀ ਨਾ ਜਾਵੇ। ਸੋਚੀਏ, ਉੱਥੇ ਡੌਗ ਵੀ ਹੋਣਗੇ, ਉਹਨਾਂ ਦਾ ਕੋਈ ਮਾਲਕ ਨਹੀਂ ਹੋਏਗਾ। ਸੋਚੀਏ, ਸਵਰਗ ਦਾ ਪਰਮੇਸ਼ਰ ਵੀ ਉਹਨਾਂ ਨੂੰ ਵੇਖ ਰਿਹਾ ਹੈਗਾ। ਇਹ ਸੋਚੋ, ਸੇਮ ਟਾਈਮ ਦੇ ਉੱਪਰ ਉਹਨਾਂ ਦੇ ਅੰਦਰ ਕੁਆਲਿਟੀ ਹੈ। ਮੇਲ ਫੀਮੇਲ ਡੌਗ ਬੱਚੇ ਪੈਦਾ ਕਰ ਸਕਦੇ, ਉਹਨਾਂ ਦੇ ਅੰਦਰ ਇੱਕ ਕੁਆਲਿਟੀ ਹੈ। ਸਵਰਗ ਦਾ ਪਰਮੇਸ਼ਰ ਦੇਖ ਰਿਹਾ, ਕਹਿੰਦਾ ਨੂੰ ਇਹਨਾਂ ਨੂੰ ਅੰਦਰ ਲੈਣਾ। ਤੁਹਾਨੂੰ ਪਤਾ ਇੱਥੇ ਬਾਈਬਲ 'ਚ ਇਹ ਨਹੀਂ ਲਿਖਿਆ ਵੀ ਨੂੰ ਤੂੰ ਡੰਡਾ ਲੈ ਕੇ ਜਾਈਂ, ਸਾਰਿਆਂ ਨੂੰ ਹੱਕ ਕੇ ਜਹਾਜ਼ ਦੇ ਵਿੱਚ ਵਾੜ ਲਵੀਂ। ਬਾਈਬਲ 'ਚ ਲਿਖਿਆ ਪਰਮੇਸ਼ਰ ਨੇ ਜਾਨਵਰਾਂ ਨੂੰ ਵੀ ਸਮਝ ਦੇ ਦਿੱਤੀ ਹੈਗੀ ਆ, ਜਹਾਜ਼ ਦੇ ਵਿੱਚ ਚਲੇ ਜਾਇਓ ਜੇ। ਕਿਉਂ ਸਮਝ ਦਿੱਤੀ? ਕਿਉਂਕਿ ਉਹਨਾਂ ਦੇ ਅੰਦਰ ਇੱਕ ਕੁਆਲਿਟੀ ਹੈ, ਉਹ ਪ੍ਰੋਡਕਸ਼ਨ ਕਰ ਸਕਦੇ ਨੇ, ਉਹ ਵੱਧ ਸਕਦੇ ਨੇ। ਉਹਨਾਂ ਦੇ ਅੰਦਰ ਇੱਕ ਕੁਆਲਿਟੀ ਯਹੋਵਾ ਪਰਮੇਸ਼ਰ ਦੇਖਦਾ ਹੈਗਾ ਏ, ਬੁੱਧੀ ਦਿੰਦਾ ਏ। ਜਹਾਜ਼ ਦੇ ਵਿੱਚ ਜਾਓ ਜੇ, ਜਹਾਜ਼ ਦੇ ਵਿੱਚ ਜਾਓਗੇ ਨਾ ਤੁਸੀਂ ਪ੍ਰੋਟੈਕਟ ਰਹੋਗੇ। ਤੁਹਾਨੂੰ ਖਾਣਾ ਵੀ ਮਿਲੇਗਾ, ਪ੍ਰੋਟੈਕਸ਼ਨ ਵੀ ਮਿਲੇਗੀ, ਤੁਹਾਨੂੰ ਸੰਭਾਲਿਆ ਵੀ ਜਾਵੇਗਾ, ਔਰ ਮੈਂ ਤੁਹਾਨੂੰ ਬਲੈਸ ਵੀ ਕਰੂੰਗਾ, ਤੁਸੀਂ ਬਹੁਤ ਜ਼ਿਆਦਾ ਵਧੋਗੇ। ਸੋਚੋ, ਜਾਨਵਰਾਂ ਨੂੰ ਸਮਝ ਆ ਗਈ ਹੈ। ਸਾਰੇ ਜਣੇ ਬੋਲੋ, ਜਾਨਵਰਾਂ ਨੂੰ ਸਮਝ ਆ ਗਈ ਹੈ। ਪੂਰੀ ਤਾਕਤ ਨਾਲ ਬੋਲੋ, ਜਾਨਵਰਾਂ ਨੂੰ ਸਮਝ ਆ ਗਈ ਹੈ। ਹੋਰ ਤਾਕਤ ਨਾਲ ਬੋਲੋ, ਜਾਨਵਰਾਂ ਨੂੰ ਸਮਝ ਆ ਗਈ ਹੈ। ਪ੍ਰਭੂ ਜੀ ਮੈਨੂੰ ਵੀ ਸਮਝ ਦੇਵੋ। ਕਈ ਵਾਰੀ ਸਾਨੂੰ ਸਮਝ ਨਹੀਂ ਹੁੰਦੀ, ਜਾਨਵਰਾਂ ਨੂੰ ਸਮਝ ਹੈ, ਸਾਨੂੰ ਸਮਝ ਨਹੀਂ ਹੈ। ਸਾਡੇ ਘਰ ਦੇ ਵਿੱਚ ਨਾ ਬਿੱਲੀਆਂ ਆਉਂਦੀਆਂ ਗਈਆਂ, ਪੰਜ ਬਿੱਲੀਆਂ ਗਈਆਂ। ਉਹਨਾਂ ਨੂੰ ਜਦੋਂ ਭੁੱਖ ਲੱਗਦੀ ਨਾ, ਉਹਨਾਂ ਨੇ ਜਦੋਂ ਆਉਣਾ, ਪਹਿਲਾਂ ਇੱਕ ਨੇ ਆਉਣਾ, ਫਿਰ ਦੋਵਾਂ ਨੇ ਆਉਣਾ, 3 4 5, ਫਿਰ ਉਹਨਾਂ ਨੇ ਆ ਕੇ ਬਹਿ ਜਾਣਾਗਾ ਦਰਵਾਜ਼ੇ ਦੇ ਕੋਲੇ। ਫਿਰ ਉਹਨਾਂ ਨੇ ਬੜਾ ਰੌਲਾ ਪਾਉਣਾ ਹੈਗਾ, ਆ ਕੇ ਰੌਲਾ ਪਾਈ ਜਾਣਾ ਜਦੋਂ ਤੱਕ ਦੁੱਧ ਨਹੀਂ ਨਾ ਪਾਉਂਦੇ, ਰੌਲਾ ਪਾਉਣੋਂ ਨਹੀਂ ਹਟਣਾ ਉਹਨਾਂ ਨੇ। ਫਿਰ ਸਾਨੂੰ ਪਤਾ ਹੁੰਦਾ, ਜੇ ਨਹੀਂ ਅਸੀਂ ਉਹਨਾਂ ਦੀ ਗੱਲ ਦੇ ਵੱਲ ਧਿਆਨ ਕੀਤਾ, ਉਹਨਾਂ ਨੇ ਕਿਚਨ ਦੇ ਕੋਲੇ ਜਾਣਾ ਹੈਗਾ, ਫਿਰ ਕਿਚਨ ਦੇ ਅੰਦਰ ਵੜ ਜਾਣਾ ਹੈਗਾ। ਫਿਰ ਫੈਮਿਲੀ ਵਾਲ ਨੂੰ ਪਤਾ ਲੱਗਦਾ ਵੀ ਇਹਨਾਂ ਨੂੰ ਕੁਝ ਖਾਣ ਦੇ ਲਈ ਚਾਹੀਦਾ ਹੈਗਾ, ਪਾਉਣਾ ਹੈਗਾ। ਸੋਚੀਏ, ਜਾਨਵਰਾਂ ਨੂੰ ਵੀ ਸਮਝ ਹੈਗੀ ਆ, ਭੁੱਖ ਲੱਗਦੀ ਹੈ, ਕਿਵੇਂ ਮੰਗਣਾ ਹੈ, ਉਹਨਾਂ ਨੂੰ ਸਮਝ ਹੈ। ਸਾਨੂੰ ਪ੍ਰਭੂ ਦੇ ਵਚਨ ਚੋਂ ਸਮਝਾਇਆ ਜਾਂਦਾ ਹੈ ਯਹੋਵਾ ਪਰਮੇਸ਼ਰ ਤੋਂ ਕਿਵੇਂ ਉੱਤਰ ਲੈਣਾ ਹੈਗਾ ਏ। ਉਦੋਂ ਬਾਅਦ ਚ ਵੀ ਦਿਮਾਗ ਤੋਂ ਕੰਮ ਨਹੀਂ ਲੈਂਦੇ, ਕਦੇ ਵੀ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਹੀਂ ਚੱਲਦੇ। ਪ੍ਰੋਡਕਸ਼ਨ ਨਹੀਂ ਹੈ, ਤਾਂ ਜੋ ਕਈ ਵਾਰੀ ਅਸੀਂ ਜਹਾਜ਼ ਵਿੱਚ ਜਗ੍ਹਾ ਨਹੀਂ ਪਾ ਪਾਉਂਦੇਗੇ। ਤੁਸੀਂ ਕਹੋਗੇ ਪਾਸਟਰ ਜੀ, ਉਹ ਜਹਾਜ਼ ਦਾ ਜਿਹੜਾ ਸੀਗਾ ਜ਼ਿੰਦਗੀਆਂ ਬਚਾਉਣ ਵਾਲਾ ਸੀ, ਨਸ਼ਟ ਕਰਨ ਵਾਲਾ ਸੀ, ਜਿਹੜੇ ਥੱਲੇ ਰਹਿ ਜਾਣੇ ਸੀ ਉਹਨਾਂ ਲੋਕਾਂ ਨੇ ਨਸ਼ਟ ਹੋ ਜਾਣਾ ਸੀ। ਗਵਾਹੀ ਵਾਲੇ ਜਹਾਜ਼ ਦੇ ਵਿੱਚ ਅੱਜ ਤੁਸੀਂ ਨਹੀਂ ਸਵਾਰ ਹੋਏ, ਦਾ ਕਾਰਨ ਪਤਾ ਕੀ ਹੈਗਾ ਏ? ਹਜੇ ਤੱਕ ਕੁਝ ਪੈਦਾ ਨਹੀਂ ਹੋ ਰਿਹਾ ਮੇਰੇ ਜੀਵਨ ਦੇ ਵਿੱਚੋਂ। ਵਚਨ ਕਹਿ ਰਿਹਾ ਏ ਝੂਠ ਨਹੀਂ ਬੋਲਣਾ, ਤੇ ਅਸੀਂ ਪਹਿਲੇ ਨੰਬਰ ਤੇ ਪਾਸਟਰ ਨੂੰ ਝੂਠ ਮਾਰਦੇ ਹੈਗੇ ਆ, ਪਾਸਟਰ ਨੂੰ ਹੀ ਬਹਾਨੇ ਮਾਰਦੇ ਹੈਗੇ ਆ। ਮੈਂ ਕਈ ਵਾਰੀ ਸੁਣਦਾ ਹੈਗਾ ਨਾ, ਜਦੋਂ ਬਹਾਨੇ ਮੈਨੂੰ ਮਾਰਦੇ ਨੇ, ਮੈਂ ਕੁਝ ਨਹੀਂ ਕਹਿੰਦਾਗਾ, ਮੈਂ ਕਹਿੰਦਾ ਨਾ ਪਰਮੇਸ਼ਰ ਤੇਰਾ ਧੰਨਵਾਦ ਹੈਗਾ, ਇਹਨਾਂ ਲੋਕਾਂ ਨੂੰ ਬੁੱਧੀ ਦੇ, ਸਮਝ ਦੇ। ਸੋਚੀਏ, ਇੱਕ ਅਵਾਰਾ ਕੁੱਤਾ ਹੋਏਗਾ, ਡੌਗ ਹੋਏਗਾ, ਯਹੋਵਾ ਪਰਮੇਸ਼ਰ ਉਹਨੂੰ ਵੀ ਵੇਖਦਾ, ਇਹ ਚ ਕੁਆਲਿਟੀ ਹੈ, ਉਹਨੂੰ ਬੁੱਧੀ ਦਿੱਤੀ, ਕਹਿੰਦਾ ਜਹਾਜ਼ ਚਲਾ ਜਾ। ਸੋਚੋ, ਅਲੱਗ-ਅਲੱਗ ਤਰ੍ਹਾਂ ਦੇ ਜਾਨਵਰਾਂ ਦੇ ਉੱਪਰ ਪਰਮੇਸ਼ਰ ਦਾ ਫੋਕਸ ਹੈ। ਔਰ ਅੱਜ ਕਈ ਵਾਰੀ ਸਾਡੀ ਜ਼ਿੰਦਗੀ 'ਚ ਪਤਾ ਕਿੰਨਾ, ਸਾਡੀ ਜ਼ਿੰਦਗੀ 'ਚ ਸਮੱਸਿਆਵਾਂ ਹੀ ਬਣੀਆਂ ਪਈਆਂ ਨੇ, ਪਰੇਸ਼ਾਨੀਆਂ ਬਣੀਆਂ ਪਈਆਂ ਨੇ। ਸਾਨੂੰ ਲੱਗਦਾ ਪ੍ਰਭੂ ਸਾਨੂੰ ਵੇਖਦਾ ਹੀ ਨਹੀਂ, ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੀ ਨਹੀਂ। ਇਹ ਕਿਵੇਂ ਹੋ ਸਕਦਾ ਹੈ? ਬਾਈਬਲ ਦੇ ਵਿੱਚ ਤਾਂ ਲਿਖਿਆ, ਉਹ ਯਹੋਵਾ ਪਰਮੇਸ਼ਰ ਜਾਨਵਰਾਂ ਨੂੰ ਵੀ ਬੁੱਧੀ ਦੇ ਕੇ ਜਹਾਜ਼ ਦੇ ਵਿੱਚ ਭੇਜ ਦਿੰਦਾ ਹੈ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ, ਉਹ ਵੱਧ ਪਾਉਣ। ਤੇ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਹੋ? ਯਹੋਵਾ ਪਰਮੇਸ਼ਰ, ਬਾਈਬਲ 'ਚ ਲਿਖਿਆ, ਉਹਨੇ ਸਾਨੂੰ ਆਪਣੇ ਸਵਰੂਪ ਤੇ ਬਣਾਇਆ ਹੈ। ਸਾਨੂੰ ਉਹ ਵਧਾਉਣਾ ਚਾਹੁੰਦਾ ਹੈ, ਉન્નਤੀ ਦੇਣਾ ਚਾਹੁੰਦਾ ਹੈ, ਚੰਗਾਈ ਦੇਣਾ ਚਾਹੁੰਦਾ ਹੈ, ਛੁਟਕਾਰਾ ਦੇਣਾ ਚਾਹੁੰਦਾ ਹੈਗਾ ਏ। ਕਿੰਨੇ ਜਣੇ ਚਾਹੁੰਦੇ? ਹਾਂ ਪ੍ਰਭੂ ਜੀ, ਮੈਂ ਇਹ ਸਾਰੀਆਂ ਗੱਲਾਂ ਨੂੰ ਚਾਹੁੰਦਾ ਹਾਂ। ਇੱਕ ਹੀ ਕੰਡੀਸ਼ਨ ਹੈ, ਕੁਝ ਨਾ ਕੁਝ ਤਾਂ ਪੈਦਾ ਕਰਨ ਵਾਲੇ ਹੋਣੇ ਚਾਹੀਦੇ ਨਾ। ਆ ਪਿੱਛੇ ਨਾ ਵੇਲਾਂ ਲੱਗੀਆਂ ਹੋਈਆਂ ਆਪਣੇ ਵਾੜ ਦੇ ਨਾਲ, ਦੇਖਿਓ ਕਿੰਨੀਆਂ ਵੇਲਾਂ ਲੱਗੀਆਂ ਨੇ। ਇੱਕ ਬੀਜ ਬੀਜਿਆ ਹੈਗਾ ਏ, ਉਹ ਇੱਕ ਜਦੋਂ ਬੀਜ ਬੀਜੇ ਨਾ, ਹੁਣ ਉੱਤੇ ਵੇਲਾਂ ਹੀ ਵੇਲਾਂ ਲੱਗੀ ਜਾਂਦੀਆਂ। ਵੇਲਾਂ ਵੱਧਦੀਆਂ ਪਤਾ ਕਿਵੇਂ ਨੇ? ਇੱਕ ਦਿਨ 'ਚ 2-2 ਇੰਚ ਸਪੀਡ ਆ ਉਹਨਾਂ ਦੀ ਵਧਣ ਦੀ। ਇੱਕ ਦਿਨ 'ਚ 2-2 ਇੰਚ ਤੋਰੀਆਂ ਜਿਹੜੀਆਂ ਵੱਧ ਜਾਂਦੀਆਂ ਹੈਗੀਆਂ ਨੇ। ਸੋਚੀਏ, ਇੱਕ ਬੀਜ ਬੀਜਿਆ ਸੀਗਾ, ਤੋਰੀਆਂ ਹੋਈਆਂ ਪਈਆਂ ਨੇ। ਇੰਨਾ ਵਚਨ ਅੰਦਰ ਜਾਣ ਤੋਂ ਬਾਅਦ ਵੀ ਸਾਡੇ ਜੀਵਨ ਚੋਂ ਨਿਕਲਦਾ ਹੀ ਕੁਝ ਨਹੀਂ। ਇਹਦਾ ਮਤਲਬ ਪਤਾ ਕੀ ਆ? ਕਿਤੇ ਨਾ ਕਿਤੇ ਆਤਮਿਕ ਤੌਰ ਤੇ ਨਪੁੰਸਕ ਹਾਂ ਅਸੀਂ। ਨਪੁੰਸਕ ਜਿਹੜੇ ਜਾਨਵਰ ਆ, ਉਹਨਾਂ ਨੂੰ ਜਹਾਜ਼ ਦੇ ਵਿੱਚ ਜਗ੍ਹਾ ਨਹੀਂ ਮਿਲੀ, ਕਿਉਂਕਿ ਉਹਨਾਂ ਨੇ ਪੈਦਾ ਹੀ ਕੁਝ ਨਹੀਂ ਕਰਨਾ, ਖਾਈ ਜਾਣਾ, ਪੈਦਾ ਕੁਝ ਨਹੀਂ ਕਰਨਾ। ਪ੍ਰਭੂ ਨੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਜਹਾਜ਼ ਦੇ ਵਿੱਚ। ਅੱਜ ਕਈ ਵਾਰੀ ਪਰਮੇਸ਼ਰ ਕੁਝ ਗੱਲਾਂ ਸਾਡੇ ਜੀਵਨ 'ਚ ਕਰਦੇ ਨੇ, ਉਹਦਾ ਕਾਰਨ ਪਤਾ ਕੀ? ਵਚਨ ਅੰਦਰ ਤਾਂ ਜਾ ਰਿਹਾ ਹੈ,
ਪਰ ਬਾਹਰ ਕੁਝ ਨਹੀਂ ਨਿਕਲ ਰਿਹਾ। ਕਿੰਨੇ ਜਣੇ ਕਹਿੰਦੇ ਨੇ ਕਿ ਹਾਂ ਪਰਮੇਸ਼ਰ ਇਹ ਮੇਰੇ ਜੀਵਨ 'ਚ ਕਮੀ ਹੈ। ਆਪਣੇ ਹੱਥਾਂ ਨੂੰ ਉਠਾ ਕੇ ਬੋਲੋ, ਪਰਮੇਸ਼ਰ ਮੇਰੀਆਂ ਕਮੀਆਂ ਦੇ ਲਈ ਜੋ ਅੱਜ ਤੱਕ ਮੇਰੇ ਜੀਵਨ 'ਚ ਮੈਂ ਬਰਕਰਾਰ ਰੱਖੀਆਂ ਨੇ, ਕਿ ਤੇਰਾ ਵਚਨ ਸੁਣਨ ਤੋਂ ਬਾਅਦ ਵੀ ਮੈਂ ਕੁਝ ਕੀਤਾ ਨਹੀਂ ਮੇਰੇ ਪਰਮੇਸ਼ਰ, ਉਹਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਮੇਰੇ ਪਿਤਾ। ਔਰ ਮੇਰੇ ਪਰਮੇਸ਼ਰ ਮੈਨੂੰ ਮਾਫ ਕਰੋ, ਮੈਨੂੰ ਮਾਫ ਕਰੋ ਮੇਰੇ ਪਰਮੇਸ਼ਰ, ਮੈਨੂੰ ਬੁੱਧੀ ਦਿਓ ਮੇਰੇ ਪਰਮੇਸ਼ਰ, ਤੁਹਾਡੇ ਰਾਜ ਦੇ ਲਈ ਮੈਂ ਕੁਝ ਕਰਨ ਵਾਲਾ ਹੋਵਾਂ ਮੇਰੇ ਪਰਮੇਸ਼ਰ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਸਾਡੇ ਜੀਵਨ 'ਚ ਬਦਲਾਵ ਦਾ ਆਉਣਾ ਜ਼ਰੂਰੀ ਹੈ ਵਚਨ ਸੁਣਨ ਤੋਂ ਬਾਅਦ। ਸੋਚੋ, ਜਾਨਵਰਾਂ ਨੇ ਅੱਜ ਯਹੋਵਾ ਪਰਮੇਸ਼ਰ ਉਹਨਾਂ ਦੇ ਉੱਤੇ ਨਜ਼ਰ ਕਰਦਾ ਹੈ, ਉਹਨਾਂ ਨੂੰ ਬੁੱਧੀ ਦਿੰਦਾ ਹੈ, ਉਹ ਜਾਨਵਰ ਨਾਲ ਦੀ ਨਾਲ ਐਕਸ਼ਨ ਲੈਂਦੇ ਨੇ, ਜਹਾਜ਼ ਦੇ ਵਿੱਚ ਚੜ ਜਾਂਦੇ ਨੇ। ਸੋਚੀਏ, ਤੁਸੀਂ ਨੋਟ ਕੀਤਾ ਹੋਣਾ, ਕੁੰਜਾਂ ਵੇਖੇ ਕਿਸੇ ਨੇ? ਕੁੰਜਾਂ ਜਿਹੜੀਆਂ ਅਸਮਾਨ ਚ ਉੱਡਦੀਆਂ ਨੇ। ਅੱਜ ਜਾਨਵਰਾਂ ਤੋਂ ਹੀ ਸਿੱਖਣਾ ਆਪਾਂ। ਕੁੰਜਾਂ ਕਹਿੰਦੇ ਇਹਨਾਂ ਨੇ ਵੇਖੀਆਂ ਗਿਆ ਅਸਮਾਨ ਚ ਉੱਡਦੀਆਂ ਨੇ, ਝੁੰਡ ਦੇ ਵਿੱਚ ਉੱਡਦੀਆਂ। ਤੁਹਾਨੂੰ ਪਤਾ ਜਿਹੜੀਆਂ ਕੁੰਜਾਂ ਹੁੰਦੀਆਂ ਨਾ, ਅਗਰ ਉਹ ਕੱਲੀ ਰਹਿ ਜਾਵੇ ਨਾ, ਕੱਲਾ ਜਾਨਵਰ ਰਹਿ ਜਾਵੇ, ਪੰਛੀ ਹੁੰਦਾ ਉਹ, ਅਗਰ ਉਹ ਕੱਲਾ ਰਹਿ ਜਾਵੇ ਤਾਂ ਉਹਦੀ ਮੌਤ ਹੋ ਜਾਂਦੀ ਆ। ਉਹ ਝੁੰਡ ਤੋਂ ਬਿਨਾਂ ਨਹੀਂ ਰਹਿ ਸਕਦਾ ਹੈਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ, 5 ਬਿੱਲੀਆਂ ਹੈਗੀਆਂ ਸਾਡੇ ਘਰੇ, ਬੱਚੇ ਨੇ ਆਉਂਦੇ ਛੋਟੇ ਛੋਟੇ, ਉਹ ਵੀ ਝੁੰਡ 'ਚ ਰਹਿੰਦੇ ਨੇ। ਸੋਚੋ, ਜਦੋਂ ਪਰਮੇਸ਼ਰ ਨੇ ਦੇਖਿਆ ਹੋਏਗਾ ਕਿ ਇਹ ਜਾਨਵਰ ਪ੍ਰੋਡਕਸ਼ਨ ਕਰਨਗੇ, ਵਧਣਗੇ, ਜਦੋਂ ਪ੍ਰਭੂ ਨੇ ਉਹਨਾਂ ਨੂੰ ਬੁੱਧੀ ਦਿੱਤੀ ਹੋਏਗੀ, ਸੋਚੀਏ ਉਹਨਾਂ ਨੇ ਆਪਣੇ ਝੁੰਡ ਨੂੰ ਛੱਡਿਆ ਹੋਏਗਾ ਔਰ ਜਹਾਜ਼ ਦੇ ਵਿੱਚ ਚਲੇ ਗਏ ਹੋਣਗੇ। ਅਗਰ ਵਾਧਾ ਚਾਹੁੰਦੇ ਹੈਗੇ ਨਾ, ਲਾਪਰਵਾਹੀਆਂ ਵਾਲੇ ਜਿਹੜੇ ਝੁੰਡ ਦੇ ਵਿੱਚ ਘੁੰਮਦੇ ਪਏ ਨਾ, ਅਸੀਂ ਜਿਹੜੇ ਅਜਿਹੇ ਲੋਕ ਨੇ ਜਿਹੜੇ ਠੀਕ ਨਹੀਂ ਹਨ, ਉਹਨਾਂ ਦੇ ਨਾਲ ਸੰਗਤੀ ਕਰਕੇ ਉਸ ਝੁੰਡ 'ਚ ਅਗਰ ਅਸੀਂ ਘੁੰਮ ਰਹੇ ਹੈਗੇ ਨਾ, ਸਾਨੂੰ ਉਹਨਾਂ ਤੋਂ ਅਲੱਗ ਹੋਣਾ ਪੈਣਾ ਹੈ। ਵਾਧਾ ਵੀ ਆਏਗਾ, ਸੁਰੱਖਿਆ ਵੀ ਆਏਗੀ, ਬਰਕਤ ਵੀ ਆਏਗਾ, ਔਰ ਯਹੋਵਾ ਪਰਮੇਸ਼ਰ ਦਾ ਆਸ਼ੀਰਵਾਦ ਵੀ ਆਏਗਾ, ਉਹਦੀ ਬਲੇਸਿੰਗ ਵੀ ਆਏਗੀ। ਹੁਣ ਮੈਨੂੰ ਦੱਸੋ, ਜਾਨਵਰਾਂ ਨੇ ਪ੍ਰਭੂ ਦੀ ਗੱਲ ਦਾ ਪਾਲਨ ਕੀਤਾ ਹੈ ਜਾਂ ਨਹੀਂ ਕੀਤਾ ਹੈ? ਉੱਚੀ ਬੋਲ ਕੇ ਦੱਸਿਆ ਕਰੋ। ਬਰਕਤ ਸਾਨੂੰ ਮਿਲ ਜੇ ਸਹੀ, ਫਿਰ ਠੁਮਕਾ ਸਾਡਾ ਪੂਰਾ ਜ਼ਬਰਦਸਤ ਹੈਗਾ। ਮੈਂ ਦੇਖ ਰਿਹਾ ਸੀ, ਮੈਨੂੰ ਯਾਦ ਆ ਗਿਆ ਕਿ ਮੈਨੂੰ ਮੀਟਿੰਗ ਯਾਦ ਆ ਗਈ ਸੀ। ਮੀਟਿੰਗ ਕਰਕੇ ਆਏ ਅਸੀਂ, ਮੀਟਿੰਗ ਕਰਕੇ ਸਾਡਾ ਸਾਰਾ ਸਾਊਂਡ ਭੇਜ ਗਿਆ, ਸਾਡਾ ਸਾਰਾ ਕੁਝ ਭੇਜ ਗਿਆ ਗਾਏ। ਸ਼ਾਮ ਨੂੰ ਘਰੇ ਆ ਕੇ ਕੋਈ ਡਰਾਇਰ ਮਾਰ ਕੇ ਸਿਖਾ ਰਿਹਾ, ਕੋਈ ਲਾਈਟਾਂ ਲਾ ਕੇ ਸਿਖਾ ਰਿਹਾ ਬਾਰਿਸ਼ ਦੇ ਵਿੱਚ, ਸਭ ਕੁਝ ਉਧਰੋਂ ਲਾਈਵ ਹੋਏ ਪਏ ਨੇ। ਜਿੰਨਾ ਘਰੇ ਪ੍ਰਾਰਥਨਾ ਕਰਕੇ ਉਹ ਸ਼ਰਾਬ ਦੀ ਬੋਤਲਾਂ ਸਿਰ ਤੇ ਰੱਖ ਰੱਖ ਨੱਚੀ ਜਾ ਰਹੇ ਨੇ। ਮੈਨੂੰ ਲੱਗ ਗਿਆ ਪਤਾ, ਮੈਂ ਕਿਹਾ ਸਾਡੀ ਪ੍ਰਾਰਥਨਾ ਤਾਂ ਮੈਨੂੰ ਲੱਗਦਾ ਅੱਜ ਕੋਈ ਫਾਇਦਾ ਨਹੀਂ ਹੋਇਆ। ਪ੍ਰੋਡਕਸ਼ਨ ਨਹੀਂ ਹੈ। ਸੋਚੀਏ, ਜਦੋਂ ਜਾਨਵਰ ਜਹਾਜ਼ 'ਚ ਗਏ ਨੇ, ਨੂਹ ਜਹਾਜ਼ 'ਚ ਗਿਆ, ਉਹਦਾ ਪਰਿਵਾਰ ਜਹਾਜ਼ ਦੇ ਵਿੱਚ ਗਿਆ, ਗਏ, ਬਾਰਿਸ਼ ਹੋਈ ਆ। ਜੋ ਲੋਕ ਪਾਪ ਦੇ ਵਿੱਚ ਨੇ ਉਹ ਜਹਾਜ਼ ਦੇ ਵਿੱਚ ਨਹੀਂ ਨੇ, ਉਹਨਾਂ ਨੇ ਮਜ਼ਾਕ ਉਡਾਇਆ ਹੋਏਗਾ ਨੂਹ ਦਾ। ਜਦੋਂ ਬਾਰਿਸ਼ ਹੋਈ ਆ, ਜਹਾਜ਼ ਪਾਣੀ ਦੇ ਵਿੱਚ ਉੱਪਰ 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 ਜਾ ਰਿਹਾ ਹੈ। ਸੋਚੀਏ, ਦੂਸਰੇ ਲੋਕਾਂ ਦੇ ਲਈ ਪਾਣੀ ਇੱਕ ਸਮੱਸਿਆ ਦੀ ਤਰ੍ਹਾਂ ਹੈ, ਲੇਕਿਨ ਬਾਈਬਲ ਦੱਸਦੀ ਹੈ ਜਦੋਂ ਨੂਹ ਨੂੰ ਵੇਖਦੇ ਆ ਔਰ ਬਾਕੀ ਦੇ ਜਾਨਵਰਾਂ ਨੂੰ ਵੇਖਦੇ ਆ, ਇਹ ਪਾਣੀ ਇਹਨਾਂ ਦੇ ਲਈ ਇੱਕ ਬਰਕਤ ਦੇ ਵਾਂਗੂ ਹੈ। ਹਾਲੇਲੂਇਆ। ਜਿਹੜੇ ਲਾਪਰਵਾਹ ਵਿਅਕਤੀ ਨੇ, ਜਿੰਨਾ ਜਿੰਨਾ ਪਾਣੀ ਵੱਧਦਾ ਜਾ ਰਿਹਾ ਹੈ, ਸਮੱਸਿਆ ਵੱਧਦੀ ਜਾ ਰਹੀ ਹੈ, ਉਹ ਥੱਲੇ ਡੁੱਬਦੇ ਜਾ ਰਹੇ ਨੇ ਗਹਿਰਾਈ 'ਚ। ਔਰ ਜਿਵੇਂ ਜਿਵੇਂ ਪਾਣੀ ਵੱਧਦਾ ਜਾ ਰਿਹਾ, ਨੂੰ ਉਚਾਈਆਂ ਉਚਾਈਆਂ ਔਰ ਉਚਾਈਆਂ ਦੇ ਵੱਲ ਹੀ ਜਾ ਰਿਹਾ ਹੈ। ਵਿਸ਼ਵਾਸ ਕਰੋ, ਜਦੋਂ ਅੱਜ ਪ੍ਰਭੂ ਦਾ ਵਚਨ ਸੁਣਦੇ ਪਏ ਹੋ, ਅਗਰ ਸਹੀ ਤਰੀਕੇ ਨਾਲ ਪ੍ਰਭੂ ਦਾ ਵਚਨ ਅੰਦਰ ਜਾ ਰਿਹਾ ਹੈ, ਸਹੀ ਤਰੀਕੇ ਨਾਲ ਬਾਹਰ ਆ ਰਿਹਾ ਹੈ, ਪੂਰੀ ਦੁਨੀਆ ਦੇ ਵਿੱਚ ਸਮੱਸਿਆ ਆਏਗੀ। ਜਿਹੜੇ ਲੋਕ ਪਾਪ ਦੇ ਵਿੱਚ ਹੋਣਗੇ ਥੱਲੇ ਡੁੱਬਦੇ ਚਲੇ ਜਾਣਗੇ। ਅਗਰ ਤੁਹਾਡੀ ਚਾਲ ਸਹੀ ਹੈ, ਪਰਮੇਸ਼ਰ ਤੁਹਾਨੂੰ ਉੱਚਾ ਉੱਚਾ ਔਰ ਉੱਚਾ ਹੀ ਕਰਦਾ ਚਲਾ ਜਾਏਗਾ। ਹਾਲੇਲੂਇਆ। ਬਾਈਬਲ 'ਚ ਇੱਕ ਵਿਅਕਤੀ ਹੈ, ਉਹਦਾ ਨਾਮ ਯੂਸਫ ਹੈ। ਉਹਦੇ ਕੋਲ ਬੁੱਧੀ ਹੈਗੀ ਹੈ। ਬੁੱਧੀ ਇਹ ਨਹੀਂ ਹੈ ਕਿ ਉਹ ਹਿਸਾਬ ਤਾਂ ਬੜਾ ਵਧੀਆ ਰੱਖਦਾ ਹੈ, ਮੈਨੇਜਮੈਂਟ ਬੜੀ ਅੱਛੀ ਹੈ। ਉਹਦੇ ਅੰਦਰ ਬੁੱਧੀ ਹੈ, ਯਹੋਵਾ ਪਰਮੇਸ਼ਰ ਦਾ ਹੁਕਮ ਕਿਵੇਂ ਮੰਨਣਾ, ਯਹੋਵਾ ਪਰਮੇਸ਼ਰ ਦਾ ਪਿੱਛਾ ਕਿਵੇਂ ਕਰਨਾ ਹੈ। ਸਮਾਂ ਆਇਆ, ਉਹ ਜਿਹੜੀ ਬੁੱਧੀ ਸੀਗੀ ਨਾ, ਜਿਹੜੀ ਯਹੋਵਾ ਪਰਮੇਸ਼ਰ ਨੂੰ ਹਰ ਹਾਲ 'ਚ ਖੁਸ਼ ਕਿਵੇਂ ਰੱਖਣਾ ਹੈ, ਉਹ ਗੱਲਾਂ ਬੁੱਧੀ ਉਹਨੂੰ ਸਿਖਾਉਂਦੀ ਸੀ ਔਰ ਸਿੱਖਦਾ ਸੀ ਔਰ ਕਰਦਾ ਸੀ। ਸਮਾਂ ਅਜਿਹਾ ਆਇਆ, ਸਾਰੀ ਦੁਨੀਆ ਦੇ ਵਿੱਚ ਅਕਾਲ ਪਿਆ ਹੈਗਾ। ਯੂਸਫ ਆਪਦੇ ਘਰੇ ਵੀ ਉਹ ਪਸੰਦੀਦਾ ਵਿਅਕਤੀ ਨਹੀਂ ਹੈ, ਆਪਣੇ ਘਰ ਦੇ ਵਿੱਚ ਪਸੰਦੀਦਾ ਵਿਅਕਤੀ ਨਹੀਂ ਹੈ, ਆਪਣੇ ਭਰਾਵਾਂ ਦੇ ਵਿੱਚ ਪਸੰਦੀਦਾ ਵਿਅਕਤੀ ਨਹੀਂ ਹੈ। ਇੱਕ ਵਿਅਕਤੀ ਦੇ ਘਰੇ ਜੌਬ ਕਰਨ ਜਾਂਦਾ ਹੈ, ਉੱਥੇ ਉਹਨੂੰ ਨਾਪਸੰਦ ਕੀਤਾ ਜਾਂਦਾ ਹੈ, ਗੁਨਾਹਗਾਰ ਸਮਝਿਆ ਜਾਂਦਾ ਹੈ, ਜੇਲ੍ਹ 'ਚ ਪਾ ਦਿੱਤਾ ਜਾਂਦਾ। ਉਹ ਕਿਸੇ ਦਾ ਪਸੰਦੀਦਾ ਵਿਅਕਤੀ ਨਹੀਂ ਹੈ, ਲੇਕਿਨ ਬਾਈਬਲ 'ਚ ਲਿਖਿਆ ਹੈ ਯਹੋਵਾ ਪਰਮੇਸ਼ਰ ਦੇ ਉਹ ਪਸੰਦ ਦਾ ਵਿਅਕਤੀ ਹੈ। ਸਾਰੀ ਦੁਨੀਆ ਤੁਹਾਨੂੰ ਰਿਜੈਕਟ ਕਰੇ, ਨੋ ਪ੍ਰੋਬਲਮ। ਸਾਰੀ ਦੁਨੀਆ ਤੁਹਾਡਾ ਵਿਰੋਧ ਕਰੇ, ਨੋ ਪ੍ਰੋਬਲਮ। ਸਾਰੀ ਦੁਨੀਆ ਤੁਹਾਨੂੰ ਗਲਤ ਬੋਲੇ, ਪਰਵਾਹ ਨਾ ਕਰੋ। ਜੇ ਯਹੋਵਾ ਪਰਮੇਸ਼ਰ ਦਾ ਵਚਨ, ਉਹਦੀ ਪਰਵਾਹ ਕਰੋਗੇ ਨਾ, ਜੇ ਘੱਟੋ ਘੱਟ ਯਹੋਵਾ ਪਰਮੇਸ਼ਰ ਤੁਹਾਨੂੰ ਪਸੰਦ ਕਰੇਗਾ ਨਾ, ਜੇ ਯਹੋਵਾ ਪਰਮੇਸ਼ਰ ਪਸੰਦ ਕਰੇਗਾ, ਪਤਾ ਕੀ ਹੋਏਗਾ?
ਅੱਜ ਤੋਂ ਪਹਿਲਾਂ ਯੂਸਫ ਨੂੰ ਥੋੜੇ ਲੋਕ ਜਾਣਦੇ ਸੀ, ਜੇਲ੍ਹ ਦੇ ਵਿੱਚ ਗਿਆ, ਥੋੜੇ ਜਿਹੇ ਲੋਕ ਜੇਲ੍ਹ ਦੇ ਵਿੱਚ ਜਾਣਨ ਲੱਗ ਪਏ। ਰਾਜੇ ਦੇ ਸੁਪਨੇ ਦਾ ਮਤਲਬ ਦੱਸਿਆ, ਮਹਿਲ ਦੇ ਵਿੱਚ ਲੋਕੀ ਉਹਨੂੰ ਜਾਣਨ ਲੱਗ ਪਏ। ਲੇਕਿਨ ਸਮਾਂ ਅਜਿਹਾ ਆਇਆ, ਪੂਰੀ ਦੁਨੀਆ ਦੇ ਵਿੱਚ ਪ੍ਰੋਬਲਮ ਆਈ, ਅਕਾਲ ਪੈ ਗਿਆਗਾ, ਇੰਨਾ ਕੁ ਔਖਾ ਹੋ ਗਿਆ, ਖਾਣ ਦੇ ਲਈ ਰੋਟੀ ਨਹੀਂ ਹੈ। ਉਸ ਸਮੇਂ ਦੇ ਵਿੱਚ ਯਹੋਵਾ ਪਰਮੇਸ਼ਰ ਨੇ ਯੂਸਫ ਨੂੰ ਬੁੱਧੀ ਦਿੱਤੀ ਸੀ, ਕਿਉਂਕਿ ਉਹਦੇ ਪਿੱਛੇ ਪਿੱਛੇ ਚੱਲਦਾ ਸੀਗਾ। ਯੂਸਫ ਨੂੰ ਪਰਮੇਸ਼ਰ ਨੇ ਬਲੈਸ ਕੀਤਾ ਹੋਇਆ ਸੀਗਾ। ਔਰ ਜਦੋਂ ਸਮੱਸਿਆ ਆਈ ਨਾ, ਸਾਰੀ ਦੁਨੀਆ ਦੇ ਵਿੱਚ ਪਰਮੇਸ਼ਰ ਯਹੋਵਾ ਨੇ ਯੂਸਫ ਨੂੰ ਫੇਮਸ ਕਰ ਦਿੱਤਾ ਹੈਗਾ ਏ। ਔਰ ਯਹੋਵਾ ਪਰਮੇਸ਼ਰ ਉਸੇ ਤਰੀਕੇ ਨਾਲ ਤੁਹਾਨੂੰ ਫੇਮਸ ਕਰਨਾ ਚਾਹੁੰਦਾ ਤੁਹਾਡੀ ਗਵਾਹੀਆਂ ਦੇ ਜ਼ਰੀਏ। ਉਹ ਨਹੀਂ ਚਾਹੁੰਦਾ ਕਿ ਲੋਕ ਤੁਹਾਨੂੰ ਜਾਣਨ ਸਮੱਸਿਆਵਾਂ ਦੇ ਕਾਰਨ। ਯਹੋਵਾ ਪਰਮੇਸ਼ਰ ਚਾਹੁੰਦਾ ਲੋਕ ਤੁਹਾਨੂੰ ਜਾਣਨ ਤੁਹਾਡੀਆਂ ਗਵਾਹੀਆਂ ਦੇ ਜ਼ਰੀਏ, ਤਾਂ ਕਿ ਯਹੋਵਾ ਪਰਮੇਸ਼ਰ ਦੀ ਮਹਿਮਾ ਹੋਵੇ। ਸੋਚੀਏ, ਪਾਣੀ ਦੀ ਉਚਾਈ ਵੱਧ ਰਹੀ ਆ ਤੇ ਦੂਸਰੇ ਪਾਸੇ ਧਿਆਨ ਨਾਲ ਵੇਖੀ ਤਾਂ ਗਹਿਰਾਈ ਵੀ ਵੱਧਦੀ ਚਲੀ ਜਾ ਰਹੀ ਹੈ। ਲਾਪਰਵਾਹੀ ਵਾਲੇ ਵਿਅਕਤੀ, ਪਾਪ ਕਰਨ ਵਾਲੇ ਵਿਅਕਤੀ, ਯਹੋਵਾ ਪਰਮੇਸ਼ਰ ਦਾ ਮਜ਼ਾਕ ਉਡਾਉਣ ਵਾਲੇ ਵਿਅਕਤੀ, ਨੂਹ ਦਾ ਮਜ਼ਾਕ ਉਡਾਉਣ ਵਾਲੇ ਵਿਅਕਤੀ ਗਹਿਰਾਈ ਦੇ ਵਿੱਚ ਦਫਨ ਹੋ ਗਏ ਨੇ। ਔਰ ਯਹੋਵਾ ਪਰਮੇਸ਼ਰ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਨੂਹ, ਉਹ ਪਾਣੀ ਦੇ ਉੱਪਰ ਤੈਰਦਾ ਪਿਆ ਹੈ। ਪਰਮੇਸ਼ਰ ਯਹੋਵਾ ਚਾਹੁੰਦਾ ਹੈ ਤੁਹਾਨੂੰ ਨੂਹ ਦੀ ਤਰ੍ਹਾਂ ਪਾਣੀ ਦੇ ਉੱਪਰ ਤੈਰਾਉਣਾ। ਯਹੋਵਾ ਪਰਮੇਸ਼ਰ ਚਾਹੁੰਦਾ ਹੈ ਪਤਰਸ ਦੀ ਤਰ੍ਹਾਂ ਤੁਹਾਡੀ ਚਾਲ ਨੂੰ ਪਾਣੀ ਦੇ ਉੱਪਰ ਤੁਹਾਨੂੰ ਤੈਰਾਉਣਾ। ਹਾਲੇਲੂਇਆ। ਜੋ ਕੰਮ ਅਸੰਭਵ ਹੈ ਯਹੋਵਾ ਪਰਮੇਸ਼ਰ ਤੁਹਾਡੇ ਜ਼ਰੀਏ ਕਰਵਾਉਣਾ ਚਾਹੁੰਦਾ। ਅਗਰ ਤੁਸੀਂ ਤਿਆਰ ਹੋ ਤਾਂ ਪਰਮੇਸ਼ਰ ਵੀ ਰੈਡੀ ਹੈ। ਜਦੋਂ ਵਚਨ ਪੜ੍ਹ ਰਿਹਾ ਸੀ, ਮੈਨੂੰ ਪ੍ਰਭੂ ਨੇ ਬੁੱਧੀ ਦਿੱਤੀ। ਸੋਚੀਏ, ਜਾਨਵਰਾਂ ਦੇ ਉੱਪਰ ਫੋਕਸ ਹੈ ਪਰਮੇਸ਼ਰ ਦਾ। ਜਾਨਵਰਾਂ ਨੂੰ ਪਰਮੇਸ਼ਰ ਧਿਆਨ ਦੇ ਨਾਲ ਵੇਖਦਾ ਪਿਆਗਾ, ਜਾਨਵਰਾਂ ਤੋਂ ਉਮੀਦ ਕਰਦਾ ਪਿਆਗਾ ਕਿ ਇਹ ਵਧਣਗੇ ਪੂਰੀ ਧਰਤੀ ਦੇ ਉੱਪਰ। ਹੁਣ ਕਈ ਲੋਕੀ ਕਹਿਣਗੇ, ਜੇ ਉਹ ਆਦਮ ਨੂੰ ਬਣਾ ਸਕਦਾ ਹੈ, ਸਾਰੀ ਧਰਤੀ ਨੂੰ ਬਣਾ ਸਕਦਾ, ਜਾਨਵਰ ਵੀ ਉਹ ਦੁਬਾਰਾ ਬਣਾ ਸਕਦਾ ਸੀਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਕੋਈ ਸੋਰਸ ਅਵੇਲੇਬਲ ਹੈ, ਜਦੋਂ ਕੋਈ ਚੀਜ਼ ਪਹਿਲਾਂ ਤੋਂ ਉਪਲਬਧ ਹੈ ਜੋ ਵੱਧ ਸਕਦੀ ਹੈ, ਪਰਮੇਸ਼ਰ ਯਹੋਵਾ ਨੂੰ ਕ੍ਰੀਏਟ ਨਹੀਂ ਕਰੇਗਾ, ਲੇਕਿਨ ਜੋ ਖੁਦ ਵੱਧ ਸਕਦੇ ਹਨ ਪਰਮੇਸ਼ਰ ਉਹਨਾਂ ਨੂੰ ਬਲੈਸ ਕਰੇਗਾ ਕਿ ਉਹ ਵੱਧ ਪਾਉਣ। ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਵੱਧ ਸਕਦੇ ਹੋ। ਔਰ ਪਰਮੇਸ਼ਰ ਅੱਜ ਤੁਹਾਨੂੰ ਬਲੈਸ ਕਰਨਾ ਚਾਹੁੰਦਾ ਹੈ, ਤਦ ਹੀ ਤੁਸੀਂ ਇਹ ਵਚਨ ਸੁਣਦੇ ਪਏ ਹੋ। ਸੋਚੀਏ, ਬਾਈਬਲ ਦੇ ਵਿੱਚ ਲਿਖਿਆ ਸਾਰੇ ਜਾਨਵਰ, ਉਹਨਾਂ ਦੇ ਅੰਦਰ ਬੁੱਧੀ ਆ ਗਈ ਹੈ, ਉਹ ਸਾਰੇ ਜਹਾਜ਼ ਦੇ ਵੱਲ ਜਾ ਰਹੇ ਨੇ। ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਐ ਨਹੀਂ ਲੱਗਦਾ ਨੂਹ ਹੀਰੋ ਹੈ? ਤੁਹਾਨੂੰ ਲੱਗੇ ਭਾਵੇਂ ਨਾ ਲੱਗੇ, ਨੂਹ ਸੱਚੀ ਮੁੱਚੀ ਹੀਰੋ ਹੀ ਹੈ। ਕਿਉਂਕਿ ਪੂਰੀ ਧਰਤੀ ਦੇ ਉੱਪਰ ਬਾਈਬਲ 'ਚ ਲਿਖਿਆ ਕੱਲਾ ਨੂਹ ਬਚਿਆ ਹੈਗਾ ਏ, ਹੋਰ ਕੋਈ ਵੀ ਬਚਿਆ ਨਹੀਂ ਹੈ। ਅੱਜ ਇਮਾਨਦਾਰੀ ਨਾਲ ਹੱਥ ਖੜਾ ਕਰੇ ਕੋਈ। ਕਿੰਨੇ ਜਣੇ ਆਪਣੇ ਜੀਵਨ 'ਚ ਕਈ ਵਾਰੀ ਡਰਾਈਨੈਸ ਨੂੰ ਮਹਿਸੂਸ ਕਰਦੇ ਨੇ, ਖੁਸ਼ਕੀ, ਖਾਲੀਪਨ ਕਿੰਨੇ ਜਣੇ ਮਹਿਸੂਸ ਕਰਦੇ ਨੇ? ਇਮਾਨਦਾਰੀ ਨਾਲ ਹੱਥ ਖੜਾ ਕਰੋ ਜੀ। ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਖਾਲੀਪਨ ਮਹਿਸੂਸ ਕਰਦੇ ਹੋ ਨਾ, ਨੂਹ ਔਰ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈਗਾ। ਉਹਦੇ ਜੀਵਨ ਦੇ ਵਿੱਚ ਵੀ ਖਾਲੀਪਨ ਸੀਗਾ। ਅਗਰ ਉਹਦੇ ਜੀਵਨ 'ਚ ਖਾਲੀਪਨ ਸੀ, ਪਰਮੇਸ਼ਰ ਨੇ ਉਹਨੂੰ ਉੱਚਾ ਕੀਤਾ, ਪਰਮੇਸ਼ਰ ਤੁਹਾਨੂੰ ਵੀ ਉੱਚਾ ਕਰੇਗਾ। ਹੁਣ ਤੁਸੀਂ ਕਹੋਗੇ ਖਾਲੀਪਨ ਕਿੱਥੇ ਹੈਗਾ ਪਾਸਟਰ ਜੀ? ਮੈਂ ਤੁਹਾਨੂੰ ਦੱਸਦਾ, 5ਵਾਂ ਅਧਿਆਇ 32 ਅਧ ਪੜ੍ਹੀ, ਕਿੰਨੇ ਨੇ ਪੜ੍ਹੀ? ਦੁਬਾਰਾ ਪੜ੍ਹਿਓ ਜੇ, ਕੀ ਲਿਖਿਆ ਹੈਗਾ ਉੱਥੇ, ਧਿਆਨ ਨਾਲ ਪੜ੍ਹੋ ਕੀ ਲਿਖਿਆ ਹੈਗਾ ਉੱਥੇ। ਉਹਦੇ ਜੀਵਨ 'ਚ ਖਾਲੀਪਨ ਕਿਵੇਂ, ਮੈਂ ਤੁਹਾਨੂੰ ਦੱਸਦਾ ਹੈਗਾ। उसने यह कहकर उसका नाम नूह रखा, यहोवा ने जो पृथ्वी को शाप दिया है उसके 5 ਦੀ 32। और नूह 500 वर्ष का हुआ, और नूह से शेम और हाम और यपेत का जन्म हुआ। ਹਾਲੇਲੂਇਆ। हालेलुया। ਕਿੰਨੇ ਸਾਲਾਂ ਦਾ ਹੋ ਗਿਆ ਇਹਨੂੰ? 500। 50 ਸਾਲ, 100 ਸਾਲ ਨਹੀਂ, ਕਹਿੰਦੇ 500 ਸਾਲਾਂ ਦਾ ਹੋਇਆ ਏ। ਫੇਰ ਕਿਤੇ ਜਾ ਕੇ ਬੱਚੇ ਮਿਲੇ ਨੇ, ਬੱਚੇ ਨਹੀਂ ਹੈਗੇ ਨੂਹ ਦੇ। ਸੋਚੋ, ਐਡੀ ਮਹਾਨ ਯੋਜਨਾ ਪਰਮੇਸ਼ਰ ਯਹੋਵਾ ਦੀ ਨੂਹ ਦੇ ਜੀਵਨ ਦੇ ਵਿੱਚ ਹੋਵੇ, ਨੂਹ ਦੇ ਉੱਪਰ ਫੋਕਸ ਹੋਵੇ ਪਰਮੇਸ਼ਰ ਯਹੋਵਾ ਦਾ ਕਿ ਇਹ ਪੂਰੀ ਦੁਨੀਆ ਨੂੰ ਬਚਾਏਗਾ। ਆਲਰੇਡੀ ਭਵਿੱਖਬਾਣੀ ਕੀਤੀ ਗਈ ਸੀਗੀ ਕਿ ਨੂਹ ਦੁਨੀਆ ਨੂੰ ਬਚਾਏਗਾ, ਦੁਨੀਆ ਦੇ ਵਾਅਦੇ ਦਾ ਕਾਰਨ ਹੋ ਗਿਆ, ਇਹ ਤੋਂ ਸ਼ੁਰੂਆਤ ਹੋਏਗੀ। ਸੋਚੀਏ, ਆਲਰੇਡੀ ਭਵਿੱਖਬਾਣੀ ਹੈਗੀ ਆ, ਐਡੀ ਵੱਡੀ ਭਵਿੱਖਬਾਣੀ, ਐਡੀ ਵੱਡੀ ਯੋਜਨਾ। ਤੇ ਜੇ ਨੂਹ ਦੇ ਜੀਵਨ ਨੂੰ ਕੋਈ ਦੇਖੇਗਾ ਤੇ ਬਰਕਤ ਨਜ਼ਰ ਨਹੀਂ ਆ ਰਹੀ। 500 ਸਾਲ ਦਾ ਹੋਇਆ ਏ, ਫੇਰ ਬੱਚੇ ਹੋਏ ਨੇ। ਤਾਂ ਮੈਨੂੰ ਇਹ ਦੱਸੋ, 500 ਸਾਲ ਤੋਂ ਪਹਿਲਾਂ ਜਦੋਂ ਬੱਚੇ ਨਹੀਂ ਹੋਣਗੇ, ਖਾਲੀਪਨ ਉਹਦੇ ਜੀਵਨ 'ਚ ਹੋਏਗਾ ਕਿ ਨਹੀਂ ਹੋਏਗਾ? ਡਰਾਈਨੈਸ ਹੋਏਗੀ ਕਿ ਨਹੀਂ ਹੋਏਗੀ? ਨਿਰਾਸ਼ਾ ਹੋਏਗੀ ਜਾਂ ਨਹੀਂ ਹੋਏਗੀ? ਤੇ ਅਗਰ ਅੱਜ ਤੁਹਾਡੇ ਜੀਵਨ 'ਚ ਨਿਰਾਸ਼ਾ ਹੈਗੀ ਨਾ, ਤੁਹਾਡੇ ਔਰ ਨੂਹ ਦੇ ਵਿੱਚ ਕੋਈ ਫਰਕ ਨਹੀਂ ਹੈ। ਤੁਸੀਂ ਵੀ ਵੱਡੇ ਕੰਮਾਂ ਨੂੰ ਕਰਨ ਵਾਲੇ ਹੋਵੋਗੇ ਔਰ ਯਹੋਵਾ ਪਰਮੇਸ਼ਰ ਤੁਹਾਡੇ ਤੋਂ ਵੱਡੇ ਕੰਮ ਕਰਵਾਏਗਾ। ਬਾਈਬਲ 'ਚ ਲਿਖਿਆ 500 ਸਾਲ ਦਾ ਨੂਹ ਹੋ ਗਿਆ, ਬੱਚੇ ਫੇਰ ਹੋਏ ਨੇ। ਤੇ ਕੋਈ ਵਿਅਕਤੀ ਕਹਿ ਸਕਦਾ ਹੈਗਾ, ਆਪਦੇ ਤਾਂ ਬੱਚੇ ਨਹੀਂ ਹੁੰਦੇ, ਇਹ ਕੀ ਕਰੂਗਾ? ਕੀ ਕਰੂਗਾ ਪਰਮੇਸ਼ਰ ਦੇ ਲਈ? ਅੱਜ ਘਬਰਾਇਓ ਨਾ। ਅਗਰ ਤੁਹਾਡੇ ਜੀਵਨ ਦੇ ਵਿੱਚ ਕੁਝ ਅਜਿਹਾ ਹੋ ਗਿਆ ਹੈ ਜਿਹੜਾ ਦੁਨੀਆਦਾਰੀ ਦੇ ਲਈ ਮਜ਼ਾਕ ਦਾ ਕਾਰਨ ਬਣ ਗਿਆ ਹੈਗਾ ਏ, ਘਬਰਾਇਓ ਜੇ ਨਾ।
अगर यहोवा परमेश्वर की नजर तुहाडे उपर है, तुहानू कोई नीचे नहीं रख पाएगा। यहोवा परमेश्वर उच्चा उच्चा और उच्चा उठाएगा तुहानू। कोई शराब तुहानू नीचे नहीं कर पाएगा। पर प्रोडक्शन करने वाले होने चाहिए, घट्टो घट कुछ ना कुछ पैदा करने वाले असं होने चाहिए। ये नहीं वचन जा रहा है जा रहा है जा रहा है, साडा पास्टर 10 बारी 20 बारी एक गल समझा रहा, एक बारी भी उन्होंने साडे अंदर कुछ अजिहा नहीं मिलता पाया कि वो अपने सेम टॉपिक नू बंद करके अगे जा पावे। अगर पहला स्टैप ही नहीं पास किया, तुसी पहली क्लास पास ही नहीं की, दूसरी क्लास किवें एडमिशन मिलेगी? दूसरी क्लास का एग्जाम नहीं दिता, थर्ड क्लास दे विच किवें जाओगे? सानू दुनियादारी दे नियम पता ने, प्रभु के नियमां दी कई बार सानू समझ नहीं है। किन्ने जने चाहते हैं कि जिवें नूह ने बरकत पाई असीं भी बरकत पाईए, बरकत का कारण बणीए, शुरुआत बणीए। सारे ने अज तो पहले नंबर ते प्रार्थना ये करनी, तुसीं अपने लिए प्रभु के घर च ये वादा करके ना बहाने नहीं मारने, पहले नंबर ते एक्सक्यूज ने बंद करने ने। असीं ये साडा ना नंबर 1 साडा ना हॉबी है, साडे क्रिश्चियन लोगों की हॉबी कहूँगा मैं। बहाने साडे बड़े जबरदस्त ने। पास्टर गल कोई पुछ ले सही, बहाने ते फिर बहाने 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 बहाने। एक्सक्यूज, झूठ, इन्हां गल्लां नूं बंद करना पैना है सानूं। जदों इन्हां गल्लां नूं बंद करोगे ना, यहोवा परमेश्वर नूं दसोगे कि प्रभु जी तुहाडा वचन अंदर गया है, मैं कुछ ना कुछ पैदा किया है, मैं झूठ मारन दी आदत सी नूं छड्ड के खराई नूं पैदा किया है। जदों यहोवा परमेश्वर देखेगा ना ये वध रहा है, ये वध सकता है और फैल सकता है, परमेश्वर ब्लेस करेगा और बुद्धि भी देगा। जदों 6वां अध्याय पढ़ते हैं, बाइबल लिखा, पहली अध्याय में लिखा, मनुख जाति जिहड़ी आ, फिर जब मनुष्य जाति मनुष्य भूमि के ऊपर बहुत बढ़ने लगे और उनके बेटियां उत्पन्न हुई। सोचिए, एक पास तो बच्चे बच्चे हो रहे ने, लैना ही लगी जा रही ने। नूह 500 साल का हो गया, बच्चे नहीं हो रहे। 500 साल की उम्र के जाके बच्चे पैदा होए ने। 3 शेम हाम यपेत 500 साल की एज के जाके बच्चे पैदा होए ने। सोचिए, ਇਹਦਾ मतलब ਉਹਦੀ ਵਾਈਫ ਉਦੋਂ ਪਹਿਲਾਂ ਬਾਂਝ ਹੈ, ਬੱਚੇ ਪੈਦਾ ਨਹੀਂ ਹੋਏ। ਬਾਂਝ ਹੈ, ਬੱਚੇ ਪੈਦਾ ਨਹੀਂ ਹੋ ਰਹੇ, ਬੱਚੇ ਪੈਦਾ ਹੋਏ ਨੇ। ਪਰਮੇਸ਼ਰ ਇਸ ਵਿਅਕਤੀ ਨੂੰ ਬਲੈਸ ਕੀਤਾ ਹੈਗਾ ਹੈ। ਸੋਚੀਏ, ਖਰਾਈ ਦੇ ਨਾਲ ਚੱਲਣ ਦੇ ਬਾਵਜੂਦ ਬਰਕਤ ਲੇਟ ਹੈ। ਅੱਜ ਮੈਂ ਤੁਹਾਨੂੰ ਪ੍ਰਭੂ ਦੇ ਲੋਕ ਕਹਿਣਾ ਚਾਹੁੰਦਾ ਹੈ, ਆਪਣੀ ਚਾਲ ਪ੍ਰਭੂ ਦੇ ਵਚਨ ਦੇ ਅਨੁਸਾਰ ਖਰੀ ਰੱਖਿਓ ਜੀ, ਨੋ ਪ੍ਰੋਬਲਮ। ਸਾਡੇ ਹਿਸਾਬ ਨਾਲ ਬਰਕਤ ਸਾਨੂੰ ਲੱਗੇਗਾ ਲੇਟ ਹੋਏਗੀ, ਲੇਕਿਨ ਉਹ ਲੇਟ ਨਹੀਂ ਹੋਏਗੀ, ਉੱਥੋਂ ਬਰਕਤਾਂ ਦੀ ਸ਼ੁਰੂਆਤ ਹੋਏਗੀ। इतों यहोवा परमेश्वर ने इस तरह लगता, दुनियादारी के लोग कह सकते हैं बरकत बड़ी लेट मिली जी 500 साल की उम्र च। साडे हिसाब नाल लेट हो सकता है, लेकिन यहोवा परमेश्वर एक नवे दौर की नवे युग की शुरुआत करने लिए जा रहे सीगे। तुहाडे जीवन दे विच भी यहोवा परमेश्वर कुछ नवा शुरू करने लिए जा रहे हैं। ताइयों अज दा वचन तुसीं सुनदे पए हो ते बाइबल दे विच लिखिआ, इन्हां बच्चों के विआह भी हो गए ने, विआह भी हो गए ने। उधर प्रभु तो काम भी मिल चुका है। नूह नूं काम मिलिया कि तू एक जहाज बनाना है। सोचो, जहाज बनाना सौखा काम नहीं है। सौखा इसलिए नहीं है कि इन्नियां लकड़ां कित्थों आउणगीਆਂ, लकड़ां नूं तैयार किवें कीता जाएगा, उचाई तक लकड़ां किवें जाणगीਆਂ, 3-3 मंजिला जहाज हैगा है, उत्तों तक किवें लेके जावांगे लकड़ां नूं इन्नियां भारियां नूं। और सब तो वड्डा चैलेंज दुनियादारी दा, लोकी मजाक उड़ाउणगे, टिचरां करनगे। ध्यान देना, बाइबल पढ़ो, अज तो पहला बारिश नहीं हुई, बारिश ही नहीं हो रही, धरती ते कदे भी बारिश नहीं हुई। और नूह जो जहाज बनाएगा, लोग आके पूछणगे कादे लई जहाज बन रहा, बारिश आएगी। ते अज तो पहला बारिश का किसी ने नामो निशान तक सुनिया नहीं है, क्योंकि बारिश हुई ही नहीं पृथ्वी के उपर कदे भी। ते जदों नूह कहंदा होएगा बारिश होएगी, ते लोकी नूं मूर्ख है कि मजाक उड़ाउंदे होणगे या नहीं उड़ाउंदे होणगे। अज कई बार जदों तुसीं चर्च आउंदे हो ना, सारे कामां कारां नूं छड्ड के जो कीमती ने पैसे वाले काम कर, जॉब दे उत्तों छुट्टी लैके आ रहे हो, पेड छुट्टी, तुहाडे पैसे कट्टे जा रहे ने, रिश्तेदारी च प्रोग्राम आ, तुसीं ओनूं छड्ड के आ रहे हो। तुहानूं शाबाश हो सकदा कोई ना देवे, तुहानूं मूर्ख कहण। जदों तुहानूं मूर्ख लोकी कहणगे ना, ये तुहाडे लई चिन्ह होएगा कि तुहाडी गवाही बड़ी जबरदस्त और महान होएगी। इत्थे नूह नूं भी समझदार नहीं क्या होया किसी ने, मूर्ख क्या होएगा। एड्डा वड्डा जहाज जे बनाउणा ही है, छोटा जिहा बना लो, 8 जने तो तुसीं परिवारिक मैंबर हैगे आ। एड्डा वड्डा जहाज कद लई, जानवर भी आउणगे इहदे च, शेर भी आएगा, बकरी भी सेम जगह के उपर। सोचो, जो ये गल्लां सारियां नूह, हो सकता कुछ लोग पुछदे होणगे नूह दसदा होएगा, नूह नूं शाबाश देने वाला कोई नहीं होएगा। अज अगर तुहानूं शाबाश देने वाला कोई नहीं होएगा, डोंट वरी, परमेश्वर यहोवा तुहानूं देखदा पिया। तुहाडी बुद्धि वालीआं गल्लां जदों वचन दे अनुसार तुसीं करदे पिया ना, यहोवा परमेश्वर उन्हां नूं वेख रिहा हैगा है। और
ਤੁਹਾਡਾ ਪ੍ਰਤੀਫਲ ਛੋਟਾ ਪ੍ਰਭੂ ਨੇ ਨਹੀਂ ਰੱਖਿਆ, ਬਹੁਤ ਵੱਡਾ ਔਰ ਮਹਾਨ ਰੱਖਿਆ ਹੋਇਆ ਹੈ। ਸੋਚੀ 100 ਸਾਲ ਲੱਗ ਗਏ ਨੇ ਜਹਾਜ਼ ਬਣਦੇ ਬਣਦੇ। 100 ਸਾਲ ਮਜ਼ਾਕ ਦਾ ਸਾਹਮਣਾ ਨੂਹ ਨੇ ਕੀਤਾ ਹੋਏਗਾ, ਵਿਰੋਧ ਦਾ ਸਾਹਮਣਾ ਕੀਤਾ ਹੋਏਗਾ, ਲੋਕੀ ਇਹਨੂੰ ਮੂਰਖ ਕਹਿੰਦੇ ਹੋਣਗੇ, ਅਲੱਗ-ਅਲੱਗ ਤਰ੍ਹਾਂ ਦੇ ਇਹਨੂੰ ਨਾਮ ਦੇ ਦਿੱਤੇ ਗਏ ਹੋਣਗੇ। 100 ਸਾਲਾਂ ਦੇ ਵਿੱਚ 100 ਸਾਲਾਂ ਦੇ ਵਿੱਚ ਕੁਝ ਵੀ ਅੱਛਾ ਸੁਣਨ ਨੂੰ ਇਹਨੂੰ ਮਿਲਿਆ ਹੀ ਨਹੀਂ ਹੈ। ਔਰ ਸਭ ਤੋਂ ਜ਼ਬਰਦਸਤ ਗੱਲ ਪਤਾ ਕੀ ਹੈ, ਜਿਹੜੀ ਮੈਂ ਸ਼ੁਰੂਆਤ 'ਚ ਕਹੀ ਸੀ, 100 ਸਾਲ 'ਚ ਯਹੋਵਾ ਪਰਮੇਸ਼ਰ ਨੇ ਇਹਦੇ ਨਾਲ ਗੱਲ ਵੀ ਨਹੀਂ ਕੀਤੀ ਹੈ। ਮੈਂ ਦੱਸਿਆ ਨਾ ਪਹਿਲਾਂ ਸ਼ੁਰੂਆਤ 'ਚ, ਕੁਝ ਲੋਕ ਅਜਿਹੇ ਨੇ ਉਹ ਪ੍ਰਭੂ ਤੋਂ ਦੂਰ ਨੇ, ਉਹਨਾਂ ਦੇ ਜੀਵਨ 'ਚ ਵੀ ਪ੍ਰਭੂ ਦੀ ਆਵਾਜ਼ ਨਹੀਂ। ਕੁਝ ਲੋਕ ਪ੍ਰਭੂ ਦਾ ਕੰਮ ਕਰਦੇ ਪਏ ਨੇ, ਕੰਪਲੀਟ ਨਹੀਂ ਕੀਤਾ, ਉਹਨਾਂ ਦੇ ਜੀਵਨ 'ਚ ਵੀ ਆਵਾਜ਼ ਨਹੀਂ ਹੈ। 100 ਸਾਲ ਪ੍ਰਭੂ ਨੇ ਇਹਨਾਂ ਨਾਲ ਗੱਲ ਨਹੀਂ ਕੀਤੀ। 100 ਸਾਲ ਇਹਨੂੰ ਆਵਾਜ਼ ਹੀ ਸੁਣਾਈ ਨਹੀਂ ਦਿੱਤੀ ਹੈ। ਪਰ ਬਾਈਬਲ 'ਚ ਲਿਖਿਆ ਜੋ ਵਚਨ ਇਹਦੇ ਅੰਦਰ ਗਿਆ ਸੀਗਾ, ਜਹਾਜ਼ ਬਣਾਉਣਾ ਹੈ। ਹੁਣ ਮੈਨੂੰ ਇਹ ਦੱਸੋ, ਕੁਛ ਇਹਨੇ ਪੈਦਾ ਕੀਤਾ ਹੈ ਜਾਂ ਨਹੀਂ ਕੀਤਾ ਹੈ? ਜਹਾਜ਼ ਤਿਆਰ ਕੀਤਾ ਹੈ ਜਾਂ ਨਹੀਂ ਕੀਤਾ ਹੈ? ਇਹਦਾ ਮਤਲਬ ਕੁਛ ਨਾ ਕੁਛ ਪ੍ਰੋਡਕਸ਼ਨ ਇਹਦੇ ਅੰਦਰ ਹੋਈ ਹੈ। ਓਕੇ, ਇਹ ਟੋਟਲ 8 ਪਰਿਵਾਰਿਕ ਮੈਂਬਰ ਨੇ। ਨੂਹ ਹੈ, ਉਹਦੀ ਵਾਈਫ ਹੈਗੀ ਆ, 3 ਬੇਟੇ ਨੇ, ਉਹਨਾਂ ਦੀਆਂ ਪਤਨੀਆਂ ਹੈਗੀਆਂ ਨੇ। ਕਿੰਨੇ ਨੇ ਹੋ ਗਏ ਟੋਟਲ? ਹੱਥ ਖੜੇ ਕਰਕੇ ਦੱਸੋ ਕਿੰਨੇ ਹੈਗੇ ਨੇ? 8 ਨਹੀਂ, 8 ਦੋਵੇਂ ਹੱਥਾਂ ਨਾਲ ਬੰਨ ਗਏ। ਕਿਵੇਂ ਕਿਵੇਂ ਬੰਨ ਗਏ 8? ਵੈਰੀ ਗੁੱਡ। ਐਂ ਵੀ ਬਣਾ ਸਕਦੇ, 4-4 ਵੀ ਕਰ ਸਕਦੇ ਆ, 5, ਫਿਰ ਇੱਕ ਪਾਸੇ ਬੈਲੈਂਸ ਨਾ ਖਰਾਬ ਹੋ ਜਾਏ। 4-4 ਵੀ ਠੀਕ ਹੈਗੇ ਨੇ। 8 ਹੈਗੇ ਨੇ। ਤੁਹਾਨੂੰ ਐ ਨਹੀਂ ਲੱਗਦਾ 500 ਸਾਲ ਦੀ ਉਮਰ ਦੇ ਵਿੱਚ ਪਰਮੇਸ਼ਰ ਯਹੋਵਾ ਨੇ ਬੇਟੇ ਵੀ ਦੇ ਦਿੱਤੇ ਨੇ, ਮੈਰਿਜ ਵੀ ਹੋ ਗਈ ਆ? ਤੁਹਾਨੂੰ ਐ ਨਹੀਂ ਲੱਗਦਾ ਨੂਹ ਦੇ ਵੀ 500 ਸਾਲ ਦੀ ਉਮਰ 'ਚ ਜਾ ਕੇ ਬੱਚੇ ਪੈਦਾ ਹੋਏ ਨੇ? ਵਿਆਹ ਨੂੰ ਇਹਦੇ ਬੇਟਿਆਂ ਦੇ ਵੀ ਹੋ ਗਏ ਬੱਚੇ, ਇਹਨਾਂ ਦੇ ਵੀ ਪੈਦਾ ਨਹੀਂ ਹੋਏ? ਯਹੋਵਾ ਪਰਮੇਸ਼ਰ ਦੀ ਆਗਿਆ ਮੰਨਣ ਤੋਂ ਬਾਅਦ 3 ਬੇਟੇ ਨੇ ਨੂਹ ਦੇ, ਇਹਨਾਂ ਦੇ ਵੀ ਬੱਚੇ ਪੈਦਾ ਨਹੀਂ ਹੋ ਰਹੇ। ਇਹਨਾਂ ਦੀ ਵਾਈਫ ਪ੍ਰੈਗਨੈਂਟ ਨਹੀਂ ਹੋ ਰਹੀਆਂ, ਦੁਨਿਆਵੀ ਤੌਰ ਤੇ ਪ੍ਰੋਡਕਸ਼ਨ ਨਹੀਂ ਹੋ ਰਹੀ, ਬੇਬੀ ਬਲੇਸਿੰਗ ਨਹੀਂ ਆ ਰਹੀ। ਲੇਕਿਨ ਯਹੋਵਾ ਪਰਮੇਸ਼ਰ ਦੀ ਗੱਲ ਮੰਨ ਕੇ ਜ਼ਰੂਰ ਕੁਝ ਨਾ ਕੁਝ ਆਤਮਾ ਦੇ ਵਿੱਚ ਪੈਦਾ ਕਰਦੇ ਪਏ ਨੇ। ਅੱਜ ਦੁਨਿਆਵੀ ਤੌਰ ਤੇ ਅਗਰ ਹੋ ਸਕਦਾ ਤੁਹਾਡੇ ਜੀਵਨ 'ਚ ਰਿਜ਼ਲਟ ਨਹੀਂ ਨਾ ਹੈਗਾ, ਨੋ ਪ੍ਰੋਬਲਮ। ਆਤਮਿਕ ਤੌਰ ਤੇ ਤੁਹਾਡਾ ਵਾਧਾ ਰੁਕਣਾ ਨਹੀਂ ਚਾਹੀਦਾ। ਤੁਸੀਂ ਪ੍ਰਾਰਥਨਾ ਕਰਨ ਵਾਲੇ ਹੋਣੇ ਚਾਹੀਦੇ, ਵਚਨ ਪੜ੍ਹਨ ਵਾਲੇ ਹੋਣੇ ਚਾਹੀਦੇ ਆ, ਫਾਸਟਿੰਗ ਕਰਨ ਵਾਲੇ ਹੋਣੇ ਚਾਹੀਦੇ ਆ, ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕਰਨ ਵਾਲੇ ਤੁਸੀਂ ਹੋਣੇ ਚਾਹੀਦੇ ਆ। ਨੋ ਪ੍ਰੋਬਲਮ। ਦੁਨਿਆਵੀ ਤੌਰ ਤੇ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਨੇ, ਨਹੀਂ ਆ ਰਹੀਆਂ ਨੇ, ਨੋ ਪ੍ਰੋਬਲਮ। ਪ੍ਰਭੂ ਦਾ ਕੰਮ ਪਹਿਲੇ ਨੰਬਰ ਤੇ ਕਰਿਓ ਜੀ, ਉਸ ਤੋਂ ਬਾਅਦ ਤੁਹਾਡੀ ਬਰਕਤ ਵੀ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ। ਤਾਂਜੋ ਏਲੀਆ ਕਹਿੰਦਾ ਰੋਟੀ ਪਹਿਲੀ ਮੇਰੀ ਆ। ਉਹ ਕਹਿੰਦੇ ਹੈਗੀ ਇੱਕ ਆ ਤੇ ਪਹਿਲੀ ਕਾਦੀ ਹੋਈ? ਔਰਤ ਕਹਿੰਦੀ ਇੱਕ ਹੀ ਰੋਟੀ ਆ। ਕਹਿੰਦਾ ਫਿਰ ਮੇਰੇ ਵਾਸਤੇ ਲੈ ਕੇ ਆਓ ਪਹਿਲੇ ਨੰਬਰ ਤੇ। ਉਹ ਬੜਾ ਜ਼ਬਰਦਸਤ ਲੱਗਦਾ ਪ੍ਰਭੂ ਦਾ ਮੈਨੂੰ ਵਚਨ। ਉਹ ਕਹਿੰਦੀ ਇੱਕ ਹੀ ਆ, ਕਹਿੰਦਾ ਮੇਰੇ ਵਾਸਤੇ, ਬਾਕੀ ਤੁਸੀਂ ਖਾ ਲਓ ਜੀ। ਕਹਿੰਦੇ ਪਿੱਛੇ ਕੁਝ ਹੈ ਹੀ ਨਹੀਂ, ਇੱਕ ਹੀ ਰੋਟੀ, ਉਹ ਵੀ ਨਿੱਕੀ ਜੀ ਆ, ਅੱਧੀ ਅੱਧੀ ਖਾਣੀ ਆ ਤੇ ਮਰ ਜਾਣਾ ਸੀ। ਕਹਿੰਦਾ ਨਹੀਂ, ਪਹਿਲਾਂ ਮੇਰੇ ਵਾਸਤੇ, ਬਾਕੀ ਬਾਅਦ ਚ ਖਾਇਓ ਜੀ ਤੁਸੀਂ। ਪ੍ਰਭੂ ਨੇ ਬੁੱਧੀ ਦਿੱਤੀ ਉਸ ਔਰਤ ਨੂੰ। ਬਾਈਬਲ 'ਚ ਲਿਖਿਆ ਰੋਟੀ ਲੈ ਗਈ, ਏਲੀਆ ਨੇ ਖਾਧੀ, ਬਲੈਸਿੰਗ ਦਿੱਤੀ। ਉਸ ਤੋਂ ਬਾਅਦ 'ਚ ਉਹਦਾ ਸਾਰਾ ਘਰਾਣਾ, ਸਾਰੇ ਅਕਾਲ ਦੇ ਵਿੱਚ ਰੱਜ ਕੇ ਪੇਟ ਭਰ ਖਾਣਾ ਖਾਂਦੇ ਰਹੇ। ਉਹਨਾਂ ਨੂੰ ਅਕਾਲ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਈ। ਨੂਹ ਦੇ ਬੇਟਿਆਂ ਦੇ ਜੀਵਨ ਦੇ ਵਿੱਚ ਵੀ ਬਰਕਤ ਨਹੀਂ ਹੈ। ਬੇਬੀ ਦੀ ਪਤਨੀਆਂ ਬਾਂਝ ਨਜ਼ਰ ਆ ਰਹੀਆਂ ਨੇ, ਉਹਦੇ ਬਾਵਜੂਦ ਜੋ ਕੰਮ ਪਰਮੇਸ਼ਰ ਦੇ ਲਈ ਕਰਨਾ, ਉਹਦੇ 'ਚ ਕੋਈ ਰੁਕਾਵਟ ਨਹੀਂ ਹੈ, ਉਹਦੇ 'ਚ ਕੋਈ ਸੁਸਤੀ ਨਹੀਂ ਹੈ, ਉਹਦੇ 'ਚ ਕੋਈ ਬਹਾਨਾ ਨਹੀਂ ਹੈ। ਲਗਾਤਾਰ ਉਹ ਕੰਮ ਕਰਦੇ ਪਏ ਨੇ। ਨੂਹ ਕੰਮ ਕਰਦਾ ਪਿਆ, ਉਹਦੀ ਵਾਈਫ ਕੰਮ ਕਰਦੀ ਪਈ ਹੈ, 3 ਬਹੂਆਂ ਕੰਮ ਕਰਦੀਆਂ ਪਈਆਂ, 3 ਬੇਟੇ ਕੰਮ ਕਰਦੇ ਪਏ ਨੇ। ਉਹ ਕੰਮ ਕਰਦੇ ਪਏ ਨੇ, 100 ਸਾਲ ਹੋ ਗਿਆ ਕੰਮ ਕਰਦਿਆਂ ਨੂੰ। ਤੇ ਜਿਹੜੇ ਆਸੇ-ਪਾਸੇ ਲੋਕ, ਉਹਨਾਂ ਦੇ ਬੱਚੇ ਹੀ ਹੋਈ ਜਾ ਰਹੇ ਨੇ, ਇਹਨਾਂ ਦੇ ਕੋਈ ਬੇਬੀ ਵੀ ਨਹੀਂ ਹੈਗਾ। ਸੋਚੋ, ਪ੍ਰਭੂ ਦਾ ਕੰਮ ਕਰਨ ਤੋਂ ਪਿੱਛੋਂ ਵੀ ਬਲੇਸਿੰਗ ਨਜ਼ਰ ਨਹੀਂ ਆ ਰਹੀ। ਕਈ ਵਾਰੀ ਅਸੀਂ ਕਹਿੰਦੇ ਨਾ ਚਰਚ ਆ ਰਹੇ ਆ, ਰਿਜ਼ਲਟ ਨਜ਼ਰ ਨਹੀਂ ਆ ਰਿਹਾਗਾ। ਅਸੀਂ ਆਪਣੇ ਹਿਸਾਬ ਨਾਲ ਚਰਚ ਆਈ ਜਾਂਦੇ ਆ, ਆਪਦੇ ਹਿਸਾਬ ਨਾਲ ਚਰਚ ਆਉਣਾ ਬੰਦ ਕਰ ਦਿੰਦੇ, ਕੁਝ ਹੁੰਦਾ ਤਾਂ ਪਿਆ ਨਹੀਂ। ਤੁਹਾਡੇ ਹਿਸਾਬ ਨਾਲ ਪਰਮੇਸ਼ਰ ਨੇ ਕੰਮ ਨਹੀਂ ਕਰਨਾ। ਗੱਲ ਯਾਦ ਰੱਖੀ, ਜਿੰਨੇ ਤੁਸੀਂ ਮੈਨੂੰ ਸੁਣਦੇ ਪਏ ਹੋ। ਪਰਮੇਸ਼ਰ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ, ਆਪਣੇ ਟਾਈਮ ਦੇ ਉੱਪਰ ਕੰਮ ਕਰਨਾ ਹੈਗਾ ਏ। ਪਰ ਤੁਸੀਂ ਉੱਥੇ ਅਵੇਲੇਬਲ ਹੋਣੇ ਚਾਹੀਦੇ, ਉਪਲਬਧ ਹੋਣੇ ਚਾਹੀਦੇ ਆ। ਕਈ ਵਾਰੀ ਸਾਰਾ ਕੰਮ ਕਰ ਲੈਂਦੇ, ਐਂਡ ਤੇ ਆ ਕੇ ਅਸੀਂ ਫੇਲ ਹੋ ਜਾਂਦੇ ਆ। ਲਗਾਤਾਰ ਚਰਚ ਆ ਰਹੇ ਆ, ਪ੍ਰਾਰਥਨਾ ਕਰੀ ਜਾਂਦੇ, ਜਦੋਂ ਪਰਮੇਸ਼ਰ ਦੇ ਕੰਮ ਕਰਨ ਦਾ ਸਮਾਂ ਨੇੜੇ ਹੁੰਦਾ, ਉਦੋਂ ਬਾਅਦ ਇਹ ਕਹਿੰਦੇ ਨੇ ਕੁਛ ਹੋ ਤਾਂ ਰਿਹਾ ਹੀ ਨਹੀਂ, ਛੱਡੋ ਪਰੇ ਚਰਚਾ ਕੀ ਲੈਣਾ, ਟਾਈਮ ਵੇਸਟੇਜ ਹੈਗੀ। ਬਾਈਬਲ 'ਚ ਤਾਂ ਜੋ ਲਿਖਿਆ ਸ਼ੁਰੂਆਤ ਨਾਲੋਂ ਅੰਤ ਬੜਾ ਮਹੱਤਵਪੂਰਨ। ਸ਼ੁਰੂਆਤ ਜਿਵੇਂ ਦੀ ਮਰਜ਼ੀ ਕੀਤੀ, ਅੰਤ ਤੱਕ ਜਾਇਓ। ਜੇ ਵਿਚਾਲਿਓ ਛੱਡ ਕੇ ਭੱਜਿਓ ਜੇ ਨਾ, ਪਰਮੇਸ਼ਰ ਦੇ ਰਸਤੇ ਨੂੰ ਵਿਚਾਲਿਓ ਛੱਡ ਕੇ ਭੱਜਿਓ ਜੇ ਨਾ, ਬਰਕਤ ਨਹੀਂ ਮਿਲੇਗੀ। ਪਿਛਲੇ ਦਿਨਾਂ 'ਚ ਮੈਂ ਦੱਸਦਾ ਪਿਆ ਸੀ, ਜਦੋਂ ਦੌੜਾਕ ਦੌੜਦਾ ਹੈਗਾ ਨਾ ਲਾਈਨ ਦੇ ਉੱਤੋਂ, ਇੱਥੋਂ ਲਾਈਨ ਹੈਗੀ, ਉਹ ਦੌੜਦਾ ਹੈਗਾ ਏ, ਜਦੋਂ ਨਿਕਲ ਜਾਂਦਾ ਹੈਗਾ ਨਾ ਅੱਗੇ ਨੂੰ, ਪਿਛਲੀ ਝੰਡੀ ਵੱਲ ਕੋਈ ਨਹੀਂ ਵੇਖਦਾ, ਅੱਗੇ ਵੱਲ ਵੇਖਦੇ। ਜਿਹੜੀ ਫਿਨਿਸ਼ ਲਾਈਨ ਹੈ ਨਾ, ਉਧਰ ਸਾਰਿਆਂ ਦਾ ਉਧਰ ਧਿਆਨ ਹੁੰਦਾ ਵੀ ਦੇਖਦੇ ਹੋਣੇ ਫਿਨਿਸ਼ ਕਰਦਾ ਕਿ ਨਹੀਂ ਕਰਦਾ। ਜੇ ਕਰਦਾ ਪਹਿਲੇ ਨੰਬਰ ਤੇ ਆਏਗਾ, ਦੂਜੇ ਨੰਬਰ ਤੇ ਆਏਗਾ, ਤੀਜੇ ਨੰਬਰ ਤੇ ਆਏਗਾ, ਜਾਂ ਚੌਥੇ ਨੰਬਰ ਦੇ ਉੱਪਰ ਆਏਗਾ।
ਜਦੋਂ ਸ਼ੁਰੂਆਤ ਹੋ ਜਾਂਦੀ ਨਾ, ਫਿਨਿਸ਼ ਲਾਈਨ ਦੇ ਵੱਲ ਧਿਆਨ ਹੁੰਦਾ ਹੈਗਾ ਹੈ। ਤਾਂ ਜੋ ਬਾਈਬਲ ਕਹਿੰਦੀ ਸ਼ੁਰੂਆਤ ਨਾਲੋਂ ਅੰਤ ਮਹੱਤਵਪੂਰਨ ਹੈਗਾ ਹੈ। ਜਦੋਂ ਪ੍ਰਭੂ ਦੇ ਵਿੱਚ ਇੱਕ ਸ਼ੁਰੂਆਤ ਤੁਸੀਂ ਕਰਤੀ ਨਾ, ਪਿੱਛੇ ਨਾ ਮੁੜਿਓ ਜੀ, ਅਗਾਂਹ ਵੱਲ ਵੱਧਦੇ ਚਲੇ ਜਾਓ ਜੀ, ਕਿਉਂਕਿ ਤੁਹਾਡੇ ਐਂਡਿੰਗ ਨੂੰ ਪਰਮੇਸ਼ਰ ਯਹੋਵਾ ਵੀ ਦੇਖਦਾ ਪਿਆ ਹੈਗਾ ਹੈ, ਸ਼ੈਤਾਨ ਵੀ ਵੇਖਦਾ ਪਿਆ ਹੈਗਾ ਹੈ, ਔਰ ਲੋਕ ਵੀ ਵੇਖਦੇ ਪਏ ਨੇ। ਹਾਲੇਲੂਇਆ। ਲੋਕਾਂ ਨੇ ਵੇਖਿਆ ਵੀ ਪਤਨੀਆਂ ਤਾਂ ਬਾਂਝ ਹੈਗੀਆਂ, ਪਤਾ ਨਹੀਂ ਕਿਹੜਾ ਯਹੋਵਾ ਪਰਮੇਸ਼ਰ ਆ ਕਿਹਦੇ ਲਈ ਕੰਮ ਕਰਦੇ ਪਏ ਨੇ। ਲੇਕਿਨ ਬਾਈਬਲ 'ਚ ਲਿਖ ਲਿਆ ਜਦੋਂ ਰਿਜ਼ਲਟ ਆਇਆ ਹੈਗਾ ਨਾ, ਉਹ ਰਿਜ਼ਲਟ ਉਹ ਲੋਕ ਦੇਖ ਨਹੀਂ ਪਾਏ। ਪਰ ਇੱਕ ਗੱਲ ਸ਼ੋਰ ਹੈਗੀ, ਉੱਥੇ ਜਦੋਂ ਦੇਖਦੇ ਅਸੀਂ ਪਾਣੀ ਵੱਧਦਾ ਜਾ ਰਿਹਾ ਹੈ, ਜਹਾਜ਼ ਉਚਾਈਆਂ ਵੱਲ ਚੜਦਾ ਜਾ ਰਿਹਾ ਹੈ। ਸਾਰੇ ਜਣੋ ਬੋਲੋ, ਪਾਣੀ ਵੱਧਦਾ ਜਾ ਰਿਹਾ ਹੈ, ਜਹਾਜ਼ ਉਚਾਈਆਂ ਵੱਲ ਚੜਦਾ ਜਾ ਰਿਹਾ ਹੈਗਾ ਹੈ। ਔਰ ਜਿਹੜੇ ਪਾਪੀ ਨੇ ਉਹ ਗਹਿਰਾਈਆਂ ਦੇ ਵੱਲ ਵੱਧਦੇ ਜਾ ਰਹੇ ਨੇ। ਇਹ ਤੁਸੀਂ ਡਿਸਾਈਡ ਕਰਨਾ ਥੱਲੇ ਵੱਲ ਜਾਣਾ ਕਿ ਉੱਪਰ ਵੱਲ ਜਾਣਾ ਹੈਗਾ ਹੈ। ਥੈਂਕ ਯੂ ਜੀਸਸ। ਸੋਚੀ 100 ਸਾਲ ਦੇ ਵਿੱਚ ਸਾਰੇ ਬੱਚੇ ਪੈਦਾ ਕਰੀ ਜਾਂਦੇ ਤੇ ਇਹਨਾਂ ਦੇ ਬੱਚੇ ਕੋਈ ਨਹੀਂ ਹੋਏ। ਬਾਈਬਲ ਦੇ ਵਿੱਚ ਲਿਖਿਆ ਜਹਾਜ਼ ਜਦੋਂ ਬਣ ਕੇ ਤਿਆਰ ਹੋ ਗਿਆ ਨਾ, ਜਹਾਜ਼ ਦੇ ਵਿੱਚ ਬੈਠ ਗਏ ਨੇ, ਬਾਰਿਸ਼ ਆਈ ਆ, ਧਰਤੀ ਦੇ ਵਿੱਚੋਂ ਪਾਣੀ ਨਿਕਲਿਆ ਹੈਗਾ ਏ। ਔਰ ਵਚਨ ਦੇ ਵਿੱਚ ਲਿਖਿਆ ਪਾਣੀ ਇੰਨਾ ਜ਼ਿਆਦਾ ਵੱਧ ਗਿਆ, ਸਾਰੇ ਜੀਵ ਜੰਤੂ ਮਰ ਗਏ ਨੇ, ਸਾਰੀ ਮਨੁੱਖ ਜਾਤੀ ਦੇ ਜਿਹੜੇ ਲੋਕ ਉਹ ਮਰ ਗਏ ਨੇ, ਸਭ ਕੁਝ ਹੀ ਖਤਮ ਹੋ ਗਿਆ ਹੈਗਾ ਏ। ਔਰ ਜਦੋਂ ਸਭ ਕੁਝ ਖਤਮ ਹੋਇਆ ਫਿਰ ਪਤਾ ਕੀ ਹੋਏਗਾ? ਧਰਤੀ ਦੇ ਉੱਪਰ ਪਾਣੀ ਘਟਿਆ ਹੈਗਾ ਏ। ਜਦੋਂ ਪਾਣੀ ਘਟਿਆ ਹੈਗਾ ਏ, ਬਾਈਬਲ ਦੇ ਉੱਪਰ ਲਿਖਿਆ ਹੈਗਾ ਏ, ਪਰਮੇਸ਼ਰ ਯਹੋਵਾ ਨੇ ਜਾਨਵਰਾਂ ਨੂੰ ਇੱਕ ਵਾਰੀ ਫੇਰ ਬਲੈਸ ਕੀਤਾ ਹੈਗਾ ਏ, ਨੂਹ ਦੀ ਫੈਮਿਲੀ ਨੂੰ ਇੱਕ ਵਾਰੀ ਫੇਰ ਬਲੈਸ ਕੀਤਾ ਹੈਗਾ ਏ। ਉਹ ਜਹਾਜ਼ ਦੇ ਵਿੱਚੋਂ ਬਾਹਰ ਆਉਂਦੇ ਨੇ, ਔਰ ਬਾਈਬਲ ਦੇ ਵਿੱਚ ਲਿਖਿਆ ਤਿੰਨੇ ਜਿਹੜੇ ਭਰਾ ਹੈਗੇ ਨੇ, ਉਹਨਾਂ ਦੀਆਂ ਪਤਨੀਆਂ ਹੈਗੀਆਂ ਨੇ, ਉਹ ਪ੍ਰੈਗਨੈਂਟ ਹੋਈਆਂ ਔਰ ਉਹਨਾਂ ਦੇ ਬੱਚੇ ਵੀ ਹੋਏ ਨੇ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਹੋਵੇ ਨਾ ਸਾਰੀਆਂ ਗੱਲਾਂ ਦੇ ਲਈ। ਕਈ ਵਾਰੀ ਸਾਡੇ ਜੀਵਨ 'ਚ ਬਾਂਝਪਨ ਇਸ ਲਈ ਬਣਿਆ ਰਹਿੰਦਾ ਕਿ ਪ੍ਰਭੂ ਦਾ ਕੰਮ ਅਸੀਂ ਕਰੀਏ, ਪ੍ਰਭੂ ਦੇ ਵੱਲ ਆਪਣੇ ਧਿਆਨ ਨੂੰ ਲਗਾਈਏ। ਕਈ ਵਾਰੀ ਬਰਕਤਾਂ ਮੰਗੀ ਜਾਂਦੇ ਆ, ਬਰਕਤਾਂ ਮੰਗੀ ਜਾਂਦੇ, ਉਹ ਮਿਲਦੀਆਂ ਨਹੀਂ, ਤੇ ਪ੍ਰਭੂ ਦਾ ਕੰਮ ਵੀ ਅਸੀਂ ਰੋਕੀ ਰੱਖਦੇ ਆ। ਪਰਮੇਸ਼ਰ ਕਈ ਵਾਰੀ ਕਹਿੰਦੇ ਪਹਿਲਾਂ ਮੇਰਾ ਕੰਮ ਕਰੋ, ਉਸ ਤੋਂ ਬਾਅਦ ਜਿਹੜਾ ਕੰਮ ਮੈਂ ਕਰਨ ਵਾਲਾ ਛੋਟਾ ਨਹੀਂ, ਉਹ ਮਹਾਨ ਹੋਏਗਾ। ਸੋਚਿਓ, ਉਹਨਾਂ ਨੇ ਇਹ ਨਹੀਂ ਵੇਖਿਆ ਵੀ ਦੁਨੀਆਦਾਰ ਜਿੰਨੇ ਲੋਕ ਨੇ ਸਾਰਿਆਂ ਦੇ ਬੱਚੇ ਹੋ ਜਾਂਦੇ, ਸਾਡਾ ਬੱਚਾ ਹੀ ਕੋਈ ਨਹੀਂ ਹੈਗਾ। ਉਹਨਾਂ ਨੇ ਇਹ ਗੱਲ ਨਹੀਂ ਵੇਖੀ। ਨੋ ਪ੍ਰੋਬਲਮ, ਬਲੇਸਿੰਗ ਨਹੀਂ ਹੈ, ਪਰ ਯਹੋਵਾ ਪਰਮੇਸ਼ਰ ਦੀ ਕੁਝ ਨਾ ਕੁਝ ਕਰਨਾ ਹੈ। ਯਹੋਵਾ ਪਰਮੇਸ਼ਰ ਦੇਖ ਰਿਹਾ ਹੈ ਇਮਾਨਦਾਰੀ। ਜਦੋਂ ਉਹਨਾਂ ਨੇ ਯਹੋਵਾ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜਹਾਜ਼ ਬਣਾਇਆ, ਬਚ ਗਏ ਨੇ। ਜਿਹੜੇ ਲੋਕ ਵੱਧ ਰਹੇ ਸੀ ਉਹਨਾਂ ਵੱਲ ਵੇਖ ਕੇ ਉਹ ਡਿਸਕਰੇਜ ਨਹੀਂ ਹੋਏ। ਉਹਨਾਂ ਨੇ ਵੇਖਿਆ ਵੀ ਜਿਹੜੇ ਲੋਕ ਯਹੋਵਾ ਪਰਮੇਸ਼ਰ ਤੋਂ ਬਿਨਾਂ ਵੱਧਦੇ ਨੇ ਨਾ, ਉਹ ਖਤਮ ਵੀ ਫਿਰ ਮਿੰਟੋ ਮਿੰਟੀ ਹੀ ਹੋ ਜਾਂਦੇ ਨੇ। ਪਰ ਜਿਹੜੇ ਯਹੋਵਾ ਪਰਮੇਸ਼ਰ ਦੇ ਵਿੱਚ ਰਹਿ ਕੇ ਚੱਲਦੇ ਨੇ, ਜਦੋਂ ਪਰਮੇਸ਼ਰ ਉਹਨਾਂ ਨੂੰ ਵਧਾਉਂਦਾ ਹੈਗਾ ਨਾ, ਉਹ ਰਾਸ਼ਟਰਾਂ ਨੂੰ ਪੈਦਾ ਕਰਨ ਵਾਲੇ ਬਣ ਜਾਂਦੇ ਨੇ। ਉਹਨਾਂ ਤੋਂ ਰਾਸ਼ਟਰ ਹੀ ਪੈਦਾ ਹੋ ਜਾਂਦੇ ਨੇ। ਹੁਣ ਮੈਨੂੰ ਇਹ ਦੱਸੋ, ਨੂਹ ਤੋਂ ਜਦੋਂ ਨੂਹ ਦੀ ਫੈਮਿਲੀ ਨੂੰ ਤੁਸੀਂ ਵੇਖਦੇ ਆ, ਰਾਸ਼ਟਰਾਂ ਦੇ ਰਾਸ਼ਟਰ ਇਸ ਵਿਅਕਤੀ ਤੋਂ ਪੈਦਾ ਹੋਏ ਹਨ ਜਾਂ ਨਹੀਂ ਹੋਏ ਹਨ? ਤੇ ਪਰਮੇਸ਼ਰ ਤੁਹਾਡੇ ਜੀਵਨ 'ਚ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ ਹੈਗਾ ਏ? ਜੇ ਜਾਨਵਰਾਂ ਤੱਕ ਨੂੰ ਪਰਮੇਸ਼ਰ ਵਧਾਉਣ ਦੇ ਲਈ ਇੱਛੁਕ ਹੈਗਾ ਏ, ਤੁਹਾਡੇ ਅੰਦਰ ਤਾਂ ਪ੍ਰਭੂ ਨੇ ਆਪਣਾ ਆਤਮਾ ਪਾਇਆ ਹੈਗਾ ਏ। ਤੁਹਾਨੂੰ ਵਧਾਉਣ ਦੇ ਲਈ ਵੀ ਪਰਮੇਸ਼ਰ ਦੇ ਕੋਲ ਇੱਕ ਮਹਾਨ ਯੋਜਨਾ ਹੈ, ਪਰ ਉਸ ਯੋਜਨਾ ਦੇ ਵਿੱਚ ਸਾਨੂੰ ਸ਼ਾਮਿਲ ਹੋਣਾ ਪਏਗਾ। ਹੋ ਸਕਦਾ ਉਸ ਯੋਜਨਾ ਜਦੋਂ ਤੁਸੀਂ ਸ਼ਾਮਿਲ ਹੋਵੋ ਨਾ, ਇਹ ਹੋ ਸਕਦਾ ਏ ਦੂਸਰੇ ਲੋਕ ਜਿਹੜੇ ਪ੍ਰਭੂ ਦੇ ਵਿੱਚ ਨਹੀਂ ਹਨ, ਉਹ ਤੁਹਾਨੂੰ ਲੱਗੇ ਕਿ ਉਹ ਜ਼ਿਆਦਾ ਵੱਧਦੇ ਪਏ ਨੇ, ਤੁਹਾਨੂੰ ਐਂ ਲੱਗੇ ਕਿ ਮੈਂ ਘੱਟ ਵੱਧਦਾ ਪਿਆ, ਮੇਰੀ ਸਪੀਡ ਸਲੋ ਹੈ। ਕੋਈ ਪ੍ਰੋਬਲਮ ਨਹੀਂ, ਚੱਲਦੇ ਚਲੇ ਜਾਓ ਜੀ, ਵੱਧਦੇ ਚਲੇ ਜਾਓ ਜੀ। ਜਦੋਂ ਪਰਮੇਸ਼ਰ ਕੰਮ ਕਰਨ ਤੇ ਆਏਗਾ ਨਾ, ਸਾਰੀ ਦੁਨੀਆ ਨੂੰ ਪਿੱਛੇ ਛੱਡ ਕੇ ਤੁਹਾਨੂੰ ਪਹਿਲੇ ਨੰਬਰ ਤੇ ਪਰਮੇਸ਼ਰ ਯਹੋਵਾ ਖੜਾ ਕਰ ਦੇਵੇਗਾ। ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਜੀਵਨ 'ਚ ਪਰਮੇਸ਼ਰ ਯਹੋਵਾ ਦੀ ਇੱਕ ਪਲੈਨਿੰਗ ਆ। ਬਿਨਾਂ ਪਲੈਨਿੰਗ ਤੋਂ ਤੁਸੀਂ ਪ੍ਰਭੂ ਦੇ ਕੋਲੇ ਨਹੀਂ ਆ ਰਹੇ, ਬਿਨਾਂ ਪਲੈਨਿੰਗ ਤੋਂ ਪ੍ਰਭੂ ਦਾ ਵਚਨ ਤੁਸੀਂ ਨਹੀਂ ਸੁਣਦੇ ਪਏ ਹੋ। ਤੁਹਾਨੂੰ ਪਤਾ ਮੂਸਾ ਦੇ ਜੀਵਨ 'ਚ ਇੱਕ ਯੋਜਨਾ ਹੈ। ਮੂਸਾ ਨੂੰ ਕਿੰਨੇ ਨਹੀਂ ਜਾਣਦੇ ਨੇ? ਬਾਈਬਲ 'ਚ ਇੱਕ ਵਿਅਕਤੀ ਮੂਸਾ, ਉਹਦੇ ਜੀਵਨ 'ਚ ਯਹੋਵਾ ਪਰਮੇਸ਼ਰ ਦੀ ਯੋਜਨਾ ਹੈ। ਆਪਣਾ ਦੇਸ਼ ਛੱਡ ਕੇ ਚਲਾ ਗਿਆ, ਮਿਸਰ ਦੇ ਵਿੱਚੋਂ ਬਾਹਰ ਚਲਾ ਗਿਆ, ਇੱਕ ਅਣਜਾਣੀ ਜਗ੍ਹਾ ਦੇ ਵੱਲ ਚਲਾ ਗਿਆ, ਲੁਕ ਗਿਆ ਆਪਦੇ ਜਣਿਓ। ਬਾਈਬਲ 'ਚ ਲਿਖਿਆ ਯਹੋਵਾ ਪਰਮੇਸ਼ਰ ਤੋਂ ਛਿਪ ਨਹੀਂ ਪਾਇਆ, ਲੁਕ ਨਹੀਂ ਪਾਇਆ। 40 ਸਾਲ ਸਿੱਖਿਆ ਅੰਦਰ ਜੋ ਪਾਈ ਗਈ ਸੀ, ਸਭ ਕੁਝ ਖਤਮ ਹੋ ਗਿਆ। ਡੱਲ ਔਰ ਡੱਫਰ ਬਣ ਗਿਆ। ਮੈਂ ਪੰਜਾਬੀ 'ਚ ਕਹਾਂ ਤਾਂ ਸਾਰੀ ਸਿੱਖਿਆ ਖਤਮ ਹੋ ਗਈ ਆ, ਭੇਡਾਂ ਬੱਕਰੀਆਂ ਨੂੰ ਚਾਰ ਕੇ। ਪਰ ਯਹੋਵਾ ਪਰਮੇਸ਼ਰ ਦਾ ਪਿੱਛਾ ਕਰਦਾ ਪਿਆ ਹੈਗਾ ਏ। 40 ਸਾਲਾਂ ਬਾਅਦ ਯਹੋਵਾ ਪਰਮੇਸ਼ਰ ਨੇ ਉਹਨੂੰ ਦਰਸ਼ਨ ਦਿੱਤਾ ਹੈਗਾ ਏ। ਔਰ ਜਦੋਂ ਦਰਸ਼ਨ ਦਿੱਤਾ ਨਾ, ਝਾੜੀ ਦੇ ਵਿੱਚ ਦੀ ਹੋ ਕੇ ਪਰਮੇਸ਼ਰ ਨੇ ਉਹਨੂੰ ਦਰਸ਼ਨ ਦਿੱਤਾ ਹੈਗਾ ਏ। ਔਰ ਜਦੋਂ ਝਾੜੀ ਅੱਗ ਮੱਚ ਰਹੀ ਹੈ, ਝਾੜੀ ਦੇ ਵਿੱਚ ਉਹ ਸਵਾਹ ਨਹੀਂ ਹੋ ਰਹੀ। ਬਾਈਬਲ 'ਚ ਲਿਖਿਆ ਮੂਸਾ ਚੱਲਦਾ ਚੱਲਦਾ ਉਹਦੇ ਕੋਲੇ ਚਲਾ ਗਿਆ ਹੈਗਾ ਏ। ਔਰ ਪਤਾ ਉੱਥੋਂ ਇੱਕ ਆਵਾਜ਼ ਆਉਂਦੀ, ਮੂਸਾ ਆਪਣੇ ਜੁੱਤੇ ਉਤਾਰ ਦੇ, ਜਿੱਥੇ ਖੜਾ ਉਹ ਜਗ੍ਹਾ ਪਵਿੱਤਰ ਹੈ। ਧਿਆਨ ਦੇਣਾ, ਸੁਣਿਓ ਜੀ। ਯਹੋਵਾ ਪਰਮੇਸ਼ਰ ਕੀ ਕਹਿੰਦਾ ਹੈ ਮੂਸਾ ਨੂੰ? ਬੋਲ ਕੇ ਸਭ ਜਣ ਦੱਸੋ ਕੀ ਕਹਿੰਦਾ ਪਿਆ? ਕੀ ਉਤਾਰਨਾ ਹੈਗਾ? ਜੁੱਤੇ ਉਤਾਰਨੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ, 40 ਸਾਲ ਉਹ ਪ੍ਰਭੂ ਤੋਂ ਭੱਜਦਾ ਰਿਹਾ।
ਅੱਜ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਨੇ, ਤੁਹਾਨੂੰ ਆਪਣੇ ਜੁੱਤੇ ਉਤਾਰਨ ਦੀ ਲੋੜ ਹੈ। ਜਿਹੜੀ ਦੌੜ ਤੁਸੀਂ ਆਪਣੇ ਹਿਸਾਬ ਨਾਲ ਦੌੜ ਕੇ ਜਿੱਤਣਾ ਚਾਹੁੰਦੇ ਨਾ, ਤੁਸੀਂ ਬਿਹਤਰ ਬਣਨਾ ਚਾਹੁੰਦੇ ਆ, ਉਹ ਦੌੜ ਨੂੰ ਅੱਜ ਬੰਦ ਕਰ ਦਿਓ, ਆਪਣੇ ਜੁੱਤੇ ਉਤਾਰ ਦਿਓ ਜੇ ਅੱਜ ਪ੍ਰਭੂ ਸਾਹਮਣੇ ਘੁੱਟਨੇ ਟੇਕ ਦਿਓ ਜੇ। ਅੱਜ ਕੱਲ੍ਹ ਤੁਸੀਂ ਨਹੀਂ ਜਿੱਤੋਗੇ, ਤੁਹਾਡੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਰ ਜਿਤਾਉਣਾ ਚਾਹੁੰਦਾ ਹੈ, ਸਵਰਗੇ ਰਾਜ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। 40 ਸਾਲ ਮੂਸਾ ਬੇਕਾਰ ਜਦੋਂ ਹੋ ਗਿਆ ਨਾ, ਬੋਲਣਾ ਨਹੀਂ ਆਉਂਦਾ ਉਹਨੂੰ, ਗੱਲ ਨਹੀਂ ਕਰਨੀ ਆਉਂਦੀ ਕਿਸੇ ਨਾਲ, ਹੁਣ ਪਰਮੇਸ਼ਰ ਕਹਿੰਦਾ ਤੂੰ ਮੇਰੇ ਕੰਮ ਦਾ ਹੈਗਾ ਹੈ। ਸੋਚੋ ਯਹੋਵਾ ਪਰਮੇਸ਼ਰ ਉਹਨੂੰ ਫੋਲੋ ਕਰਦਾ ਪਿਆ ਹੈ। ਇਹ ਨਾ ਸੋਚੋ ਅੱਜ ਤੁਸੀਂ ਪ੍ਰਭੂ ਦਾ ਪਿੱਛਾ ਕਰਦੇ ਕਰਦੇ ਇੱਥੇ ਆਏ ਹੋ, ਪ੍ਰਭੂ ਦੇ ਆਤਮਾ ਨੇ ਅਗਰ ਤੁਹਾਡੇ ਦਿਲ 'ਚ ਨਾ ਪਾਇਆ ਹੁੰਦਾ, ਤੁਸੀਂ ਕਦੇ ਵੀ ਅੱਜ ਪ੍ਰਭੂ ਦੇ ਘਰ ਦੇ ਵਿੱਚ ਐਂਟਰ ਨਹੀਂ ਕਰਨਾ ਸੀਗਾ। ਪ੍ਰਭੂ ਦੀ ਖਾਸ ਯੋਜਨਾ ਤੁਹਾਡੇ ਲਈ ਹੈ, ਤੁਹਾਡੇ ਸਾਰਿਆਂ ਦੇ ਜੀਵਨ 'ਚ ਪਰਮੇਸ਼ਰ ਦੀ ਇੱਕ ਖਾਸ ਯੋਜਨਾ ਹੈ। ਔਰ ਕੱਲੀ ਖਾਸ ਯੋਜਨਾ ਨਹੀਂ ਹੈਗੀ, ਇੱਕ ਮਹਾਨ ਯੋਜਨਾ ਵੀ ਹੈ। ਪਰ ਮੁੱਦਾ ਪਤਾ ਕੀ ਅੱਜ ਕੱਲਾ ਨੂੰਹ ਤੋਂ ਨਹੀਂ ਸਿੱਖਣਾ, ਜਾਨਵਰਾਂ ਤੋਂ ਵੀ ਸਿੱਖਣਾ ਹੈਗਾ ਏ। ਜਾਨਵਰਾਂ ਤੇ ਵੀ ਪਰਮੇਸ਼ਰ ਦਾ ਧਿਆਨ ਹੈਗਾ ਏ। ਜਾਨਵਰਾਂ ਨੂੰ ਵੀ ਬੁੱਧੀ ਮਿਲਦੀ ਹੈਗੀ ਆ, ਜਾਨਵਰ ਵੀ ਸਿਆਣੇ ਹੋ ਗਏ ਨੇ, ਜਹਾਜ਼ ਦੇ ਵਿੱਚ ਜਾਣਾ ਹੈਗਾ ਏ। ਆਪਣੇ ਟੋਲੇ ਛੱਡਤੇ ਕਈਆਂ ਨੇ, ਇੱਥੇ ਨਾ ਜਾਨਵਰ ਲੰਘਦੇ ਕਿ ਸਾਡੇ ਕੁੱਤੇ ਲੰਘਦੇ ਤੇ ਡੌਗਸ, ਉਹ ਹੱਡਾ ਰੋੜੀ ਆ ਉਹ ਪਰਲੇ ਪਾਸੇ ਸੜਕ ਦੇ, ਉਹ ਕਈ ਵਾਰੀ ਇੱਥੋਂ ਟੀਮ ਬਣਾ ਕੇ ਲੰਘਦੇ ਆ, ਟੀਮ ਚੋਂ ਅਲੱਗ ਨਹੀਂ ਹੁੰਦੇ ਕਦੇ ਵੀ, ਉਹ ਟੀਮ 'ਚ ਹੀ ਰਹਿੰਦੇ ਹੈਗੇ ਆ, ਟੀਮ ਚੋਂ ਅਲੱਗ ਨਹੀਂ ਹੁੰਦੇ। ਪਰ ਪਰਮੇਸ਼ਰ ਯਹੋਵਾ ਚਾਹੁੰਦਾ ਹੈ ਅੱਜ ਤੁਹਾਡੇ ਤੋਂ ਕਿ ਤੁਸੀਂ ਕੁਝ ਟੀਮਾਂ ਨੂੰ ਛੱਡਣਾ ਹੈਗਾ ਹੈ। ਲਾਪਰਵਾਹੀ ਵਾਲੀ ਟੀਮ ਛੱਡ ਦੇਣੀ ਹੈ। ਉਹ ਟੀਮਾਂ ਕਈ ਵਾਰੀ ਮੈਂ ਵਿਅਕਤੀਆਂ ਦੀ ਇਕੱਲੀ ਗੱਲ ਨਹੀਂ ਕਰਦਾ ਪਿਆ, ਕਈ ਸਾਡੇ ਅੰਦਰ ਹੀ ਟੀਮਾਂ ਬਣੀਆਂ ਪਈਆਂ ਹੁੰਦੀਆਂ। ਕਈ ਵਾਰੀ ਦੋ ਚਿੱਤਾ ਮਨ ਹੈਗਾ ਸਾਡਾ, ਇੱਕ ਮਨ ਕਹਿ ਰਿਹਾ ਪ੍ਰਾਰਥਨਾ ਕਿਉਂ ਨਾ ਅੱਜ ਪ੍ਰਾਰਥਨਾ ਕੀਤੀ ਜਾਵੇ, ਇੱਕ ਮਨ ਕਹਿ ਰਿਹਾ ਜੇ ਪ੍ਰਾਰਥਨਾ 10-15 ਮਿੰਟ ਠਹਿਰ ਕੇ ਹੋ ਜੇ ਆ ਫਲਾਨਾ ਕੰਮ ਹੋ ਜਾਏਗਾ। ਜੇ ਪ੍ਰਾਰਥਨਾ ਅੱਜ ਸਵੇਰ ਦੀ ਬਜਾਏ ਸ਼ਾਮ ਨੂੰ ਕਰ ਲਈਏ ਤਾਂ ਕਿਉਂ ਨਾ 200-300 ਰੁਪਏ ਦਿਹਾੜੀ ਦਾ ਹੀ ਫਾਇਦਾ ਹੋ ਜਾਏਗਾ। ਜੇ ਅੱਜ ਇੱਕ ਐਤਵਾਰ ਚਰਚ ਨਾ ਆਇਆ ਜਾਵੇ, ਆ ਪ੍ਰੋਗਰਾਮ ਜਾਏ ਉਧਰ ਨੂੰ ਚਲੇ ਜਾਈਏ ਤਾਂ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਹ ਤੁਹਾਡਾ ਡਿਸੀਜਨ ਆ, ਤੁਹਾਨੂੰ ਬਣਾਏਗਾ ਜਾਂ ਗਿਰਾਏਗਾ, ਇਹ ਤੁਹਾਡੇ ਹੱਥ ਦੇ ਵਿੱਚ ਹੈ। ਬਾਈਬਲ 'ਚ ਲਿਖਿਆ ਜਾਨਵਰਾਂ ਨੂੰ ਤਾਂ ਪ੍ਰਭੂ ਨੇ ਬੁੱਧੀ ਦਿੱਤੀ ਹੈ, ਲੇਕਿਨ ਤੁਹਾਡੇ ਅੰਦਰ ਪ੍ਰਭੂ ਨੇ ਆਪਣਾ ਆਤਮਾ ਪਾਇਆ ਹੋਇਆ ਹੈ। ਤੇ ਜਦੋਂ ਆਤਮਾ ਪਾਇਆ ਹੈਗਾ ਤੇ ਫਿਰ ਤੁਹਾਡਾ ਐਕਸ਼ਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕੁਝ ਨਾ ਕੁਝ ਪੈਦਾ ਹੋਣਾ ਚਾਹੀਦਾ ਹੈ ਅੰਦਰੋਂ। ਇਹ ਨਾ ਹੋਵੇ ਇੱਕ ਗੱਲ ਬਾਰ-ਬਾਰ ਹਰ ਬਾਰ ਜੇ ਇਹੀ ਗੱਲ ਸਾਨੂੰ ਬਾਰ-ਬਾਰ ਸਿਖਾਈ ਜਾ ਰਹੀ ਨਾ, ਜਹਾਜ਼ ਦੇ ਉੱਪਰ ਕਦੇ ਵੀ ਅਸੀਂ ਚੜਾਂਗੇ ਨਹੀਂ। ਕਿੰਨੇ ਜਣੇ ਚਾਹੁੰਦੇ ਜਹਾਜ਼ ਦੇ ਉੱਪਰ ਚੜਨਾ ਹੈਗਾ? ਪਰਮੇਸ਼ਰ ਤੁਹਾਨੂੰ ਬਹੁਤ ਬਲੈਸ ਕਰ। ਕੀ ਅਸੀਂ ਸਭ ਜਣ ਖੜੇ ਹੋ ਸਕਦੇ? ਤੁਸੀਂ ਚਾਹ ਰਹੇ ਹੋਗੇ ਪ੍ਰਭੂ ਜੀ ਮੇਰੇ ਜੀਵਨ 'ਚ ਕੁਝ ਬਿਹਤਰ ਹੋ ਜਾਵੇ, ਨਹੀਂ ਹੋ ਰਿਹਾ ਹਜੇ, ਨੋ ਪ੍ਰੋਬਲਮ। ਕਈ ਵਾਰੀ ਕੁਝ ਗੱਲਾਂ ਸਾਡੇ ਜੀਵਨ 'ਚ ਹੁੰਦੀਆਂ ਨਹੀਂ, ਉਹਦਾ ਕਾਰਨ ਪਤਾ ਕੀ ਆ? ਅਸੀਂ ਪ੍ਰਭੂ ਤੋਂ ਕੁਝ ਲੈ ਕੇ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹੈਗੇ ਆ। ਪ੍ਰਭੂ ਨਹੀਂ ਕਰੇਗਾ ਕਦੇ ਵੀ। ਬਾਈਬਲ 'ਚ ਇੱਕ ਔਰਤ ਹੈ, ਉਹਦੇ ਬੱਚਾ ਨਹੀਂ ਹੋ ਰਿਹਾ, ਉਹਦਾ ਨਾਮ ਹੰਨਾ ਹੈ, ਉਹਦਾ ਹਸਬੈਂਡ ਹੈ, ਦੋ ਪਤਨੀਆਂ ਨੇ। ਹੰਨਾ ਦੇ ਜਿਹੜੀ ਸੌਤਨ ਹੈਗੀ ਆ, ਇੱਕ ਸ਼ਬਦ ਮੈਂ ਯੂਜ਼ ਕਰਦਾ ਬਾਈਬਲ 'ਚ ਲਿਖਿਆ ਹੈਗਾ, ਉਹਦੇ ਬੱਚੇ ਨੇ, ਹੰਨਾ ਦੇ ਬੱਚੇ ਨੇ ਹੈਗੇ। ਉਹ ਹੰਨਾ ਨੂੰ ਚੜਾਉਂਦੀ ਹੈਗੀ ਆ। ਕਈ ਵਾਰੀ ਹੋ ਸਕਦਾ ਲੋਕ ਵੀ ਤੁਹਾਨੂੰ ਚੜਾਉਂਦੇ ਹੋਣ, ਟਿਚਰਾਂ ਮਜ਼ਾਕ ਕਰਦੇ ਹੋਣ, ਚਰਚ ਜਾ ਰਹੇ ਆ ਫਿਰ ਕੀ ਮਿਲਿਆ, ਕੀ ਲੈ ਕੇ ਆਏ ਆ, ਕੀ ਬਦਲਾਵ ਆ, ਕੁਝ ਹੋਇਆ ਕਿ ਨਹੀਂ ਹੋਇਆ। ਕਈ ਵਾਰੀ ਸਾਡੇ ਕੋਲ ਜਵਾਬ ਨਹੀਂ ਹੁੰਦਾ। ਉਸ ਸਮੇਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੀ ਕਰੀਏ। ਕਈ ਵਾਰੀ ਸਾਡੀ ਬਲੇਸਿੰਗ ਨੂੰ ਅਸੀਂ ਖੁਦ ਲੇਟ ਕਰਦੇ ਹਾਂ। ਹੰਨਾ ਬਾਂਝ ਹੈਗੀ ਆ, ਦੁਨਿਆਵੀ ਤੌਰ ਤੇ ਕੋਈ ਗੱਲ ਨਹੀਂ, ਅਗਰ ਕੁਝ ਪੈਦਾ ਨਹੀਂ ਨਾ ਹੋ ਰਿਹਾ, ਨੋ ਪ੍ਰੋਬਲਮ। ਯਹੋਵਾ ਪਰਮੇਸ਼ਰ ਦਾ ਵਚਨ ਅੰਦਰ ਜਾ ਰਿਹਾ, ਆਤਮਿਕ ਤੌਰ ਤੇ ਕੁਝ ਨਾ ਕੁਝ ਪੈਦਾ ਜ਼ਰੂਰ ਕਰੀਏ। ਆਤਮਿਕ ਬਾਂਝਪਨ ਸਾਡੇ ਅੰਦਰ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਦੇ ਅੰਦਰ, ਜਾਨਵਰਾਂ ਦੇ ਅੰਦਰ ਬਾਂਝਪਨ ਹੋਏਗਾ, ਨਪੁੰਸਕ ਹੋਣਗੇ, ਉਹ ਜਾਨਵਰਾਂ ਨੂੰ ਜਗ੍ਹਾ ਨਹੀਂ ਮਿਲੀ ਜਹਾਜ਼ ਦੇ ਵਿੱਚ। ਹੰਨਾ ਦਿਖਾਉਣਾ ਚਾਹੁੰਦੀ ਹੈ ਸੌਤਨ ਨੂੰ ਵੀ, ਜਦੋਂ ਮੇਰੇ ਬੱਚਾ ਹੋਏਗਾ ਨਾ, ਮੁੰਡਾ ਹੋਏਗਾ, ਫਿਰ ਮੈਂ ਤੁਹਾਨੂੰ ਦੱਸੂਗੀ। ਜਦੋਂ ਤੱਕ ਉਹਦੀ ਸੋਚ ਅਜਿਹੀ ਆ, ਬੱਚਾ ਨਹੀਂ ਹੋਇਆ, ਉਹ ਪ੍ਰੈਗਨੈਂਟ ਹੀ ਨਹੀਂ ਹੋਈ, ਜਦੋਂ ਤੱਕ ਉਹ ਪਰਮੇਸ਼ਰ ਮੈਨੂੰ ਬਲੈਸ ਕਰੇ, ਜਦੋਂ ਮੇਰੇ ਮੁੰਡਾ ਹੋਊਗਾ ਫਿਰ ਮੈਨੂੰ ਦੱਸੂਗੀ। ਜਦੋਂ ਤੱਕ ਉਹਦੀ ਸੋਚ ਇਹ ਹੈ ਨਾ, ਪ੍ਰਭੂ ਨੇ ਬਲੈਸ ਨਹੀਂ ਕੀਤਾ ਹੈਗਾ। ਰੋਣਾ ਵੀ ਉਹੀ ਆ, ਸਮੱਸਿਆਵਾਂ ਵੀ ਉਹੀ ਨੇ, ਉਹੀ ਖਰਾਬ ਹਾਲਾਤ ਨੇ, ਕੋਈ ਚੇਂਜ ਨਹੀਂ, ਕੋਈ ਬਦਲਾਵ ਨਹੀਂ। ਪਰ ਜਦੋਂ ਉਹਨੂੰ ਸਮਝ ਆ ਗਈ ਨਾ ਵੀ ਇਹ ਪ੍ਰਾਰਥਨਾ ਦਾ ਕਰਕੇ ਵੇਖ ਲਈ, ਸ਼ਾਇਦ ਪ੍ਰਭੂ ਨੂੰ ਪਸੰਦ ਨਹੀਂ ਮੇਰੀਆਂ ਗੱਲਾਂ, ਅੱਜ ਉਹਨੇ ਪ੍ਰਾਰਥਨਾ ਬਦਲੀ ਹੈ। ਕਹਿੰਦੀ ਅੱਜ ਨਾ ਜਿਹੜੀ ਪ੍ਰਭੂ ਤੂੰ ਮੈਨੂੰ ਬਰਕਤ ਦੇਂਗਾ ਨਾ, ਮੈਂ ਦੁਨੀਆ ਨੂੰ ਛੋਟਾ ਕਰਨ ਦੇ ਲਈ ਉਹ ਬਰਕਤ ਨਹੀਂ ਮੰਗਦੀ ਪਈ। ਜਦੋਂ ਅਸੀਂ ਆਪਦੀ ਬਰਕਤ ਨਾ ਦੁਨੀਆ ਨੂੰ ਛੋਟਾ ਕਰਨ ਵਾਸਤੇ ਮੰਗਦੇ ਨਾ, ਪ੍ਰਭੂ ਬਲੈਸ ਨਹੀਂ ਕਰੇਗਾ। ਪ੍ਰਭੂ ਕਿਸੇ ਨੂੰ ਛੋਟਾ ਕਰੇ, ਇਹ ਪ੍ਰਭੂ ਦੀ ਇੱਛਾ ਹੈ। ਅਸੀਂ ਕਿਸੇ ਨੂੰ ਛੋਟਾ ਕਰਨ ਵਾਲੇ ਨਹੀਂ ਹੋਣੇ ਚਾਹੀਦੇ। ਤੁਹਾਨੂੰ ਪਤਾ ਨੂੰਹ ਦਾ ਦਿਲ ਬੜਾ ਅੱਛਾ ਹੈ, ਦਿਲ ਉਹਦਾ ਦਿਲ ਬਹੁਤ ਸੌਫਟ ਹੈਗਾ ਹੈ ਨੂੰਹ ਦਾ। ਤਾਂ ਜੋ ਯਹੋਵਾ ਪਰਮੇਸ਼ਰ ਕਹਿੰਦਾ, ਜਦੋਂ ਜਹਾਜ਼ ਦੀ ਖਿੜਕੀ ਬਣਾਈ ਸੀ ਨਾ, ਯਹੋਵਾ ਪਰਮੇਸ਼ਰ ਕਹਿੰਦਾ ਖਿੜਕੀ ਦੀ ਕੁੰਡੀ ਬਾਹਰੋਂ ਲਾਉਣੀ ਹੈਗੀ, ਅੰਦਰੋਂ ਨਹੀਂ ਲਾਉਣੀ ਹੈਗੀ।
ਉਹਨੂੰ ਪਤਾ ਸੀਗਾ ਇਹ ਵਿਅਕਤੀ ਬੜੇ ਸੌਫਟ ਦਿਲ ਵਾਲਾ ਹੈ, ਬੜਾ ਅੱਛਾ ਦਾ ਦਿਲ ਹੈਗਾ ਇਹ, ਲੋਕਾਂ ਨੂੰ ਮੈਂ ਬਚਾਉਣਾ ਤਾਂ ਹੈ ਨਹੀਂਗਾ। ਅਗਰ ਕਿਸੇ ਨੇ ਨੌਕ ਕੀਤਾ, ਦਰਵਾਜ਼ਾ ਖਟਖਟਾਇਆ ਤੇ ਇਹਨੇ ਤਰਸ ਖਾ ਕੇ ਖੋਲ ਦੇਣਾ ਹੈਗਾ। ਕੁੰਡੀ ਬਾਹਰੋਂ ਲਾਈ, ਕਹਿੰਦਾ ਇਹ ਮੇਰੇ ਹੱਥ 'ਚ ਰਹੂਗਾ, ਕੁੰਡੀ ਨੂੰ ਮੈਂ ਖੋਲਾਂ ਜਾਂ ਬੰਦ ਕਰਾਂ ਇਹ ਮੇਰੇ ਕੰਟਰੋਲ ਦੇ ਵਿੱਚ ਰਹੇਗਾ। ਤਾਂ ਜੋ ਮੈਂ ਕਹਿੰਦਾ ਹੁੰਦਾ, ਜਿਹੜੀਆਂ ਚੀਜ਼ਾਂ ਨੂੰ ਯਹੋਵਾ ਪਰਮੇਸ਼ਰ ਬੰਦ ਕਰ ਦਿੰਦਾ ਉਹਨਾਂ ਨੂੰ ਖੋਲ ਨਹੀਂ ਸਕਦਾ। ਅਗਰ ਪ੍ਰਭੂ ਦੇ ਪਿੱਛੇ ਤੁਹਾਡੀ ਚਾਲ ਸਹੀ ਹੈ ਨਾ, ਸਮੱਸਿਆਵਾਂ ਦੇ ਦਰਵਾਜ਼ੇ ਪਰਮੇਸ਼ਰ ਇਸ ਤਰੀਕੇ ਨਾਲ ਬੰਦ ਕਰੇਗਾ, ਸ਼ੈਤਾਨ ਖੋਲ ਨਹੀਂ ਪਾਏਗਾ। ਤੇ ਜਿਹੜੀਆਂ ਚੀਜ਼ਾਂ ਨੂੰ ਪਰਮੇਸ਼ਰ ਯਹੋਵਾ ਖੋਲ ਦਿੰਦਾ ਉਹਨਾਂ ਨੂੰ ਕੋਈ ਬੰਦ ਨਹੀਂ ਕਰ ਸਕਦਾ ਹੈ। ਹੁਣ ਇੱਥੇ ਉਹਦਾ ਗਰਭ ਬੰਦ ਹੈ, ਖੁੱਲ ਨਹੀਂ ਰਿਹਾ। ਗਰਭ ਖੋਲੇ ਪਰਮੇਸ਼ਰ, ਫਿਰ ਮੈਂ ਦੁਨੀਆ ਨੂੰ ਦਿਖਾਵਾਂ। ਪਰਮੇਸ਼ਰ ਨੂੰ ਇਹ ਗੱਲ ਪਸੰਦ ਨਹੀਂ ਆਈ। ਪਰ ਇੱਕ ਦਿਨ ਹੰਨਾ ਕਹਿੰਦੀ ਆ, ਪ੍ਰਾਰਥਨਾ ਬਦਲੀ, ਸ਼ਬਦ ਬਦਲੇ। ਕਹਿੰਦੀ ਯਹੋਵਾ ਪਰਮੇਸ਼ਰ ਤੂੰ ਮੈਨੂੰ ਬੇਟਾ ਦੇ, ਉਹ ਬੇਟਾ ਮੈਂ ਤੈਨੂੰ ਦੇਵਾਂਗੀ। ਪ੍ਰਭੂ ਨੂੰ ਦੀ ਗੱਲ ਪਸੰਦ ਆ ਗਈ ਆ। ਹਾਲੇਲੂਇਆ, ਪ੍ਰਭੂ ਨੂੰ ਦੀ ਗੱਲ ਪਸੰਦ ਆ ਗਈ ਹੈ। ਉਹ ਤਾਂ ਆਪਣੀ ਸੌਤਨ ਨੂੰ ਨੀਚਾ ਕਰਨ ਦੇ ਲਈ ਉਹ ਬੱਚਾ ਮੰਗ ਰਹੀ ਸੀ। ਯਹੋਵਾ ਪਰਮੇਸ਼ਰ ਦੇ ਅੱਗੇ ਜਦੋਂ ਉਹਨੇ ਸ਼ਬਦ ਬਦਲੇ ਨੇ, ਇਹੋ ਜਿਹਾ ਬੱਚਾ ਮਿਲਿਆ ਏ। ਉਹ ਕਿਸੇ ਨੂੰ ਨੀਚਾ ਕਰਨ ਵਾਲਾ ਨਹੀਂ ਸੀ, ਪੂਰੇ ਇਜ਼ਰਾਈਲ ਨੂੰ ਉੱਚਾ ਕਰਨ ਵਾਲਾ ਉਹ ਬਣ ਗਿਆ। ਉਹਦਾ ਨਾਮ ਸੈਮੂਅਲ ਸੀਗਾ। ਹਾਲੇਲੂਇਆ, ਉਹ ਯਹੋਵਾ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰਨ ਵਾਲਾ ਬਣਿਆ, ਕਿਸੇ ਨੂੰ ਨੀਚਾ ਕਰਨ ਵਾਲਾ ਨਹੀਂ। ਅੱਜ ਪ੍ਰਭੂ ਤੁਹਾਨੂੰ ਉੱਚਾ ਕਰਨਾ ਚਾਹੁੰਦਾ ਹੈਗਾ ਏ। ਤੁਹਾਡਾ ਫੋਕਸ ਕੀ ਹੈ, ਇਹ ਮੈਟਰ ਕਰਦਾ ਹੈਗਾ ਏ। ਅਗਰ ਸਾਡਾ ਫੋਕਸ ਹੈਗਾ ਨਾ, ਕੋਈ ਗੱਲ ਨਹੀਂ, ਜਦੋਂ ਪ੍ਰਭੂ ਬਰਕਤ ਦੇਊ ਫੇਰ ਦੱਸਾਂਗੇ ਅਸੀਂ। ਪ੍ਰਭੂ ਨੇ ਕਦੇ ਬਲੈਸ ਨਹੀਂ ਕਰਨਾ ਹੈਗਾ ਏ। ਸਿਰਫ ਸਿੰਪਲੀ ਯਹੋਵਾ ਪਰਮੇਸ਼ਰ ਦੀ ਆਗਿਆ ਦਾ ਪਾਲਨ ਕਰੋ, ਨੋ ਪ੍ਰੋਬਲਮ। ਯਹੋਵਾ ਪਰਮੇਸ਼ਰ ਕਿਸੇ ਨੂੰ ਨੀਚਾ ਕਰੇ, ਕਿਸੇ ਨੂੰ ਮਾਰੇ, ਕਿਸੇ ਨੂੰ ਚੰਗਾ ਕਰੇ, ਇਹ ਯਹੋਵਾ ਪਰਮੇਸ਼ਰ ਦੇ ਹੱਥ 'ਚ ਆ। ਇਹਦਾ ਫੈਸਲਾ, ਇਹਦੇ ਨਿਆਂ ਅਸੀਂ ਨਹੀਂ ਬਣਨਾ ਹੈ। ਪਰ ਘੱਟੋ ਘੱਟ ਜੋ ਯਹੋਵਾ ਪਰਮੇਸ਼ਰ ਚਾਹ ਰਿਹਾ ਨਾ, ਅਗਰ ਅਸੀਂ ਕਰਨ ਵਾਲੇ ਹਾਂ ਨਾ, ਤਾਂ ਪਰਮੇਸ਼ਰ ਸਾਡੇ ਜ਼ਰੀਏ ਅਜਿਹੀਆਂ ਬਰਕਤਾਂ ਨੂੰ ਲੈ ਕੇ ਆਏਗਾ, ਸਾਰੀ ਦੁਨੀਆ ਵੇਖੇਗੀ। ਹੰਨਾ ਤਾਂ ਸਿਰਫ ਆਪਣੇ ਪਰਿਵਾਰ ਦੇ ਵਿੱਚ ਹੀ ਪਤੀ ਦੇ ਸਾਹਮਣੇ ਆਪਣਾ ਅਹੁਦਾ ਉੱਚਾ ਚੱਕਣ ਦੇ ਲਈ ਬੱਚਾ ਮੰਗਦੀ ਪਈ ਆ, ਬੇਟਾ ਮੰਗਦੀ ਪਈ ਆ। ਲੇਕਿਨ ਜਦੋਂ ਉਹਨੇ ਪ੍ਰਾਰਥਨਾ ਬਦਲੀ, ਯਹੋਵਾ ਪਰਮੇਸ਼ਰ ਨੇ ਅਜਿਹਾ ਬੇਟਾ ਦਿੱਤਾ ਨਾ ਭਵਿੱਖਵਕਤਾ ਸੈਮੂਅਲ ਦੇ ਰੂਪ ਦੇ ਵਿੱਚ, ਪੂਰੇ ਇਜ਼ਰਾਈਲ ਦੇ ਲਈ ਉਹ ਬਲੇਸਿੰਗ ਬਣ ਗਿਆ ਹੈਗਾ ਹੈ। ਪ੍ਰਭੂ ਕਹਿੰਦਾ ਤੂੰ ਛੋਟੀ ਜਿਹੀ ਯੋਜਨਾ ਦੇ ਲਈ ਮੰਗੀ ਜਾਂਦੀ ਆ, ਕਿਸੇ ਨੂੰ ਨੀਚਾ ਦਿਖਾਉਣ ਦੇ ਲਈ ਮੰਗੀ ਜਾਂਦੀ ਆ। ਮੈਂ ਤੈਨੂੰ ਅਜਿਹੀ ਬਰਕਤ ਦੇਣ ਵਾਲਾ ਜੋ ਪੂਰੇ ਇਜ਼ਰਾਈਲ ਦੇ ਲਈ ਬਰਕਤ ਬਣੇਗਾ, ਮੇਰੇ ਨਾਮ ਨੂੰ ਉੱਚਾ ਕਰੇਗਾ। ਹੰਨਾ ਨੂੰ ਜਦੋਂ ਸਮਝ ਆ ਗਈ ਨਾ, ਉਹਨੇ ਪ੍ਰਾਰਥਨਾ ਬਦਲੀ ਤੇ ਯਹੋਵਾ ਪਰਮੇਸ਼ਰ ਨੇ ਵੀ ਫਿਰ ਆਪਣੀ ਪਲੈਨਿੰਗ ਬਦਲੀ। ਇਹਨੇ ਬਾਂਝਪਨ ਤੋਂ ਇਹਦੇ ਗਰਭ ਨੂੰ ਖੋਲਿਆ, ਬਲੈਸ ਕੀਤਾ ਹੈ। ਸੈਮੂਅਲ ਦੇ 5 ਭਾਈ ਭੈਣ ਹੋਰ ਸੀਗੇ ਇਸ ਤੋਂ ਇਲਾਵਾ ਵੀ। ਜ਼ਰੂਰੀ ਕੀ ਆ, ਕੀ ਜਾ ਰਿਹਾ ਹੈ, ਉਸ ਤੋਂ ਬਾਅਦ ਚੋਂ ਕੀ ਬਾਹਰ ਆ ਰਿਹਾ ਹੈਗਾ ਹੈ। ਤੁਹਾਡੇ ਵਿੱਚੋਂ ਅੱਧੇ ਲੋਕਾਂ ਨੂੰ ਪਤਾ ਪ੍ਰਭੂ ਬਰਕਤ ਕਿਉਂ ਨਹੀਂ ਦਿੰਦਾ ਹੈਗਾ। ਪ੍ਰਭੂ ਨੂੰ ਪਤਾ ਹੁੰਦਾ ਇੱਥੇ ਤਾਂ ਬਹਿ ਕੇ ਬੜੇ ਗੰਭੀਰ ਨੇ, ਬਾਹਰ ਨਿਕਲਦੇ ਮਜ਼ਾਕ ਸ਼ੁਰੂ ਹੈ ਇਹਨਾਂ ਦੇ, ਬਾਹਰ ਨਿਕਲਦੇ ਰੰਗ ਬਰੰਗੀਆਂ ਗੱਲਾਂ ਸ਼ੁਰੂ ਹੈ ਇਹਨਾਂ ਦੀਆਂ। ਉਹਨੂੰ ਸਭ ਪਤਾ, ਪ੍ਰਭੂ ਨੂੰ, ਯਹੋਵਾ ਪਰਮੇਸ਼ਰ ਸਭ ਜਾਣਦਾ ਹੈਗਾ ਇਹਨਾਂ ਨੇ ਕੀ ਕਰਨਾ ਹੈਗਾ। ਉਹਨੂੰ ਪਤਾ ਹੈਗਾ ਹੈ ਬੀਜ ਤਾਂ ਅੱਛਾ ਗਿਆ ਹੈ, ਅੱਛਾ ਪੌਦਾ ਬਾਹਰ ਨਿਕਲੇਗਾ ਨਹੀਂ, ਥੋੜੀ ਦੇਰ ਬਾਅਦ ਚ ਪੌਦਾ ਬਾਹਰ ਆਏਗਾ। ਇਹਨਾਂ ਦੀ ਚਾਲ ਸਹੀ ਨਹੀਂ ਕਰਨਗੇ, ਇਹ ਦੁਨਿਆਵੀ ਹੀ ਰੱਖਣਗੇ, ਪ੍ਰਭੂ ਬਲੈਸ ਨਹੀਂ ਕਰਦੇ। ਬਾਈਬਲ ਚ ਇਬਰਾਨੀਓ ਦੇ 6ਵੇਂ ਅਧਿਆਇ 7ਵੀਂ 8ਵੀਂ ਆਇਤ ਵਿੱਚ ਬੜੀ ਅੱਛੀ ਗੱਲ ਲਿਖੀ ਹੈ। ਜਿਹੜੀ ਭੂਮੀ ਦੇ ਉੱਪਰ ਪਾਣੀ ਪੈਂਦਾ ਹੈ, ਅੱਛੇ ਪੌਦੇ ਉਗਾਉਂਦੀ ਹੈ ਕਿਸਾਨ ਦੇ ਲਈ, ਉਹ ਬਲੈਸ ਹੁੰਦੀ ਹੈ। ਪਰ ਜਿਹਦੇ ਉੱਤੇ ਪਾਣੀ ਪਾਇਆ ਜਾਂਦਾ ਹੈ ਔਰ ਕਟੀਲੀਆਂ ਝਾੜੀਆਂ ਨੂੰ ਜੋ ਉਗਾਉਂਦੀ ਹੈ, ਕਹਿੰਦੇ ਉਹ ਸ਼ਰਾਪੀ ਜਾਂਦੀ ਹੈ, ਉਹ ਸ਼ਰਾਪਿਤ ਹੋਣ ਦੇ ਬਰਾਬਰ ਹੈ। ਸੋ ਜੇ ਇੱਕ ਧਰਤੀ ਆ, ਯਸ਼ਾਇਆ 'ਚ ਵੀ ਲਿਖਿਆ ਹੈ, ਜਦੋਂ ਬਾਰਿਸ਼ ਹੁੰਦੀ ਹੈ ਨਾ, ਬਾਈਬਲ 'ਚ ਲਿਖਿਆ ਯਹੋਵਾ ਪਰਮੇਸ਼ਰ ਕਹਿੰਦਾ ਮੇਰਾ ਵਚਨ ਇਹੋ ਜਿਹਾ ਹੀ ਆ, ਜਿਸ ਤਰ੍ਹਾਂ ਕਹਿੰਦੇ ਸਵਰਗ ਅਸਮਾਨ ਤੋਂ ਬਾਰਿਸ਼ ਹੁੰਦੀ ਧਰਤੀ ਤੇ, ਬਾਰਿਸ਼ ਵਾਪਸ ਨਹੀਂ ਮੁੜਦੀ। ਜਦੋਂ ਬਾਰਿਸ਼ ਪੈਂਦੀ ਆ, ਹਰੇ ਹਰੇ ਪੌਦਿਆਂ ਨੂੰ ਉਹ ਬਾਰਿਸ਼ ਪੈਦਾ ਕਰਦੀ ਹੈ। ਯਹੋਵਾ ਪਰਮੇਸ਼ਰ ਕਹਿੰਦਾ ਇਹੋ ਜਿਹਾ ਮੇਰਾ ਵਚਨ ਹੋਏਗਾ, ਮੇਰੇ ਮੂੰਹ ਦੇ ਵਿੱਚੋਂ ਨਿਕਲੇਗਾ, ਬਿਨਾਂ ਕੰਮ ਕੀਤੇ ਹੋਏ ਵਾਪਸ ਨਹੀਂ ਆਏਗਾ, ਤੁਹਾਡੇ ਸਾਰਿਆਂ ਦੇ ਜੀਵਨਾਂ 'ਚੋਂ ਕੰਮ ਕਰੇਗਾ, ਤੁਹਾਡੇ ਸਾਰਿਆਂ ਦੇ ਜੀਵਨਾਂ 'ਚੋਂ ਕੰਮ ਕਰੇਗਾ। ਉਹ ਤੁਹਾਨੂੰ ਚੰਗਾ ਵੀ ਕਰੇਗਾ, ਛੁਟਕਾਰਾ ਵੀ ਦੇਵੇਗਾ, ਬਰਕਤ ਵੀ ਦੇਗਾ, ਆਤਮਿਕ ਤੌਰ ਤੇ ਉੱਚਾ ਵੀ ਕਰੇਗਾ, ਗੁਲਾਮੀ ਦੇ ਵਿੱਚੋਂ ਛੁਡਾਏਗਾ ਵੀ। ਇਹ ਯਹੋਵਾ ਪਰਮੇਸ਼ਰ ਦਾ ਵਚਨ, ਉਹਦੀ ਸਟੇਟਮੈਂਟ ਹੈ। ਕਹਿੰਦਾ ਮੇਰਾ ਵਚਨ ਮੇਰੇ ਮੂੰਹ 'ਚ ਜਦੋਂ ਨਿਕਲਦਾ ਨਾ, ਕੰਮ ਕੀਤੇ ਬਿਨਾਂ ਵਾਪਸ ਨਹੀਂ ਮੁੜਦਾ। ਤੁਸੀਂ ਜਿੰਨੇ ਅੱਜ ਇੱਥੇ ਖੜੇ ਹੋਏ ਹੋ ਨਾ, ਇਹ ਤੁਹਾਡੇ ਹੱਥ 'ਚ ਆ ਕਿ ਤੁਹਾਡੇ ਪੜੋਸੀ ਦੇ ਜੀਵਨ 'ਚ ਹੋ ਸਕਦਾ ਵਚਨ ਕੰਮ ਕਰੇ। ਅਗਰ ਤੁਸੀਂ ਲਾਪਰਵਾਹ ਹੋ ਨਾ, ਤੁਹਾਡੇ ਪੜੋਸੀ ਦੇ ਜੀਵਨ 'ਚ ਵਚਨ ਕੰਮ ਕਰੇਗਾ ਤੇ ਕ੍ਰਾਸ ਕਰੇਗਾ ਤੁਹਾਨੂੰ, ਔਰ ਦੂਸਰੇ ਦੇ ਜੀਵਨ 'ਚ ਕੰਮ ਕਰਕੇ ਯਹੋਵਾ ਪਰਮੇਸ਼ਰ ਕੋਲ ਵਾਪਸ ਚਲਾ ਜਾਏਗਾ। ਪੜੋਸੀ ਗਵਾਹੀ ਪਾ ਲਏਗਾ, ਤੁਸੀਂ ਸੇਮ ਸਮੱਸਿਆ ਦੇ ਵਿੱਚ ਬਣੇ ਰਹੋਗੇ। ਇਹ ਤੁਹਾਡੇ ਹੱਥ ਦੇ ਵਿੱਚ ਹੈ, ਗਵਾਹੀ ਵਾਲੀ ਲਾਈਨ 'ਚ ਜਾਂ ਸਮੱਸਿਆ ਵਾਲੀ ਲਾਈਨ ਦੇ ਵਿੱਚ ਅਗੇਨ ਐਂਡ ਅਗੇਨ ਖੜੇ ਹੋਣਾ ਹੈ। ਹਾਲੇਲੂਇਆ। ਜਾਨਵਰ ਸਿਆਣੇ ਹੋਏ ਕਿ ਨਹੀਂ ਹੋਏ? ਉੱਚੀ ਬੋਲ ਕੇ ਦੱਸੋ, ਜਾਨਵਰ ਸਿਆਣੇ ਹੋਏ ਕਿ ਨਹੀਂ ਹੋਏ? ਆਪਣੇ ਪੜੋਸੀ ਨਾਲ ਹੱਥ ਮਿਲਾਓ, ਬੋਲੋ
ਤੁਸੀਂ ਸਿਆਣੇ ਹੋਏ ਜਾਂ ਨਹੀਂ ਹੋਏ? ਸਵਾਲ ਪੁੱਛੋ ਆਦੇ ਪੜੋਸੀ ਨੂੰ। ਥੈਂਕ ਯੂ ਜੀਸਸ। ਦੇਖੀਏ ਜਾਨਵਰ ਸਿਆਣੇ ਹੋ ਗਏ, ਪ੍ਰਭੂ ਨੇ ਬੁੱਧੀ ਦਿੱਤੀ, ਕਹਿੰਦੇ ਨਹੀਂ ਨਹੀਂ ਇਹਨਾਂ ਦੇ ਅੰਦਰ ਕੁਆਲਿਟੀ ਹੈ, ਬੱਚੇ ਪੈਦਾ ਕਰਨਗੇ, ਇਹ ਵਧਣਗੇ ਧਰਤੀ ਦੇ ਉੱਪਰ, ਇਹਨਾਂ ਦੀ ਲੋੜ ਹੈਗੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੀ ਵੀ ਲੋੜ ਸਵਰਗ ਦੇ ਵਿੱਚ ਹੈ ਪਰਮੇਸ਼ਰ ਯਹੋਵਾ ਨੂੰ, ਔਰ ਪ੍ਰਭੂ ਚਾਹੁੰਦਾ ਤੁਸੀਂ ਬਹੁਤ ਜ਼ਿਆਦਾ ਵਧੋ, ਥੋੜੇ ਨਹੀਂ ਵਧੋ, ਬਹੁਤ ਜ਼ਿਆਦਾ ਵਧੋ। ਸਾਡੀ ਯੋਜਨਾ ਪਤਾ ਕਿੱਡੀ ਕਾ? ਹੰਨਾ ਨੂੰ ਪਹਿਲਾਂ ਜਿਵੇਂ ਹੰਨਾ ਕਹਿੰਦੀ ਬੱਚਾ ਮਿਲ ਜੇ ਸਹੀ, ਮੁੰਡਾ ਹੋ ਜੇ ਸਹੀ, ਮੈਂ ਨਾਲ ਦੀ ਮੇਰੀ ਜਿਹੜੀ ਸੌਤਰ ਹੈਗੀ ਇਹਨੂੰ ਦਿਖਾਉਂਗੀ, ਫਿਰ ਮੈਂ ਇਹ ਮੈਨੂੰ ਜੜਾਉਂਦੀ ਹੈ ਨਾ, ਫਿਰ ਇਹਨੂੰ ਦੱਸੂ ਪਤਾ। ਸਾਡੀ ਸੋਚ ਪਤਾ ਕੀ ਆ? ਸਾਡੀ ਦੌੜ ਬੜੀ ਛੋਟੀ ਹੈਗੀ ਆ। ਅੱਜ ਕਿੰਨੀ ਤਰੀਕ ਆ? ਹਾਂ ਉੱਚੀ ਬੋਲ ਕੇ ਦੱਸੋ ਕਿੰਨੀ ਤਰੀਕ? ਪ੍ਰਭੂ ਜੀ 20 ਦਿਨ ਰਹਿ ਗਏ, ਕਿਸ਼ਤ ਦਾ ਕੋਈ ਅਰੇਂਜਮੈਂਟ ਨਹੀਂ ਹੈ, ਕਿਸ਼ਤ ਦਾ ਪ੍ਰਬੰਧ ਕਰ ਦਿਓ ਪ੍ਰਭੂ ਜੀ। ਅਗਲੇ ਮਹੀਨੇ ਦੀ ਕਿਸ਼ਤ ਜੰਪ ਹੋ ਗਈ, ਮੇਰਾ ਸਿਬਲ ਸਕੋਰ ਡਾਊਨ ਹੋ ਜਾਣਾ, ਲੋਨ ਨਹੀਂ ਮਿਲਣਾ। ਪ੍ਰਭੂ ਜੀ ਏਡੀ ਕੀ ਸੋਚ ਹੀ ਹੈਗੀ ਸਾਡੀ। ਸਾਡੀਆਂ ਕਿਸ਼ਤਾਂ ਦੀ ਟੈਨਸ਼ਨ ਨਹੀਂ ਸਾਨੂੰ। ਪ੍ਰਭੂ ਸਾਨੂੰ ਭਾਵੇਂ ਕਰੋੜਪਤੀ ਬਣਾਉਣਾ ਚਾਹੁੰਦਾ ਹੋਵੇ, ਸਾਡੀ ਸੋਚ ਪ੍ਰਭੂ ਜੀ ਕਿਸ਼ਤ ਦਾ ਕਿਤੇ ਪ੍ਰਬੰਧ ਹੋ ਜਾਣਾ। ਜਿਹੜਾ ਪਰਮੇਸ਼ਰ ਕਿਸ਼ਤ ਵਾਲੀ ਪ੍ਰਾਰਥਨਾ ਸੁਣ ਸਕਦਾ ਨਾ, ਉਹ ਇਦੋਂ ਅਗਲੇ ਲੈਵਲ ਦੀ ਵੀ ਪ੍ਰਾਰਥਨਾ ਸੁਣ ਸਕਦਾ ਹੈਗਾ ਏ। ਹਾਲੇਲੂਇਆ। ਜਦੋਂ ਸੁਣਾਉਣਾ ਹੀ ਚਾਹੁੰਦੇ ਆ ਪਰਮੇਸ਼ਰ ਨੂੰ, ਫਿਰ ਛੋਟੀ ਗੱਲ ਕਿਉਂ ਸੁਣਾਉਣੀ ਹੈਗੀ ਆ? ਜਦੋਂ ਸੁਣਦਾ ਪਿਆ ਹੈਗਾ ਏ, ਫਿਰ ਛੋਟੀ ਗੱਲ ਕਿਉਂ ਕਰਨੀ ਹੈ? ਵੱਡੀ ਗੱਲ ਕੀਤੀ ਜਾਵੇ। ਤੇ ਜੇ ਕਰੋੜ ਰੁਪਈਆ ਲੈ ਕੇ ਤੁਸੀਂ ਭੱਜਣਾ ਹੈ ਨਾ, ਫੇਰ ਨਹੀਂ ਉਹਨੇ ਦੇਣਾ ਹੈਗਾ। ਜ਼ਿਆਦਾ ਦੇਂਗਾ ਪਰਮੇਸ਼ਰ, ਤੇਰੇ ਘਰ ਦੇ ਲਈ ਮੈਂ ਜ਼ਿਆਦਾ ਕਰਾਂਗਾ, ਮੈਂ ਜ਼ਿਆਦਾ ਬੀਜਾਂਗਾ। ਸਹੀ ਸਟੇਟਮੈਂਟ ਹੈ ਹੰਨਾ ਦੇ ਵਾਂਗੂ। ਬਰਕਤ ਔਨ ਟਾਈਮ ਆਏਗੀ, ਸਹੀ ਟਾਈਮ ਦੇ ਉੱਪਰ ਆਏਗੀ, ਰਿਜ਼ਲਟ ਵੱਡਾ ਆਏਗਾ, ਛੋਟਾ ਨਹੀਂ ਆਏਗਾ। ਅੱਜ ਰਿਜ਼ਲਟ ਹੈ ਨਹੀਂਗਾ, ਪਰ ਸਾਡੇ ਜੀਵਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਬਹੁਤ ਜਣਿਆਂ ਨੂੰ ਕਾਹਤੋਂ ਰਿਜ਼ਲਟ ਨਹੀਂ ਹੈਗਾ। ਕਿੰਨੇ ਜਣੇ ਕਹਿੰਦੇ ਕਿ ਹਾਂ ਮੈਨੂੰ ਪਤਾ ਲੱਗ ਗਿਆ ਰਿਜ਼ਲਟ ਕਿਉਂ ਨਹੀਂ ਹੈ, ਕਿੰਨੇ ਜਣੇ ਕਹਿੰਦੇ ਨੇ ਪ੍ਰਭੂ ਦੀਆਂ ਗੱਲਾਂ ਕਠਿਨ ਨਹੀਂ ਹਨ, ਅਸੀਂ ਮੰਨ ਸਕਦੇ ਹਾਂ, ਤਦ ਹੀ ਪ੍ਰਭੂ ਜੀ ਕਹਿ ਰਹੇ ਨੇ। ਜਦੋਂ ਵਚਨ ਮੈਂ ਪੜਿਆ ਨਾ, ਬੁੱਧੀ ਖੁੱਲੀ ਮੇਰੀ। ਕਈ ਵਾਰੀ ਨਾ ਆਤਮਿਕ ਤੌਰ ਤੇ ਅਸੀਂ ਪੈਦਾ ਕੁਝ ਨਹੀਂ ਕਰਦੇ, ਫਾਈਨੈਂਸ਼ੀਅਲੀ ਬਲੈਸ ਕਰੇ ਕਈ ਲੋਕਾਂ ਨੂੰ ਪਰਮੇਸ਼ਰ, ਉਸ ਤੋਂ ਬਾਅਦ ਚਰਚ ਤੋਂ ਮਿਸਿੰਗ। ਇਸ ਤੋਂ ਬਜਾਏ ਕਿ ਅਸੀਂ ਚਰਚ ਦੇ ਵਿੱਚ ਜੋ ਪ੍ਰਭੂ ਦਾ ਦਰਸ਼ਨ ਹੈ ਉਹਨੂੰ ਅਸੀਂ ਬਿਲਡ ਕਰਨ ਦੇ ਲਈ ਆਪਣੇ ਬੀਜ ਨੂੰ ਬੀਜੀਏ, ਅਸੀਂ ਖੁਦ ਹੀ ਗਾਇਬ ਹੋ ਜਾਂਦੇ ਹਾਂ। ਪਰਮੇਸ਼ਰ ਸਾਨੂੰ ਜਹਾਜ਼ ਵਿੱਚ ਰੱਖਣਾ ਚਾਹੁੰਦਾ ਹੈਗਾ ਏ, ਅਸੀਂ ਜਹਾਜ਼ ਵਿੱਚ ਨਹੀਂ ਚੜ੍ਹਦੇ, ਅਸੀਂ ਹੋਰ ਹੀ ਪਾਸੇ ਚੜ੍ਹ ਜਾਂਦੇ ਹੈਗੇ ਆ। ਫਿਰ ਜਦੋਂ ਪ੍ਰੋਬਲਮ ਆਉਂਦੀ ਹੈਗੀ ਆ, ਫਿਰ ਬਚਣ ਦੀ ਕੋਸ਼ਿਸ਼ ਕਰਦੇ, ਫਿਰ ਬਚਦੇ ਨਹੀਂ, ਗੜਬੜੀ ਦੇ ਵਿੱਚ ਪੈ ਜਾਂਦੇ ਹਾਂ। ਅੱਜ ਜਦੋਂ ਤੁਸੀਂ ਵਚਨ ਸੁਣਿਆ ਨਾ, ਅੱਜ ਸਾਰੇ ਜਣੇ ਇਹੀ ਪ੍ਰਾਰਥਨਾ ਪਹਿਲੇ ਨੰਬਰ ਉੱਪਰ ਕਰਨੀ ਹੈਗੀ, ਕੁਝ ਨਾ ਕੁਝ ਪੈਦਾ ਕਰੀਏ। ਜਦੋਂ ਵਚਨ ਜਾ ਰਿਹਾ ਨਾ, ਕੁਝ ਨਾ ਕੁਝ ਅੰਦਰੋਂ ਪੈਦਾ ਹੋਣਾ ਚਾਹੀਦਾ ਹੈ। ਨੋ ਪ੍ਰੋਬਲਮ। ਅਗਰ ਅੱਜ ਤੁਸੀਂ ਕਹਿ ਰਹੇ ਹੋ ਨਾ ਕਿ ਸਿਕਨੈਸ ਦੇ ਵਿੱਚ, ਮੈਂ ਬਿਮਾਰੀ ਦੇ ਵਿੱਚ, ਨੋ ਪ੍ਰੋਬਲਮ, ਪਰਮੇਸ਼ਰ ਚੰਗਾਈ ਦੇ ਵਿੱਚ ਲੈ ਕੇ ਜਾਏਗਾ। ਅਗਰ ਤੁਸੀਂ ਕਹਿ ਰਹੇ ਹੋ ਮੈਂ ਕਰਜ਼ੇ ਦੇ ਵਿੱਚ ਹਾਂ, ਪ੍ਰਭੂ ਕਰਜ਼ੇ ਦੇ ਵਿੱਚੋਂ ਬਾਹਰ ਕੱਢੇਗਾ, ਫਾਈਨੈਂਸ਼ੀਅਲੀ ਗਰੋ ਤੁਸੀਂ ਕਰ ਪਾਓਗੇ। ਅਗਰ ਤੁਸੀਂ ਸਪਿਰਿਚੁਅਲੀ ਵੀਕ ਹੋ, ਆਤਮਿਕ ਤੌਰ ਤੇ ਯਹੋਵਾ ਪਰਮੇਸ਼ਰ ਤੁਹਾਨੂੰ ਵਧਾਵੇਗਾ। ਹਾਲੇਲੂਇਆ। ਪੈਸੇ ਨਾਲ ਜ਼ਿਆਦਾ ਕੀਮਤੀ ਹੈ ਆਤਮਿਕ ਵਾਧਾ। ਜਦੋਂ ਆਤਮਿਕ ਵਾਧਾ ਹੁੰਦਾ ਨਾ, ਪੈਸਾ ਉਹਦੀ ਵੈਲਿਊ ਘਟ ਜਾਂਦੀ, ਕਿ ਪੈਸਾ ਫਿਰ ਪਿੱਛੇ ਪਿੱਛੇ ਭੱਜਿਆ ਫਿਰਦਾ ਰਹਿੰਦਾ ਹੈ। ਇੱਕ ਵਿਅਕਤੀ ਹੈ ਬਾਈਬਲ ਵਿੱਚ, ਉਹਦਾ ਨਾਮ ਅਲੀਸ਼ਾ ਹੈਗਾ ਹੈ। ਕਿੰਨੇ ਜਣੇ ਜਾਣਦੇ ਅਲੀਸ਼ਾ ਨੂੰ? ਬਾਈਬਲ ਵਿੱਚ ਲਿਖਿਆ ਉਹ ਅਲੀਸ਼ਾ ਹੈ, ਭਵਿੱਖਵਕਤਾ ਹੈ ਪ੍ਰਭੂ ਦਾ। ਇੱਕ ਵਿਅਕਤੀ ਕੋੜ ਦੇ ਨਾਲ ਭਰਿਆ ਆਇਆ, ਜਿਹੜਾ ਕੋੜੀ ਵਿਅਕਤੀ, ਉਹਦੇ ਕੋਲ ਪੈਸਾ ਬੜਾ ਹੈ। ਕੋੜ ਜਿੱਥੇ ਅਲੀਸ਼ਾ ਪ੍ਰਾਰਥਨਾ ਕਰਦਾ, ਉਹ ਜਗ੍ਹਾ ਕੱਚੀ ਹੈਗੀ ਆ। ਚਲੋ ਆਫਰਿੰਗ ਆਏਗੀ ਤਾਂ ਕਿਉਂ ਨਾ ਫਰਸ਼ ਅੱਛੀ ਬਣਾ ਲਵਾਂਗੇ, ਫਰਸ਼ ਵਿੱਚ ਪਾ ਲਵਾਂਗੇ ਅੱਛੇ ਤਰੀਕੇ ਨਾਲ। ਇਹ ਯੋਜਨਾ ਅਲੀਸ਼ਾ ਦੇ ਅੰਦਰ ਹੋ ਸਕਦੀ ਕਿ ਨਹੀਂ ਹੋ ਸਕਦੀ ਹੈਗੀ ਹੈ। ਪਰ ਬਾਈਬਲ ਵਿੱਚ ਲਿਖਿਆ ਅਲੀਸ਼ਾ ਨੇ ਚੰਗਾਈ ਤਾਂ ਦੇ ਦਿੱਤੀ ਹੈ, ਪਰ ਉਸ ਵਿਅਕਤੀ ਤੋਂ ਇੱਕ ਪੈਸਾ ਵੀ ਉਹਨੇ ਲਿਆ ਨਹੀਂ ਹੈ, ਕੋਈ ਆਫਰਿੰਗ ਉਹਨੇ ਲਈ ਨਹੀਂ ਹੈ। ਕਹਿੰਦਾ ਮੈਨੂੰ ਤੇਰਾ ਕੋਈ ਪੈਸਾ ਨਹੀਂ ਚਾਹੀਦਾ, ਇਹਨੂੰ ਵਾਪਸ ਲੈ ਜਾ। ਸੋਚੀ, ਜਦੋਂ ਤੁਸੀਂ ਆਤਮਿਕ ਗੱਲਾਂ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨਾ, ਆਤਮਿਕ ਗੱਲਾਂ ਦੀ ਤੁਹਾਨੂੰ ਵੈਲਿਊ ਸਮਝ ਆ ਜਾਂਦੀ ਨਾ, ਬਾਕੀ ਸਾਰੀ ਗੱਲਾਂ ਦੀ ਵੈਲਿਊ ਤੁਹਾਡੇ ਲਈ ਖਤਮ ਹੋ ਜਾਏਗੀ। ਤਾਂ ਹੀ ਤਾਂ ਸ਼ੈਤਾਨ ਚਾਹੁੰਦਾ ਸੀ ਆਤਮਿਕ ਤੌਰ ਤੇ ਨਪੁੰਸਕ ਬਣੇ ਰਹੀਏ, ਕੁਝ ਪੈਦਾ ਹੋਵੇ ਹੀ ਨਾ ਸਾਡੇ ਤੋਂ। ਇਹ ਯਿਸੂ ਮਸੀਹ ਦਾ ਵਚਨ, ਇਹ ਕੋਈ ਸਰੀਰਕ ਨਹੀਂ ਹੈ, ਇਹ ਸਪਿਰਿਚੁਅਲ ਹੈ। ਯਹੋਨਾ 6ਵਾਂ ਅਧਿਆਇ 63rd ਵਰਸ 63ਵੀਂ ਆਇਤ ਵਿੱਚ ਲਿਖਿਆ, ਯਿਸੂ ਮਸੀਹ ਕਹਿੰਦੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਨੇ ਉਹ ਜੀਵਨ ਤੇ ਆਤਮਾ ਹਨ। ਪ੍ਰਭੂ ਯਿਸੂ ਮਸੀਹ ਦਾ ਵਚਨ ਪਤਾ ਕੀ ਹੈ? ਜੀਵਨ ਔਰ ਆਤਮਾ। ਜਦੋਂ ਵਚਨ ਅੰਦਰ ਜਾਏਗਾ ਨਾ, ਆਤਮਿਕ ਤੌਰ ਤੇ ਕੁਝ ਨਾ ਕੁਝ ਪੈਦਾ ਹੋਏਗਾ। ਜਦੋਂ ਆਤਮਿਕ ਤੌਰ ਤੇ ਕੁਝ ਪੈਦਾ ਹੋਣਾ ਸ਼ੁਰੂ ਹੋ ਗਿਆ ਨਾ, ਸ਼ੈਤਾਨ ਦਾ ਕੰਮ ਉਸ ਦਿਨ ਤੋਂ ਖਤਮ ਹੋਣਾ ਸ਼ੁਰੂ ਹੋ ਜਾਏਗਾ। ਕੱਲਾ ਤੁਹਾਡੇ ਜੀਵਨ ਦੇ ਵਿੱਚ ਨਹੀਂ, ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੇ ਆਲੇ ਦੁਆਲੇ ਦੇ ਵਿੱਚ ਵੀ। ਏਲੀਆ ਜਿਹੜੇ ਉਹਨੇ ਭਵਿੱਖਵਕਤਾ ਮਾਰੇ ਸੀ ਨਾ, ਆਪਣੇ ਪੂਰੇ ਦੇਸ਼ ਦੇ ਵਿੱਚੋਂ ਗੜਬੜੀ ਨਹੀਂ ਹੋਣ ਦਿੰਦਾ ਹੁੰਦਾ ਸੀ। ਬੰਦਾ ਇਹੋ ਜਿਹਾ ਸੀ ਉਹ। ਪ੍ਰਭੂ ਦਾ ਅਜਿਹਾ ਭਵਿੱਖਵਕਤਾ, ਆਤਮਾ ਦੇ ਨਾਲ ਭਰਿਆ ਹੋਇਆ, ਉਹਦੀ ਸਾਮਰਥ ਨਾਲ, ਉਹਦੇ ਅਭਿਸ਼ੇਕ ਦੇ ਨਾਲ ਭਰਿਆ ਹੋਇਆ ਯਹੋਵਾ ਪਰਮੇਸ਼ਰ ਦੇ।
ਪੂਰੇ ਇਜ਼ਰਾਈਲ ਦੇ ਵਿੱਚ ਗੜਬੜੀ ਨਹੀਂ ਹੋਣ ਦਿੰਦਾ ਸੀਗਾ। ਕਿੰਨੇ ਭਵਿੱਖਵਕਤਾਂ ਨੇ ਮਾਰ ਦਿੱਤੇ ਹੈਗੇ ਨੇ? 850 ਟੋਟਲ 850 ਸੀਗੇ। ਇੱਕ ਟੀਮ ਹੋਰ ਪਾਸੇ ਵੀ ਖੜੀ ਸੀ, ਉਹ ਵੀ ਮਰਵਾਤੇ। ਜਿਹੜੇ ਕੰਪੀਟੀਸ਼ਨ 'ਚ ਆਏ ਉਹ ਵੀ ਮਰਵਾਤੇ। ਟੋਟਲ ਸੀਗੇ 850। ਜਦੋਂ ਆਤਮਿਕ ਤੌਰ ਤੇ ਸਟਰੋਂਗ ਹੋ ਜਾਓਗੇ ਪਿੱਛੇ ਨਹੀਂ ਰਹੋਗੇ।